ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨ ਕੋਈ ਹੋਰ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨ ਕੋਈ ਹੋਰ। ਤਿਥੈ ਜੋਤ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਨਾ ਓਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿਥੈ ਭਗਤ ਵਸੈ ਕੇਲੋ, ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾ ਅੰਤ ਨ ਅੰਤ। ਤਿਥੈ ਲੋਹ ਲੋਹ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ। ਫਿਰ ਤੋਂ ਭਾਗਾਂ ਵਾਲਾ ਸਮਾਂ ਬਣਿਆ। ਜੇਕਰ ਕੋਈ ਨਿਤਨੇਮ ਕਰਦਾ ਹੈ, ਭਾਵੇਂ ਕੋਈ ਨਿਤਨੇਮ ਸੁਣਦਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਸ਼ਬਦ ਜਪਦਾ ਹੈ, ਤੇ ਉਹ ਆਪਣੇ ਮਨ ਦੇ ਵਿੱਚ ਪੂਰਾ ਭਰੋਸਾ ਕਰੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜਾ ਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਹੀ ਰਸਨਾ ਤੋਂ ਨਾਮ ਜਪ ਸਕਦਾ ਹੈ, ਨਹੀਂ ਤਾਂ ਨਹੀਂ। ਇੱਕ ਅਲੌਕਿਕ ਅਤੇ ਅਗੰਮੀ ਬਾਤ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਦੀ ਵੀ ਸਿੱਖ ਗੁਰੂ ਨੂੰ ਚੁਣਦਾ ਨਹੀਂ, ਹਮੇਸ਼ਾ ਗੁਰੂ ਹੀ ਸਿੱਖ ਨੂੰ ਚੁਣਦਾ ਹੈ। ਜਿਸ ਤਰ੍ਹਾਂ ਅਸੀਂ ਕਈ ਵਾਰ ਸੋਚਦੇ ਹਾਂ ਕਿ ਧਰਮ ਯੁੱਧ ਮੋਰਚਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਸੰਤਾਂ ਨੇ ਚੁਣਿਆ, ਪਰ ਜੇਕਰ ਅਦ੍ਰਿਸ਼ਟ ਲੋਕ ਦੀ ਗੱਲ ਕਰੀਏ ਤੇ ਹਮੇਸ਼ਾ ਹੀ ਮੈਦਾਨੇ ਜੰਗ, ਹਮੇਸ਼ਾ ਹੀ ਮੋਰਚਾ ਖੁਦ ਜਰਨੈਲ ਨੂੰ ਚੁਣਦਾ ਹੈ, ਕਦੀ ਜਰਨੈਲ ਮੋਰਚੇ ਨਹੀਂ ਚੁਣਿਆ ਕਰਦੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਚੁਣਿਆ ਕਿ ਮੇਰੇ ਘਰ ਦੇ ਵਿੱਚ ਕਿਹੜਾ ਐਸਾ ਕਰਨੀ ਅਤੇ ਕਥਨੀ ਦਾ ਸੂਰਾ ਹੈ ਜਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਆਏਗਾ ਤੇ ਅਨੇਕਾਂ ਹੀ ਸਿੱਖ ਸਿੱਖੀ ਤੋਂ ਪ੍ਰੇਰਿਤ ਹੋ ਕੇ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਣਗੇ ਤੇ ਗੁਰੂ ਗੁਰੂ ਜਪਣਗੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਚੁਣਿਆ। ਇਸੇ ਤਰ੍ਹਾਂ ਹੀ ਜਿਸ ਵੇਲੇ ਸਾਡੀ ਸੁਰਤ ਉਚੇਰੀ ਹੁੰਦੀ ਹੈ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਗੁਰੂ ਨੇ ਚੁਣਿਆ ਹੈ। ਇਹ ਸਾਡੇ ਵੱਡੇ ਭਾਗ ਨੇ। ਸਾਡੇ ਤੇ ਗੁਰੂ ਕਿਰਪਾ ਭਰਿਆ ਹੱਥ ਰੱਖਦਾ ਹੈ ਤੇ ਫਿਰ ਅਸੀਂ ਨਿਤਨੇਮ ਕਰਦੇ ਹਾਂ, ਫਿਰ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਫਿਰ ਅਸੀਂ ਗੁਰੂ ਦੇ ਸ਼ਬਦ ਨੂੰ ਧਿਆਉਂਦੇ ਹਾਂ। ਤੇ ਜਿਸ ਵੇਲੇ ਅਸੀਂ ਇਹ ਸੋਚ ਕੇ ਫਿਰ ਪਾਠ ਕਰਾਂਗੇ ਤੇ ਫਿਰ ਪਾਠ ਕਰਨਾ ਇੱਕ ਕਿਰਪਾ ਦਾ ਬਹੁਤ ਵੱਡਾ ਬਖਸ਼ਿਸ਼ ਦਾ ਖਜ਼ਾਨਾ ਸਾਡੇ ਉੱਤੇ ਮਹਾਰਾਜ ਜੀ ਵਰਤਾ ਦਿੰਦੇ ਹਨ। ਸਤਿਗੁਰੂ ਕਿਰਪਾ ਕਰਦੇ ਨੇ। ਅਸਾਂ ਨੇ ਹੁਣੇ ਸ਼ਰਵਣ ਕੀਤਾ ਕਰਮ ਖੰਡ ਕੀ ਬਾਣੀ ਜੋਰ,
ਜਿਸ ਵੇਲੇ ਮਨੁੱਖ ਦੀ ਸੁਰਤ ਸਰਮਖੰਡ ਤੋਂ ਉੱਪਰ ਜਾਂਦੀ ਹੈ ਤੇ ਫਿਰ ਕਰਮਖੰਡ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਕਰਮਖੰਡ ਦਾ ਅਰਥ ਹੁੰਦਾ ਹੈ ਜਿੱਥੇ ਗੁਰੂ ਦੀ ਬਖਸ਼ਿਸ਼ ਦਾ ਸਾਖਸ਼ਾਤਕਰਨ ਹੁੰਦਾ ਹੈ। ਕਰਮਖੰਡ ਐਸਾ ਸਥਾਨ, ਐਸੀ ਅਵਸਥਾ, ਐਸਾ ਖੰਡ ਜਿਸ ਥਾਂ ਤੇ ਪਹੁੰਚ ਕੇ ਸੁਰਤ ਆਪਣੇ ਅੰਦਰ ਆਤਮਿਕ ਬਲ ਇਤਨਾ ਕੁ ਮਹਿਸੂਸ ਕਰਦੀ ਹੈ, ਫਿਰ ਐਸੇ ਮਨੁੱਖ, ਐਸੀ ਸ਼ਖਸੀਅਤ ਦੀ ਰਸਨਾ 'ਚ ਬਲ ਆ ਜਾਂਦਾ ਹੈ। ਬਾਣੀ ਕਹਿੰਦੇ ਨੇ ਮਨੁੱਖ ਦੇ ਦੁਆਰਾ ਬੋਲੀ ਹੋਈ ਕੋਈ ਵੀ ਗੱਲ, ਬੋਲਿਆ ਹੋਇਆ ਕੋਈ ਵੀ ਬੋਲ, ਜੋ ਵੀ ਰਸਨਾ ਤੋਂ ਉਚਾਰਨ ਕੀਤਾ ਉਹ ਪੂਰਾ ਹੋ ਜਾਂਦਾ ਹੈ ਤੇ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ। ਅਸੀਂ ਅੰਮ੍ਰਿਤਮਈ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਜ਼ੋਰ ਕਿੰਨਾ ਵਿੱਚ ਆਉਂਦਾ ਹੈ? ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਕਿਉਂਕਿ ਉੱਥੇ ਜਿਹੜੇ ਵਸਦੇ ਨੇ ਯੋਧੇ ਵਸਦੇ ਨੇ, ਮਹਾਬਲੀ ਸੂਰਮੇ ਵਸਦੇ ਨੇ, ਪਰ ਉਹਨਾਂ ਦੀ ਨਿਸ਼ਾਨੀ ਆਤਮ ਜਿਨ੍ਹਾਂ ਸਗਲ ਵਸਤ ਤਾਕੈ ਜਾ ਕਾ ਸਤਿਗੁਰ ਪੂਰਾ। ਜਿਨ੍ਹਾਂ ਨੇ ਗੁਰੂ ਦੀ ਅਸੀਮ ਸ਼ਕਤੀ ਨੂੰ ਆਪਣੇ ਅੰਦਰੋਂ ਪਹਿਲਾਂ ਦੇਖਿਆ, ਫਿਰ ਉਸ ਸ਼ਕਤੀ ਦੇ ਵਿੱਚ ਆਪਣੇ ਆਪ ਨੂੰ ਲੀਨ ਕੀਤਾ, ਫਿਰ ਗੁਰੂ ਰੂਪ ਜਿਸ ਵੇਲੇ ਹੋ ਗਏ, ਫਿਰ ਐਸੀ ਅਵਸਥਾ ਵਾਲੇ ਮਨੁੱਖ ਬਸ ਇੱਕੋ ਹੀ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਨੇ, ਦਾਤਿਆ ਇਹ ਤੇਰੀ ਬਖਸ਼ਿਸ਼ ਹੈ, ਇਹ ਤੇਰੀ ਕਿਰਪਾ ਹੈ, ਮੇਰਾ ਇਹਦੇ ਵਿੱਚ ਕੋਈ ਜ਼ੋਰ ਨਹੀਂ ਸੀ। ਕਰਮਖੰਡ ਕੀ ਬਾਣੀ ਜੋਰ। ਮਹਾਰਾਜ ਜੀ ਬਚਨ ਕਰਦੇ ਨੇ, ਗਿਰ ਬਸਦਾ ਜਲ ਪਵਨ ਜਾਏਗੋ। ਕਹਿੰਦੇ ਨੇ ਕਿ ਜਿਹੜੇ ਪਹਾੜ ਨੇ ਇਹ ਤੁਰ ਸਕਦੇ ਨੇ, ਧਰਤੀ ਪਲਟ ਸਕਦੀ ਹੈ, ਸੂਰਜ ਪੱਛਮ ਦੇ ਵਿੱਚੋਂ ਨਿਕਲ ਸਕਦਾ ਹੈ, ਅੱਗ ਠੰਡੀ ਹੋ ਸਕਦੀ ਹੈ, ਜਲ ਸੁੱਕ ਸਕਦਾ ਹੈ। ਭਾਵ ਕਿ ਜਲ ਦਾ ਸੁਭਾਅ ਹੈ ਗਿੱਲਾ, ਪਰ ਕਹਿੰਦੇ ਨੇ ਸੁੱਕ ਸਕਦਾ ਹੈ। ਸਾਰੀ ਧਰਤੀ ਤਹਿਸ ਨਹਿਸ ਹੋ ਸਕਦੀ ਹੈ, ਹਰ ਇੱਕ ਵਰਤਾਰਾ ਪੁੱਠਾ ਹੋ ਸਕਦਾ ਹੈ, ਪਰ ਕੋਈ ਮਹਾਂਪੁਰਖ ਕੋਈ ਬਚਨ ਕਰੇ ਤੇ ਪੂਰਾ ਨਾ ਹੋਵੇ ਤੇ ਹੋ ਹੀ ਨਹੀਂ ਸਕਦਾ। ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਜੋ ਮਹਾਂਪੁਰਖਾਂ ਨੇ ਰਸਨਾ ਤੋਂ ਕਹਿ ਦਿੱਤਾ ਉਹ ਅਟਲ ਹੈ, ਪਰ ਇਹ ਵੀ ਦੇਖਣਾ ਪਏਗਾ ਕਿ ਮਹਾਂਪੁਰਖਾਂ ਨੇ ਆਖਿਆ ਕੀ। ਮਹਾਂਪੁਰਖਾਂ ਨੇ ਜੋ ਆਪ ਕਮਾਇਆ ਇਹ ਉਹੀ ਦੱਸ ਸਕਦੇ ਨੇ, ਕੋਈ ਦੂਜੀ ਚੀਜ਼ ਨਹੀਂ ਦੱਸ ਸਕਦੇ, ਕਿਉਂਕਿ ਦੂਜੀ ਚੀਜ਼ ਦੇ ਪ੍ਰਤੀ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਹੁੰਦਾ। ਜੇ ਕੋਈ ਮਨੁੱਖ ਆਪ ਪਨੀਰ ਛਕੇਗਾ ਤੇ ਉਹ ਦੱਸ ਸਕਦਾ ਹੈ ਕਿ ਭਾਈ ਚੰਗਾ ਹੁੰਦਾ ਹੈ, ਇਹਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੁੰਦੀ ਹੈ, ਇਸ ਕਰਕੇ ਤੁਸੀਂ ਪਨੀਰ ਖਾਇਆ ਕਰੋ। ਕਿਉਂ? ਕਿਉਂਕਿ ਅਸੀਂ ਖਾਈਦਾ ਹੈ, ਸਾਨੂੰ ਇਹ ਚੀਜ਼ ਚੰਗੀ ਲੱਗਦੀ ਹੈ, ਛਕਣਾ ਚਾਹੀਦਾ। ਤੇ ਜਿਸ ਬੰਦੇ ਨੇ ਖੁਦ ਨਹੀਂ ਕਦੀ ਛਕਿਆ ਉਹ ਦੂਜੇ ਨੂੰ ਕੀ ਦੱਸੇਗਾ ਜੀ। ਇਸ ਕਰਕੇ ਮਹਾਂਪੁਰਖਾਂ ਦੇ ਅੰਦਰ ਐਸੀ ਕਿਰਪਾ ਵਰਤ ਜਾਂਦੀ ਹੈ, ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਹੁਣ ਅਸੀਂ ਲੱਭੀਏ ਕਿ ਮਹਾਂਪੁਰਖ ਕਿੱਥੇ ਵਸਦੇ ਨੇ, ਤੇ ਮਹਾਰਾਜ ਜੀ ਕਹਿੰਦੇ ਨੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਵੱਲ ਧਿਆਨ ਦੇ, ਤੂੰ ਸਿਰਫ ਮਹਾਂਪੁਰਖ ਹੀ ਨਹੀਂ ਬਣੇਗਾ, ਤੂੰ ਰੱਬ ਬਣ ਜਾਏਗਾ। ਮਹਾਰਾਜ ਜੀ ਦਾ ਬਚਨ ਹੈ ਤੇ ਮਹਾਰਾਜ ਜੀ ਦਾ ਬਚਨ, ਜੇ ਅਸੀਂ ਮਹਾਂਪੁਰਖਾਂ ਦੇ ਬਚਨਾਂ ਦੀ ਗੱਲ ਅਸੀਂ ਹੁਣ ਕਰਦੇ ਪਏ ਹਾਂ ਕਿ ਮਹਾਰਾਜ ਜੀ ਕਹਿੰਦੇ ਨੇ ਮਹਾਂਪੁਰਖਾਂ ਦੀ ਬੋਲੀ ਦੇ ਵਿੱਚ ਰੱਬ ਵਸਦਾ ਹੈ ਤੇ ਜੋ ਕਹਿ ਦੇਣ ਸੰਪੂਰਨ ਹੋ ਜਾਂਦਾ ਹੈ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ, ਕਲਗੀਧਰ ਪਾਤਸ਼ਾਹ ਜੀ ਨੇ, ਕਿ ਸਿੱਖ ਨਿਤਨੇਮ ਕਰੇ, 2.5 ਘੰਟੇ ਵਾਹਿਗੁਰੂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰੇ ਤੇ ਮੈਂ ਉਹਨੂੰ ਆਪਣਾ ਰੂਪ ਵੀ ਬਣਾ ਲਵਾਂਗਾ। ਤੇ ਸਾਨੂੰ ਭਰੋਸਾ ਕਰਨਾ ਚਾਹੀਦਾ ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਮਹਾਂਪੁਰਖਾਂ ਨੇ ਜੇ ਆਖਿਆ ਕਿ ਭਾਈ ਇਹ ਨੇਮ ਸਾਧੋ, ਇਹ ਅਭਿਆਸ ਕਰੋ, ਬਖਸ਼ਿਸ਼ ਵਰਤ ਜਾਏਗੀ, ਤੇ ਇਹਦਾ ਅਰਥ ਇਹ ਹੁੰਦਾ ਉਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਦਿੱਤਾ ਹੈ ਤੇ ਹੁਣ ਤੁਸੀਂ ਅਭਿਆਸੀ ਹੋ ਜਾਓ। ਤੇ ਜਿਸ ਵੇਲੇ ਅਸੀਂ ਅਭਿਆਸੀ ਨਾ ਹੋਈਏ, ਅਸੀਂ ਕਹਾਂਗੇ ਕਿ ਮਹਾਂਪੁਰਖਾਂ ਨੇ ਤੇ ਬਚਨ ਕੀਤਾ ਸੀ, ਇੰਜ ਨਹੀਂ ਇੰਜ ਹੋ ਜਾਏਗਾ, ਤੇ ਫਿਰ ਮਹਾਂਪੁਰਖ ਵੀ ਹੱਥ ਜੋੜ ਕੇ ਕਹਿੰਦੇ ਨੇ ਭਾਈ ਤੁਸੀਂ ਬਚਨ ਅੱਧਾ ਕਮਾਉਂਦੇ ਜੇ, ਜਿਹੜਾ ਤੁਸੀਂ ਮਿਹਨਤ ਵਾਲਾ ਪੱਖ ਹੁੰਦਾ ਉਹ ਛੱਡ ਦਿੰਦੇ ਜੇ।
ਤੇ ਜਿਹਦੇ ਵਿੱਚ ਮਿਹਨਤ ਕਰਨ ਦੀ ਲੋੜ ਨਹੀਂ, ਤੁਸੀਂ ਕਹਿੰਦੇ ਹੋ ਕਿ ਉਹ ਤੇ ਉਹਨਾਂ ਨੇ ਕਿਹਾ ਹੈ ਆਪੇ ਪੂਰਾ ਹੋ ਜਾਣਾ ਆ। ਆਪੇ ਤੇ ਆਟਾ ਵੀ ਨਹੀਂ ਗੁੱਝਦਾ। ਜੇ ਆਟੇ ਨੂੰ ਵੀ ਗੁੰਨਣਾ ਹੋਵੇ ਉਹਦੇ ਵਿੱਚ ਵੀ ਮੁੱਕੀਆਂ ਮਾਰਨੀਆਂ ਪੈਂਦੀਆਂ, ਉਹਦੇ ਵਿੱਚ ਵੀ ਮਿਹਨਤ ਕਰਨੀ ਪੈਂਦੀ ਤੇ ਬੜਾ ਧਿਆਨ ਰੱਖਣਾ ਪੈਂਦਾ। ਪਾਣੀ ਨਾ ਵੱਧ ਪੈ ਜਾਏ, ਪਤਲਾ ਹੋ ਜਾਣਾ, ਸੀਰਾ ਬਣ ਜਾਣਾ। ਜੇ ਘੱਟ ਪਿਆ ਤੇ ਬਿਲਕੁਲ ਕਠੋਰ ਹੋ ਜਾਣਾ। ਤੇ ਸਵਾਣੀਆਂ ਉਹਦੇ ਵਿੱਚ ਵੀ ਪੂਰਾ ਧਿਆਨ ਕੇਂਦਰਿਤ ਕਰਕੇ ਰੱਖਦੀਆਂ ਨੇ। ਇੰਜ ਨਹੀਂ ਕਿ 4 ਕੁ ਪੇੜਿਆਂ ਵਿੱਚ 4 ਜੱਗ ਪਾਣੀ ਦੇ ਪਾ ਦਿਓ ਕਿ ਉਹਦੇ ਵਿੱਚ ਫਿਰ ਤੈਰ ਤੈਰ ਕੇ ਇੱਕ ਕਣ ਲੱਭਣਾ ਪਵੇ। ਕਹਿਣ ਦਾ ਅਰਥ ਇਹ ਹੈ ਕਿ ਮਹਾਂਪੁਰਖਾਂ ਦਾ ਬੋਲਿਆ ਹੋਇਆ ਇੱਕ ਇੱਕ ਬਚਨ ਸੱਤ ਹੈ, ਪਰ ਭਰੋਸਾ ਪੂਰਾ ਚਾਹੀਦਾ। ਇੰਜ ਭਰੋਸਾ ਚਾਹੀਦਾ ਹੈ ਕਿ ਭਾਵੇਂ ਜੈਸੀ ਮਰਜ਼ੀ ਪ੍ਰੀਖਿਆ ਪੈ ਜਾਵੇ, ਫੇਰ ਵੀ ਸੁਰਤ ਚੜ੍ਹਦੀ ਕਲਾ ਦੇ ਵਿੱਚ ਚਾਹੀਦੀ ਹੈ। ਪ੍ਰੀਖਿਆ ਤੋਂ ਬਾਅਦ ਜਿਹੜਾ ਸੁੱਖ ਦਾ ਰਾਹ ਹੁੰਦਾ ਹੈ ਉਹ ਬਹੁਤ ਵਿਸ਼ਾਲ ਹੁੰਦਾ ਹੈ। ਤੇ ਹਮੇਸ਼ਾ ਹੀ ਮਹਾਂਪੁਰਖ ਕਦੀ ਇੱਕ ਚੀਜ਼ ਦੇ ਸੁੱਖ ਦੀ ਗੱਲ ਨਹੀਂ ਕਰਨਗੇ। ਉਹ ਆਪ ਜੁੜੇ ਹੁੰਦੇ ਨੇ ਸਮੁੰਦਰ ਨਾਲ, ਪਰਮਾਤਮਾ ਨਾਲ। ਉਹਨਾਂ ਦੀ ਹਿਰਦੇ ਦੀ ਭਾਵਨਾ ਹੁੰਦੀ ਹੈ ਕਿ ਦੂਜਾ ਵੀ ਜੁੜ ਜਾਏ। ਜਿਹੜੀ ਸ਼ਕਤੀ ਗੁਰੂ ਨੇ ਮੈਨੂੰ ਦਿੱਤੀ ਹੈ, ਜੋ ਬਖਸ਼ਿਸ਼, ਇਹੀ ਬਖਸ਼ਿਸ਼ ਦੂਜੇ ਨੂੰ ਮਿਲ ਜਾਏ। ਉਹ ਲੋਕ ਦੇ ਵੀ ਰੱਖਿਅਕ ਬਣ ਜਾਂਦੇ ਨੇ, ਪਰਲੋਕ ਦੇ ਵੀ ਰੱਖਿਅਕ ਬਣ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਨੇ, ਕਰਮ ਖੰਡ ਕੀ ਬਾਣੀ ਜੋਰ। ਤੇ ਪਰ ਐਸੇ ਮਹਾਂਪੁਰਖਾਂ ਦੇ ਜੀਵਨ ਦੀ ਸ਼ੈਲੀ ਕੈਸੀ ਹੁੰਦੀ ਹੈ? ਉਹ ਕਹਿੰਦੇ ਨੇ, ਖੁਸ਼ ਅਸਤ ਉਮਰ ਕੇ ਦਰ ਯਾਦ ਬੇਗੁਜ਼ਰਤ। ਅਸਲ ਵਿੱਚ ਉਹੀ ਉਮਰਾਂ ਸਫਲੀ ਹੈ, ਉਹੀ ਉਮਰਾਂ ਚੰਗੀ ਹੈ ਜੋ ਪਰਮੇਸ਼ਵਰ ਦੀ ਯਾਦ ਦੇ ਵਿੱਚ ਬੀਤੇ। ਨਹੀਂ ਤਾਂ ਕਹਿਣ ਲੱਗੇ ਵਰਨਾ ਚੇ ਹਾਸਲ ਅਸਤ, ਨਹੀਂ ਤਾਂ ਸੰਸਾਰ ਤੇ ਆਉਣ ਦਾ ਲਾਹਾ ਕੀ, ਫਾਇਦਾ ਕੀ, ਪ੍ਰਾਪਤੀ ਕੀ। ਵਰਨਾ ਚੇ ਹਾਸਲ ਅਸਤ ਅਜ਼ੀ ਗੁੰਬਦ ਕਬੂਤ ਮਰਾ। ਇਸ ਨੀਲੇ ਆਕਾਸ਼ ਦੇ ਥੱਲੇ ਆ ਕੇ ਖਾ ਲਿਆ, ਪੀ ਲਿਆ, ਸੌਂ ਲਿਆ, ਹੱਸ ਲਿਆ, ਰੋ ਲਿਆ, ਦੁਖੀ ਹੋ ਲਏ, ਖੁਸ਼ ਹੋ ਕੇ ਨੱਚਣ ਲੱਗ ਪਏ ਤੇ ਵੈਣ ਪਾਉਣ ਵੇਲੇ ਅੱਖਾਂ ਦੇ ਵਿੱਚ ਘੁਸੁੰਨ ਦੇ ਦੇ ਕੇ ਰੋਣ ਲੱਗ ਪਏ। ਕਹਿਣ ਲੱਗੇ ਭਾਈ, ਜਿਹੜੇ ਕਰਮ ਖੰਡ ਦੇ ਵਾਸੀ ਹੁੰਦੇ ਨੇ ਉਹਨਾਂ ਦਾ ਜੀਵਨ ਪਤਾ ਕਿਹਦਾ ਹੁੰਦਾ ਹੈ? ਉਹਨਾਂ ਦਾ ਜੀਵਨ ਹੁੰਦਾ ਹੈ ਫਿਦਾ ਅਸਤ ਜਾਨੋ ਦਿਲੇ ਮਨ। ਉਹ ਆਪਣੀ ਜਾਨ ਅਤੇ ਦਿਲ ਨੂੰ ਕੁਰਬਾਨ ਕਰ ਦਿੰਦੇ ਹਨ। ਕਿਹਨਾਂ ਦੇ ਅੱਗੇ? ਬਾਖਾ ਕੇ ਮੁਕੱਦਮੇ ਪਾਕ। ਜਿਨ੍ਹਾਂ ਦੇ ਚਰਨ ਪਵਿੱਤਰ ਹੁੰਦੇ ਹਨ, ਜਿਨ੍ਹਾਂ ਦੇ ਚਰਨ ਰੱਬੀ ਮਾਰਗ ਤੇ ਤੁਰੇ ਹੁੰਦੇ ਨੇ, ਜਿਨ੍ਹਾਂ ਦੇ ਚਰਨ ਰੱਬ ਦੇ ਘਰ ਤੱਕ ਪਹੁੰਚ ਚੁੱਕੇ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਦਿਲ ਤੇ ਜਾਨ ਕੁਰਬਾਨ ਕਰ ਦਿੰਦੇ ਹਨ। ਤੇ ਕੁਰਬਾਨ ਕਰਨ ਦਾ ਅਰਥ ਕੀ ਹੁੰਦਾ ਹੈ? ਅਸੀਂ ਭਾਈ ਨੰਦ ਲਾਲ ਜੀ ਨੂੰ ਪੁੱਛੀਏ, ਇਹਦਾ ਕੀ ਅਰਥ ਹੋਇਆ ਜੀ? ਫਿਦਾ ਅਸਤ ਜਾਨੋ ਦਿਲੇ ਮਨ, ਬਾਖਾ ਕੇ ਮੁਕੱਦਮੇ ਪਾਕ। ਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਬਚਨ ਮੰਨਣ ਨੂੰ ਹੀ ਜਾਨ ਕੁਰਬਾਨ ਕਰਨਾ ਕਹਿੰਦੇ ਨੇ। ਹੁਕਮ ਮੰਨਣ ਨੂੰ ਹੀ ਆਪਣਾ ਦਿਲ ਕੁਰਬਾਨ ਕਰਨਾ ਕਹਿੰਦੇ ਨੇ। ਤੇ ਜੇਕਰ ਦਿਲ ਕੁਰਬਾਨ ਨਾ ਕੀਤਾ, ਜਾਨ ਕੁਰਬਾਨ ਨਾ ਕੀਤੀ, ਤੇ ਮਤਲਬ ਸਿਰਫ ਇੱਕ ਹੈ ਕਿ ਅਸੀਂ ਆਪਣੀ ਚਲਾਉਣੀ ਹੈ, ਅਸੀਂ ਆਪਣੀ ਮੰਨਣੀ ਹੈ, ਅਸੀਂ ਗੁਰੂ ਦੀ ਨਹੀਂ ਮੰਨਣੀ। ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ, ਮੇਰੇ ਕੋਲ ਦਿਲ ਸੀ, ਅਸਾਂ ਨੇ ਕੁਰਬਾਨ ਕਰ ਦਿੱਤਾ। ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ ਤੋਂ। ਸਾਡੇ ਕੋਲ ਜਾਨ ਸੀ, ਅਸੀਂ ਉਹ ਵੀ ਕੁਰਬਾਨ ਕਰ ਦਿੱਤੀ। ਕਿੱਥੋਂ ਕੁਰਬਾਨ ਕੀਤੀ? ਕਹਿਣ ਲੱਗੇ, ਜੁੜੇ ਹੋਏ ਮਹਾਂਪੁਰਖਾਂ ਦੀ ਚਰਨ ਧੂੜ ਤੋਂ। ਤੇ ਕਹਿਣ ਲੱਗੇ, ਹਰ ਆਂਖ ਅਸੇ ਕਿ ਬਾਸ ਸੂਵੇ ਤੋਂ ਰਹਿ ਨਮੂਦ ਮਰਾ। ਹੇ ਮੇਰੇ ਮਾਲਕ ਜੀ, ਹੇ ਕਲਗੀਧਰ ਪਾਤਸ਼ਾਹ, ਜੇਕਰ ਕੋਈ ਤੇਰੇ ਵਾਲੇ ਪਾਸੇ ਦਾ ਰਾਹ ਦਿਖਾਵੇ ਕਿ ਇਸ ਮਾਰਗ ਤੇ ਚੱਲ ਕੇ ਗੁਰੂ ਦੀ ਖੁਸ਼ੀ ਮਿਲਦੀ ਹੈ, ਇਸ ਮਾਰਗ ਤੇ ਚੱਲ ਕੇ ਰੱਬ ਦੀ ਪ੍ਰਾਪਤੀ ਹੁੰਦੀ ਹੈ, ਤੇ ਕੋਈ ਵੀ ਬੰਦਾ ਰੱਬੀ ਮਾਰਗ ਦੱਸੇ, ਸਾਡੀ ਜਾਨ ਉਹਦੇ ਚਰਨਾਂ ਤੋਂ ਕੁਰਬਾਨ ਹੈ, ਸਾਡਾ ਦਿਲ ਉਹਦੇ ਚਰਨਾਂ ਦੀ ਖਾਕ ਤੋਂ ਕੁਰਬਾਨ ਹੈ। ਕਿਉਂਕਿ ਜੁੜੇ ਹੋਏ ਦੇ ਨਾਲ ਜੁੜਾਂਗੇ ਤੇ ਜੁੜ ਜਾਵਾਂਗੇ, ਨਹੀਂ ਤੇ ਸਾਰੀ ਦੁਨੀਆ ਟੁੱਟੀ ਪਈ ਆ। ਜੇਕਰ ਜੁੜੇ ਹੋਏ ਦੇ ਪਾਸ ਅਸੀਂ ਬੈਠ ਜਾਈਏ ਤੇ ਕੁਝ ਵੀ ਨਾ ਬੋਲੀਏ ਤਾਂ ਵੀ ਜੁੜ ਜਾਵਾਂਗੇ, ਕਿਉਂਕਿ ਉਹਨਾਂ ਦੇ ਅੰਦਰ ਯਾਦ ਸਿਰਫ ਪਰਮੇਸ਼ਵਰ ਦੀ ਹੈ। ਤੇ ਪਰਮੇਸ਼ਵਰ ਦੀ ਯਾਦ ਦੇ ਵਿੱਚ ਜੇਕਰ ਕੋਈ ਬੈਠਾ ਹੋਵੇ, ਉਹਦੇ ਦਰਸ਼ਨ ਕਰ ਲਵੋ ਤੇ ਅੰਦਰ ਵੈਸੇ ਜੁੜ ਜਾਂਦਾ।
ਮਹਾਰਾਜ ਜੀ ਬਚਨ ਕਰਦੇ ਪਏ ਨੇ ਕਿ ਜਿਸ ਵੇਲੇ ਕੋਈ ਕਰਮਖੰਡ ਦਾ ਵਾਸੀ ਹੁੰਦਾ ਹੈ, ਫਿਰ ਉਹ ਕਹਿੰਦਾ ਹੈ, ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਹੋਵੇ, ਭਾਵੇਂ ਕੋਈ ਹਿੰਦੂ ਹੋਵੇ, ਭਾਵੇਂ ਕੋਈ ਜੈਨੀ ਹੋਵੇ, ਭਾਵੇਂ ਕੋਈ ਸਰੇਵੜਾ ਹੋਵੇ, ਭਾਵੇਂ ਕੋਈ ਮੁਸਲਮਾਨ ਹੋਵੇ, ਕੋਈ ਹੋਵੇ, ਜੁੜਿਆ ਹੋਵੇ, ਕੋਈ ਜਨ ਪਰ ਹੋਵੇ ਜਨ, ਜਿੰਨ ਨਾ ਹੋਵੇ। ਕੋਈ ਜਨ ਹਰਿ ਸਿਉ ਦੇਵੈ ਜੋਰ। ਜੇ ਕੋਈ ਜੋੜ ਦੇਵੇ ਤੇ ਫਿਰ ਭੇਟਾ ਕੀ ਕਰੇਗਾ ਭਾਈ? ਤੇ ਕਹਿਣ ਲੱਗਾ, ਜਗਿਆਸੂ ਹੱਥ ਜੋੜ ਕੇ ਕਹਿੰਦਾ, ਚਰਨ ਗਹੋ, ਮੈਂ ਉਹਦੇ ਚਰਨ ਫੜਾਂਗਾ। ਬਕੋ ਸੁਭ ਰਸਨਾ, ਆਪਣੀ ਰਸਨਾ ਤੋਂ ਦੀ ਸਿਫਤ ਕਰਾਂਗਾ। ਸਿਫਤ ਦਾ ਅਰਥ ਹੁੰਦਾ ਹੈ ਵੀ ਉਹਨੂੰ ਖੁਸ਼ ਕਰਾਂਗਾ, ਉਹਦੀ ਪ੍ਰਸੰਨਤਾ ਹਾਸਲ ਕਰਾਂਗਾ। ਚਰਨ ਗਹੋ ਬਕੋ ਸੁਭ ਰਸਨਾ। ਫਿਰ ਕਹਿਣ ਲੱਗੇ, ਫਿਰ ਮੇਰਾ ਜੀ ਕਰੇਗਾ, ਦੀਜੈ ਪ੍ਰਾਨ ਅਕੋਰ, ਮੈਂ ਆਪਣੇ ਪ੍ਰਾਣ ਸਰੀਰ ਦੇ ਪਿੰਜਰੇ ਚੋਂ ਕੱਢ ਕੇ ਭੇਟਾ ਕਰ ਦਿਆਂਗਾ। ਜੁੜੇ ਹੋਇਆਂ ਦੀ ਸੰਗਤ ਦੇ ਵਿੱਚ ਜਾ ਕੇ ਅਨੁਭਵ ਹੁੰਦਾ ਹੈ ਅਸਲੀ ਜ਼ਿੰਦਗੀ, ਅਸਲੀ ਰੰਗ, ਅਸਲੀ ਲਾਲੀ। ਤਾਂ ਇਹ ਮਾਣਦੇ ਨੇ ਅਸੀਂ ਕੈਸਾ ਝੂਠਾ ਜੀਵਨ ਜਿਉਂਦੇ ਪਏ ਹਾਂ। ਸਾਧੂਆਂ ਕੋਲ ਜਾ ਕੇ ਪਤਾ ਲੱਗਦਾ ਹੈ, ਮਹਾਂਪੁਰਖਾਂ ਕੋਲ ਜਾ ਕੇ ਪਤਾ ਲੱਗਦਾ ਹੈ। ਜਿੰਨਾ ਚਿਰ ਜਾਂਦੇ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਦਾ। ਤੇ ਉਹਨਾਂ ਨੇ ਪ੍ਰਾਪਤੀ ਬਹੁਤ ਮਸ਼ੱਕਤ ਘਾਲ ਕੇ ਕੀਤੀ ਹੁੰਦੀ ਹੈ, ਫਿਰ ਉਹ ਸਾਨੂੰ ਵੀ ਮਸ਼ੱਕਤ ਦਾ ਰੰਗ ਬਖਸ਼ਦੇ ਨੇ। ਤੇ ਮਸ਼ੱਕਤ ਦਾਸ ਬੇਨਤੀ ਕਰਦਾ ਹੁੰਦਾ ਹੈ, ਬਾਹਰ ਦਾ ਕਾਰਜ ਕਰਦੇ ਅੰਦਰ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਪੈਂਦਾ, ਬਸ਼ਰਤੇ ਅਭਿਆਸੀ ਹੋ ਜਾਈਏ। ਹੁਣ ਅਸੀਂ ਦੇਖੋ ਕਾਰ ਚਲਾਉਂਦੇ ਆ ਨਾ ਜੀ, ਅਸੀਂ 5-7 ਬੰਦੇ ਸਾਡੇ ਕਾਰ 'ਚ ਬੈਠੇ ਹੁੰਦੇ ਨੇ ਤੇ ਅਸੀਂ ਉਹਨਾਂ ਨਾਲ ਗੱਲਾਂ ਕਰਦੇ ਰਹੀਦੇ। ਹੱਥ ਵਿੱਚ ਸਟੀਅਰਿੰਗ ਹੈ, ਧਿਆਨ ਰੋਡ ਉੱਤੇ ਵੀ ਹੈ, ਗੱਲਾਂ ਵਿੱਚ ਵੀ ਹੈ। ਅਸੀਂ ਪਾਠ ਕਰਦੇ ਰਹਿੰਦੇ ਹਾਂ, ਸਾਡਾ ਅਭਿਆਸ ਮਹਾਰਾਜ ਜੀ ਨੇ ਬਣਾਇਆ ਹੋਇਆ ਹੈ ਕਿ ਗੱਲਾਂ ਵੀ ਹੋ ਰਹੀਆਂ ਨੇ, ਕਾਰ ਰੀਡਰਾਈਵ ਹੁੰਦੀ ਪਈ ਆ ਤੇ ਅੰਦਰ ਗੁਰੂ ਮਹਾਰਾਜ ਦਾ ਸ਼ਬਦ ਵੀ ਚੱਲ ਰਿਹਾ। ਤੇ ਜੇ ਕਿਤੇ ਕਿਸੇ ਦਾ ਅਭਿਆਸ ਨਾ ਹੋਇਆ ਹੋਵੇ ਕਾਰ ਦਾ, ਤੇ ਉਹ ਬੰਦਾ ਕਹੇਗਾ ਗੱਲਾਂ ਨਾ ਕਰੋ, ਕਿਤੇ ਐਕਸੀਡੈਂਟ ਨਾ ਹੋ ਜਾਏ। ਤੇ ਜਿਹੜੇ ਅਭਿਆਸੀ ਹੁੰਦੇ ਨੇ ਉਹ ਤਾਂ ਕਾਰ ਵਿੱਚ ਜਾਂਦੇ ਜਾਂਦੇ ਚਾਹ ਵੀ ਪੀ ਲੈਂਦੇ ਨੇ, ਕੌਫੀ ਵੀ ਪੀ ਲੈਂਦੇ ਨੇ। ਤੇ ਪੁੱਛੀਏ ਕਿਉਂ ਪੀ ਲੈਂਦੇ ਹੋ? ਉਹ ਭਾਈ ਅਭਿਆਸ ਹੀ ਬਹੁਤ ਹੋ ਚੁੱਕਾ। ਨਵਾਂ ਬੰਦਾ ਉਹਨੇ ਕਹਿਣਾ ਚਾਹ ਕੌਫੀ ਨੂੰ ਬਾਅਦ ਚੋਂ ਅਸੀਂ ਦੇਖ ਲਾਂਗੇ, ਪਰ ਪਹਿਲਾਂ ਅਸੀਂ ਕਾਰ ਵਾਲੇ ਪਾਸੇ ਫੋਕਸ ਕਰ ਲਈਏ। ਫੋਕਸ ਕਰਨ ਤੋਂ ਬਾਅਦ ਅਸੀਂ ਇੱਕ ਸ਼ਬਦ ਦੇਖਦੇ ਹਾਂ, ਪਹਿਲਾਂ ਧਿਆਨ ਜੁੜਦਾ ਹੈ ਫਿਰ ਗਿਆਨ ਮਿਲਦਾ ਹੈ। ਅਸੀਂ ਸੁਣਦੇ ਹਾਂ ਕਿ ਗਿਆਨ ਮਿਲਦਾ ਫਿਰ ਧਿਆਨ ਜੁੜਦਾ, ਨਹੀਂ, ਪਹਿਲਾਂ ਧਿਆਨ ਜੁੜਦਾ ਹੈ ਫਿਰ ਉਹਦਾ ਗਿਆਨ ਮਿਲਦਾ ਹੈ। ਪਹਿਲਾਂ ਅਸੀਂ ਪ੍ਰਪੱਕ ਕਰ ਲੈਂਦੇ ਹਾਂ ਕੋਈ ਵੀ ਚੀਜ਼ ਚਲਾਉਣ ਦੇ ਵਿੱਚ, ਬਾਅਦ ਚੋਂ ਸਾਨੂੰ ਗਿਆਨ ਮਿਲਦਾ ਹੈ ਕਿ ਹੁਣ ਧਿਆਨ ਪ੍ਰਪੱਕ ਹੋ ਗਿਆ, ਕੋਈ ਗੱਲ ਨਹੀਂ, ਹੁਣ ਨਾਲ ਦੀ ਨਾਲ ਗੱਲ ਵੀ ਕਰ ਸਕਦੇ ਹਾਂ। ਧਿਆਨ ਪਹਿਲਾਂ ਹੈ, ਗਿਆਨ ਬਾਅਦ ਚੋਂ ਹੈ। ਗਿਆਨ ਸਿਰਫ ਬ੍ਰਹਮ ਗਿਆਨੀ ਨੂੰ ਮਿਲਦਾ ਹੈ, ਬਾਕੀ ਕਿਸੇ ਨੂੰ ਗਿਆਨ ਨਹੀਂ ਮਿਲਦਾ। ਬਾਕੀ ਜਿੰਨੇ ਵੀ ਗੁਣ ਨੇ ਮਹਾਰਾਜ ਜੀ ਕਹਿੰਦੇ ਨੇ ਇੱਥੇ ਰਹਿ ਜਾਂਦੇ ਨੇ। ਸਿਰਫ ਬ੍ਰਹਮ ਗਿਆਨੀ ਕੋਲ ਸਿਫਤ ਸਲਾਹ ਦਾ ਗੁਣ ਹੈ ਜੋ ਕਿ ਸਰੀਰ ਤਿਆਗਣ ਤੋਂ ਬਾਅਦ ਵੀ ਨਾਲ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਅਭਿਆਸੀ ਹੋ, ਤੇਰੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ, ਬਸ ਤੇਰੇ ਅੰਦਰ ਅਭਿਆਸ ਦੀ ਕਮੀ ਹੈ, ਤੇਰੇ ਅੰਦਰ ਗੁਰੂ ਦੇ ਪ੍ਰਤੀ ਵਿਸ਼ਵਾਸ ਦੀ ਕਮੀ ਹੈ, ਬਾਕੀ ਗੁਰੂ ਨੇ ਤੈਨੂੰ ਸਾਰਾ ਕੁਝ ਦਿੱਤਾ। ਤੇ ਮਹਾਰਾਜ ਜੀ ਬਚਨ ਕਰਦੇ ਨੇ, ਕਰਮ ਖੰਡ ਕੀ ਬਾਣੀ ਜੋਰ, ਫਿਰ ਰਸਨਾ ਦੇ ਵਿੱਚ ਜੋਰ ਆ ਜਾਂਦਾ ਹੈ। ਸੁਦੇ ਸਿੱਧੀ ਬਚਨ ਕੋਈ ਵੀ ਹੋ ਜਾਏ ਪੂਰਾ ਹੋ ਜਾਂਦਾ ਹੈ। ਤਿੱਥੈ ਹੋਰ ਨਾ ਕੋਈ ਹੋਰ। ਉਸ ਕਰਮਖੰਡ ਦੇ ਵਿੱਚ ਪਹੁੰਚ ਕੇ ਫਿਰ ਅਨੁਭਵ ਹੁੰਦਾ ਹੈ, ਉੱਥੇ ਕੋਈ ਵੀ ਖਿਆਲ ਨਹੀਂ ਹੁੰਦਾ। ਮਨੁੱਖ ਅਫੁਰ ਅਵਸਥਾ ਦਾ, ਸੋਨਾ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਫਿਰ ਉਸ ਖੰਡ ਦੇ ਵਿੱਚ ਪਹੁੰਚ ਕੇ ਫਿਰ ਆਤਮਾ ਇੰਜ ਅਨੁਭਵ ਕਰਦੀ ਹੈ ਕਿ ਹੈ ਹੀ ਪਰਮੇਸ਼ਵਰ, ਸੀ ਵੀ ਪਰਮੇਸ਼ਵਰ ਤੇ ਹੋਏਗਾ ਵੀ ਪਰਮੇਸ਼ਵਰ। ਅੰਦਰ ਆਤਮਿਕ ਬਲ, ਮਾਨਸਿਕ ਬਲ, ਵਿਸ਼ਵਾਸ ਦਾ ਬਲ ਇੰਨਾ ਪ੍ਰਬਲ ਹੋ ਜਾਂਦਾ ਹੈ, ਨੇਤਰਾਂ ਦੇ ਨਾਲ ਫਿਰ ਦਿਸਦਾ ਹੈ ਪਰਮੇਸ਼ਵਰ। ਤੇ ਜਿਸ ਵੇਲੇ ਦਿਸਦਾ ਹੈ, ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੁਝ ਕੁ ਉਪਾਧੀਆਂ ਦੇ ਨਾਲ ਸਾਨੂੰ ਨਿਵਾਜਿਆ। ਉਹ ਉਪਾਧੀਆਂ ਦਾ ਆਓ ਆਪਾਂ ਸ਼ਰਵਣ ਕਰਨਾ ਕਰੀਏ। ਕਰਮ ਖੰਡ
ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਤਿਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਮਹਾਰਾਜ ਜੀ ਬਚਨ ਕਰਦੇ ਨੇ, ਜਿਹੜੇ ਕਰਮਖੰਡ ਦੇ ਵਾਸੀ ਬਣਦੇ ਨੇ ਉਹ ਯੋਧੇ ਬਣ ਜਾਂਦੇ ਨੇ, ਉਹ ਮਹਾਬਲੀ ਬਣ ਜਾਂਦੇ ਨੇ। ਦੇਖੋ ਤੇ ਬਲੀ ਸ਼ਬਦ ਨਹੀਂ ਵਰਤਿਆ, ਮਹਾਬਲ, ਮਹਾਬਲ ਤਾਂ ਮਹਾਬਲੀ। ਤੇ ਸੂਰ, ਤੇ ਸੂਰ ਦਾ ਅਰਥ ਹੁੰਦਾ ਸੂਰਮੇ। ਜਦ ਕਿ ਤਿੰਨੇ ਸ਼ਬਦ ਸਿਮਿਲੈਰਿਟੀ ਵਾਲੇ ਨੇ, ਸਿਮਿਲਰਨੈਸ ਤਿੰਨੇ ਸ਼ਬਦ, ਪਰ ਇਹਨਾਂ ਵਿੱਚ ਗਹਿਰਾਈ ਬਹੁਤ ਵੱਡੀ ਹੈ। ਆਪਾਂ ਹੁਣ ਬਹੁਤੇ ਵਿਸਥਾਰ ਵਿੱਚ ਜਾਣਾ ਨਹੀਂ, ਕਿਉਂਕਿ ਇੱਕ ਅੰਗ ਦਾ ਆਪਣਾ ਟਾਰਗੇਟ ਆਉਣ ਵਾਲੇ ਸਮੇਂ ਵਿੱਚ ਹੋਏਗਾ, ਪਰ ਫਿਰ ਵੀ ਆਪਾਂ ਟਿਊਕ ਮਾਤਰ ਦਰਸ਼ਨ ਕਰਦੇ ਹਾਂ। ਇੱਥੇ ਅਰਥ ਹੈ ਤਿੱਥੈ ਜੋਧ। ਜੋਧ ਦਾ ਅਰਥ ਹੁੰਦਾ ਹੈ ਯੋਧੇ, ਤੇ ਯੋਧੇ ਦਾ ਅਰਥ ਹੁੰਦਾ ਹੈ ਐਸਾ ਲੜਾਕੂ, ਐਸਾ ਸੂਰਮਾ ਜੋ ਕਿ ਮੈਦਾਨੇ ਜੰਗ ਦੇ ਵਿੱਚ ਜਾ ਕੇ ਤੇ ਉਹਦੇ ਮਨ ਵਿੱਚ ਖਿਆਲ ਸਿਰਫ ਇਹੀ ਹੁੰਦਾ ਹੈ ਜਾਂ ਤਾਂ ਸ਼ਹੀਦ ਹੋ ਜਾਣਾ ਜਾਂ ਮਾਰ ਜਾਣਾ। ਨਾ ਤੇ ਉਹ ਵੈਰੀ ਦੇ ਨਾਲ ਜਾ ਕੇ ਰਲਦਾ ਤੇ ਨਾ ਹੀ ਉਹ ਗੋਡੇ ਟੇਕਦਾ ਜਾਂ ਸ਼ਹੀਦ ਹੁੰਦਾ ਤੇ ਜਾਂ ਫਿਰ ਜਾ ਕੇ ਵੈਰੀ ਦਲ ਨੂੰ ਖਤਮ ਕਰ ਦਿੰਦਾ। ਤੇ ਯੋਧੇ ਦੀ ਸਭ ਤੋਂ ਵੱਡੀ ਡੈਫੀਨੇਸ਼ਨ ਇਸ ਕਰਕੇ ਮਹਾਰਾਜ ਜੀ ਨੇ ਦਿੱਤੀ, ਕਦੀ ਵੀ ਯੋਧੇ ਮੈਦਾਨੇ ਜੰਗ ਵਿੱਚ ਜਾਂਦੇ ਜਾਂਦੇ, ਮੰਨ ਲਓ ਆਪਾਂ ਸੌਖੇ ਢੰਗ ਨਾਲ ਸਮਝ ਲਈਏ, ਮੰਨ ਲਓ ਕਿ ਮੈਦਾਨੇ ਜੰਗ ਦੇ ਵਿੱਚ ਕੋਈ ਯੋਧਾ ਜਾਵੇ ਮੈਦਾਨੇ ਜੰਗ ਦੇ ਵਿੱਚ, ਤੇ ਮੈਦਾਨੇ ਜੰਗ ਵਿੱਚ ਜਾ ਕੇ 100-150 ਮੀਲ ਦਾ ਉਹਨੇ ਸਫ਼ਰ ਤੈਅ ਕੀਤਾ। ਹੁਣ ਸਾਹਮਣੇ ਦੁਸ਼ਮਣ ਖੜਾ ਹੈ ਤੇ ਉਸੇ ਵੇਲੇ ਆਖੇ ਪਹਿਲਾਂ ਆਪਾਂ ਸੌਂ ਹੀ ਲਈਏ, ਪਹਿਲਾਂ ਆਰਾਮ ਕਰ ਹੀ ਲਈਏ, ਕਿਉਂਕਿ ਜੇ ਸੁੱਤੇ ਨਾ ਤੇ ਫਿਰ ਨੀਂਦ ਆਉਣੀ ਆ ਬਾਅਦ ਚੋਂ ਮੈਦਾਨੇ ਜੰਗ ਦੇ ਵਿੱਚ। ਤੇ ਉਸੇ ਵੇਲੇ ਹੁਣ ਯੋਧਾ ਕੀ ਕਰਦਾ ਹੈ ਕਿ ਤੰਬੂ ਲਾ ਲੈਂਦਾ ਤੇ ਫਿਰ ਉਹ ਮੰਜੀ ਡਾਹ ਕੇ ਤੇ ਫਿਰ ਕਹਿੰਦਾ ਕਿ ਪਹਿਲਾਂ ਨਾ ਪ੍ਰਸ਼ਾਦਾ ਛਕ ਲਈਏ, ਭੁੱਖ ਵੀ ਲੱਗੀ ਹੈ, 150 ਮੀਲ ਤੋਂ ਤੁਰੇ ਆ ਰਹੇ ਆ ਤੇ ਨਾਲ ਨੀਂਦ ਵੀ ਪੂਰੀ ਨਹੀਂ ਹੋਈ ਆਪਣੀ, ਰਾਤ ਨੂੰ ਵੀ ਤੁਰੇ ਆਏ ਆ ਤੇ ਘੋੜੇ ਵੀ ਥੱਕ ਗਏ, ਆਪਾਂ ਵੀ ਥੱਕ ਗਏ ਆ। ਤੇ ਕੋਈ ਗੱਲ ਨਹੀਂ, ਹੁਣ ਨਾ ਥੋੜੇ ਚਿਰ ਬਾਅਦ ਹੀ ਮੈਦਾਨੇ ਜੰਗ ਦੇ ਵਿੱਚ ਵੇਖਾਂਗੇ। ਤੇ ਉੱਥੋਂ ਉਹ ਬੰਦਾ ਕਵੇ ਕਿ ਰੈਸਟ ਇਜ਼ ਬੈਸਟ, ਆਪਾਂ ਹੁਣ ਤੁਹਾਨੂੰ ਬਾਅਦ ਚ ਮਿਲਦੇ ਹਾਂ। ਕੀ ਮੈਦਾਨੇ ਜੰਗ ਤੇ ਕੀ ਸੌਣਾ, ਕੀ ਮੈਦਾਨੇ ਜੰਗ ਤੇ ਕੀ ਉੱਥੇ ਖਾਣਾ ਪੀਣਾ। ਮੈਦਾਨੇ ਜੰਗ ਵਿੱਚ ਜਾਂ ਤਾਂ ਉੱਥੇ ਮਰਿਆ ਜਾਂਦਾ ਹੈ ਜਾਂ ਮਾਰਿਆ ਜਾਂਦਾ ਹੈ। ਜੋ ਸੂਰਾ ਤਿਸ ਹੀ ਹੋਏ ਮਰਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੋਵੇ ਯੋਧਾ ਤੇ ਆਰਾਮ ਲੱਭਦਾ ਫਿਰੇ, ਹੋਵੇ ਯੋਧਾ ਤੇ ਉਹਦੇ ਮਨ ਦੇ ਵਿੱਚ ਇਹ ਤੁਰਿਆ ਆਉਂਦਾ ਫਿਰੇ, ਸੁੱਤੇ ਨਹੀਂ ਰਾਤ ਨੂੰ ਪਤਾ ਨਹੀਂ ਕੀ ਹੋ ਜਾਣਾ। ਜੇ ਨਾ ਸੁੱਤੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਨਾ ਹੀ ਨਾ ਕੱਟ ਦੇਣ ਕਿ ਤੂੰ ਮੇਰਾ ਸਿੱਖ ਹੀ ਨਹੀਂ ਹੈਗਾ। ਜਿੰਨਾ ਚਿਰ ਸਿੱਖ ਦੇ ਮਨ ਦੀ ਕਮਜ਼ੋਰੀ ਇਹ ਰਹੇਗੀ ਨਾ ਕਿ ਸੁੱਤੇ ਨਹੀਂ, ਕਦੀ ਸਿੱਖ ਦੇ ਮਨ ਦੇ ਵਿੱਚ ਇਹ ਨਹੀਂ ਗੱਲ ਰਹਿੰਦੀ। 101 ਪਾਠ ਬਾਬਾ ਦੀਪ ਸਿੰਘ ਜੀ ਕਰਦੇ ਸੀ, ਸੰਤ ਗਿਆਨੀ ਜਰਨੈਲ ਸਿੰਘ ਜੀ 101 ਪਾਠ ਕਰਦੇ ਸੀ। ਆਪਾਂ ਇਕੱਲਾ ਇੱਕ ਦੇ ਨਾਲ ਹੀ ਕੰਮ ਸਾਰੀ ਜਾਂਦੇ ਆ। 100 ਪਾਠ ਆਪਾਂ ਕਰਦੇ ਆ, 100 ਪਾਠ ਆਪਾਂ ਨੂੰ ਕਰਨੇ ਚਾਹੀਦੇ ਆ। 100 ਪਾਠ ਕਿਉਂ ਨਹੀਂ ਹੁੰਦੇ ਪਏ? ਚਲੋ ਉਦਮ ਕਰੀਏ। ਕਦੀ ਵੀ ਸਿੱਖ ਇਸ ਪਾਸੇ ਨਹੀਂ ਤੁਰਦਾ। ਜੇ ਕਿਤੇ ਮੰਨ ਲਓ ਕਿ ਰਾਤ ਨੂੰ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ 'ਚ ਆਪ ਜੀ ਨੂੰ ਪਤਾ ਹੋਏਗਾ 3 ਦਿਨ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ 3 ਦਿਨ ਬਾਅਦ 'ਚੋਂ ਸਿੱਖ ਸੌਂਦੇ ਨਹੀਂ ਸੀ ਹੁੰਦੇ। ਉਹ ਕਹਿੰਦੇ ਹੁੰਦੇ ਸੀ, ਸਿੱਖੋ ਸ਼ਰਮ ਕਰੋ, ਤੁਹਾਡਾ ਗੁਰੂ ਤੱਤੀ ਤਵੀ ਤੇ ਬਹਿ ਗਿਆ, ਤੁਸੀਂ ਆਰਾਮ ਨਾਲ ਤੁਸੀਂ ਲੰਮੇ ਪੈ ਕੇ ਖਾ ਕੇ 1.25 ਮਣ ਆਟਾ ਤੇ ਸੌਂ ਗਏ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਅਮੂਲਾ ਸਿੰਘ ਪਾਖਰਪੁਰੀਆ ਸਾਹਿਬ ਕਿਹਾ ਕਰਦੇ ਸਨ ਕਿ ਸਿੱਖ ਢਿੱਡ ਭਰ ਕੇ ਸੌਂ ਜਾਵੇ ਜੂਨ ਦੇ ਮਹੀਨੇ ਉਹ ਕਾਹਦਾ ਸਿੱਖ। ਸਿੱਖ ਢਿੱਡ ਭਰ ਕੇ ਸੌਂ ਜਾਵੇ ਨਵੰਬਰ ਦੇ ਮਹੀਨੇ ਉਹ ਕਾਹਦਾ ਸਿੱਖ। ਸਿੱਖ ਢਿੱਡ ਭਰ ਕੇ ਸੌਂ ਜਾਵੇ ਦਸੰਬਰ ਦੇ ਮਹੀਨੇ ਉਹ ਕਾਹਦਾ ਸਿੱਖ। ਤੇ ਮੇਰੇ ਵਰਗਾ ਕਹਿੰਦਾ ਆਪਾਂ ਨੂੰ ਤੇ ਬਸ ਢਿੱਡ ਭਰ ਕੇ ਸੌਣਾ ਹੀ ਆਉਂਦਾ ਹੈ, ਸਿੱਖ ਸੁੱਖ ਬਣ ਗਿਆ, ਆਪਾਂ ਕੀ ਕਰਨਾ। ਮੂਲਾ ਸਿੰਘ ਪਾਖਰਪੁਰੀਆ ਸਾਹਿਬ ਬੋਲਦੇ ਬੋਲਦੇ ਕਿਹਾ ਕਰਦੇ ਸਨ ਕਿ ਸਿੱਖ ਨੂੰ ਇਹ 3 ਮਹੀਨੇ ਢਿੱਡ ਭਰ ਕੇ ਪ੍ਰਸ਼ਾਦਾ ਨਹੀਂ ਛਕਣਾ ਚਾਹੀਦਾ। ਤੇ ਫਿਰ ਸੰਗਤ ਵਿੱਚੋਂ ਕੋਈ ਬੋਲਿਆ, ਤੁਸੀਂ 3 ਮਹੀਨੇ ਦੀ ਗੱਲ ਕਰਦੇ ਹੋ, ਕੋਈ ਮਹੀਨਾ ਦੱਸ ਦਿਓ ਜਿਸ ਵੇਲੇ ਸ਼ਹੀਦੀਆਂ ਨਹੀਂ ਹੋਈਆਂ
12 ਮਹੀਨੇ ਲਗਾਤਾਰ ਸ਼ਹੀਦੀਆਂ ਹੋਈਆਂ ਨੇ। ਤੇ ਮੂਲਾ ਸਿੰਘ ਪਾਖਰਪੁਰੀਆ ਸਾਹਿਬ ਕਹਿਣ ਲੱਗੇ ਫਿਰ ਸਿੱਖ ਨੂੰ 12 ਮਹੀਨੇ ਢਿੱਡ ਭਰ ਕੇ ਪ੍ਰਸ਼ਾਦਾ ਨਹੀਂ ਛਕਣਾ ਚਾਹੀਦਾ। 12 ਮਹੀਨੇ। ਤੇ ਆਨੰਦ ਕਾਰਜ ਦੀ ਵੀ ਗੱਲ ਆਉਂਦੀ ਤੇ ਆਖਿਆ ਜਾਂਦਾ ਕਿ ਸ਼ਹੀਦੀ ਮਹੀਨੇ ਨੇ, ਸ਼ਹੀਦੀਆਂ ਵਾਲੇ ਮਹੀਨੇ ਨੇ। ਤੇ ਉਹ ਕਹਿਣ ਲੱਗੇ 12 ਮਹੀਨੇ ਹੀ ਸ਼ਹੀਦੀਆਂ ਹੋਈਆਂ ਨੇ, ਸਿੱਖ ਖੁਸ਼ੀ ਮਨਾਉਂਦਾ ਚੰਗਾ ਹੀ ਨਹੀਂ ਲੱਗਦਾ, ਸਿੱਖ ਨੱਚਦਾ ਟੱਪਦਾ ਚੰਗਾ ਹੀ ਨਹੀਂ ਲੱਗਦਾ ਲੱਚਰ ਗਾਣਿਆਂ ਤੇ, ਕਿਉਂਕਿ 12 ਮਹੀਨੇ ਸ਼ਹੀਦੀਆਂ ਹੋਈਆਂ ਨੇ। ਇਹ ਤੇ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਕਮਾਵੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹੋਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਵੇਖੋ ਆਨੰਦ ਕਾਰਜ ਵਾਲੇ ਸਮੇਂ 'ਚ ਇਹ ਹੁਕਮਨਾਮਾ ਸਾਹਿਬ ਆ ਜਾਏ। ਜਿਹੜਾ ਹੁਕਮਨਾਮਾ ਸਾਹਿਬ ਗੁਰਮੁਖ ਪਿਆਰਾ ਪੜ੍ਹ ਰਿਹਾ ਹੁੰਦਾ ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਕੀ ਪੜ੍ਹਦਾ ਪਿਆ। ਜਿਹੜੇ ਸੁਣ ਰਹੇ ਹੁੰਦੇ ਉਹਨਾਂ ਨੇ ਤਾਂ ਸੁਣਨਾ ਕੀ ਹੁੰਦਾ ਜੀ, ਧਿਆਨ ਤੇ ਹੁੰਦਾ ਹੀ ਨਹੀਂ ਉੱਥੇ। ਤੇ ਜਿਹੜੇ ਦੰਪਤੀ ਸਾਹਮਣੇ ਬੈਠੇ ਨੇ ਤੇ ਉਹਨਾਂ ਨੂੰ ਆਪਣਾ ਵੱਖਰਾ ਵਕਤ ਪਿਆ ਹੁੰਦਾ ਕਿ ਛੇਤੀ ਬਾਬਾ ਸਮਾਪਤ ਕਰੇ ਲਾਵਾਂ ਤੇ ਆਪਾਂ ਘਰ ਚੱਲੀਏ, ਭਾਵ ਕਿ ਥੱਕ ਗਏ ਆ ਜੀ, ਸਾਰੀ ਰਾਤ ਨੀਂਦ ਨਹੀਂ ਮਿਲੀ। ਤੇ ਗੁਰੂ ਮਹਾਰਾਜ ਜੀ ਕਹਿ ਰਹੇ ਨੇ ਕਿ ਖੁਸ਼ੀ ਦੇ ਮੌਕੇ ਵਿੱਚ ਵੀ ਇੰਨੇ ਖੁਸ਼ ਨਾ ਹੋਵੋ ਕਿ ਰੱਬ ਵਿਸਰ ਜਾਏ, ਤੇ ਦੁਖੀ ਦੀ ਹਾਲਤ, ਦੁਖੀ ਅਵਸਥਾ ਦੇ ਵਿੱਚ ਵੀ ਇੰਨੇ ਦੁਖੀ ਨਾ ਹੋਵੋ ਕਿ ਤੁਸੀਂ ਇਹ ਮਹਿਸੂਸ ਕਰੋ ਕਿ ਰੱਬ ਨੇ ਦੁੱਖ ਦਿੱਤਾ ਹੈ। ਦੁਖੀ ਅਵਸਥਾ 'ਚ ਦੁਖੀ ਨਾ ਹੋਣਾ ਤੇ ਸੁਖੀ ਅਵਸਥਾ 'ਚ ਭੰਗੜੇ ਨਾ ਪਾਉਣਾ, ਇਹ ਸਿੱਖ ਦੇ ਅੰਤਰ ਆਤਮੇ ਦੀ ਕਰਮਖੰਡ ਦੀ ਅਵਸਥਾ ਹੈ। ਤੇ ਜੇ ਅਸੀਂ ਕਹੀਏ ਜੀ ਢਿੱਡ ਭਰ ਕੇ ਨਹੀਂ ਸੋਣਾ ਤੇ ਫਿਰ ਕਰਨਾ ਕੀ? ਸਾਡਾ ਹਾਲ ਪਤਾ ਕਿਹਦੇ ਵਰਗਾ ਜੀ? ਮਲੂਕੇ ਚੌਧਰੀ ਵਰਗਾ। ਮਹਾਰਾਜ ਜੀ ਨੇ ਵਚਨ ਕੀਤਾ ਸੀ ਕਿ ਸ਼ਰਾਬ ਛੱਡ ਦੇ, ਤੇ ਸਾਖੀ ਦਾ ਆਪ ਜੀ ਨੂੰ ਪਤਾ ਹੈ। ਬਾਅਦ ਚ ਕਹਿੰਦਾ ਐ ਅੰਗਦ ਤਪੇ, ਐ ਅੰਗਦ ਦੇਵ, ਜੇ ਸ਼ਰਾਬ ਹੀ ਨਹੀਂ ਪੀਣੀ ਫਿਰ ਕਮਾਉਣ ਦਾ ਕੀ ਫਾਇਦਾ? ਜੇ ਸ਼ਰਾਬ ਨਹੀਂ ਪੀਣੀ ਤੇ ਤੂੰ ਕਿ ਅੰਮ੍ਰਿਤ ਵੇਲੇ ਉੱਠ, ਤੇ ਜੇ ਨੀਂਦ ਹੀ ਖਰਾਬ ਕਰਕੇ ਉੱਠਣਾ ਤੇ ਫਿਰ ਧਰਤੀ ਤੇ ਆਉਣ ਦਾ ਕੀ ਫਾਇਦਾ? ਮੌਜਾਂ ਕਰਨ ਵਾਸਤੇ ਆਏ ਆ, ਮੈਂ ਤੇ ਸ਼ਰਾਬ ਇਸੇ ਤਰ੍ਹਾਂ ਪੀਊਂਗਾ। ਆਹ ਦੇਖ ਤੇਰੇ ਸਾਹਮਣੇ ਮੈਂ ਸ਼ਰਾਬ ਫੜੀ ਆ ਤੇ ਇਹ ਮੈਂ ਹੁਣ ਪੀਣ ਲੱਗਾ, ਕਰ ਲੈ ਜੋ ਕਰਨਾ। ਮਹਾਰਾਜ ਜੀ ਨੇ ਉਸ ਵੇਲੇ ਦੇਖਿਆ, ਮਹਾਰਾਜ ਜੀ ਨੇ ਕਿਹਾ ਭਾਈ ਮਿਰਗੀ ਦੇ ਹੁਕਮ ਦੀ ਬੱਜੀ ਸੀ, ਤੂੰ ਹੁਕਮ ਛੱਡਿਆ, ਅਸੀਂ ਮਿਰਗੀ ਛੱਡੀ। ਨਾਲ ਹੀ ਉੱਥੇ ਹਵਾ ਦਾ ਬੁੱਲਾ ਆਇਆ, ਧੜਾਮ ਕਰਕੇ ਡਿੱਗਿਆ, ਨਾਲ ਹੀ ਚੜਾਈ ਕਰ ਗਿਆ। ਇਹ ਸਾਡੇ ਮਨ ਦੀ ਹਾਲਤ ਹੈ ਜੀ। ਅਸੀਂ ਵੀ ਇੰਝ ਹੀ ਕਹਿੰਦੇ ਆ। ਜੇ ਧਰਤੀ ਤੇ ਆਏ ਆ, ਡਾਕਟਰ ਸਾਹਿਬ ਕਹਿੰਦੇ ਆ ਵੀ 8 ਘੰਟੇ ਸੌਣਾ ਜ਼ਰੂਰੀ ਆ। ਡਾਕਟਰ ਤੈਨੂੰ ਸਾਹ ਦੇਸਦਾ ਤੇ ਗੁਰੂ ਤੈਨੂੰ ਕੀ ਦੇਸਦਾ ਆ? ਡਾਕਟਰ ਸਾਹਿਬ ਕਹਿੰਦੇ ਆ ਕਿ ਰੱਜ ਕੇ ਛਕਣਾ ਆ, ਮਾਰਨਿੰਗ ਟਾਈਮ, ਦੁਪਹਿਰ ਦੇ ਟਾਈਮ। ਡਾਕਟਰ ਸਾਹਿਬ ਨੇ ਆਖਿਆ ਸ਼ਰਾਬ ਛੱਡ ਦੇਣੀ, ਡਾਕਟਰ ਸਾਹਿਬ ਨੇ ਆਖਿਆ। ਤੇ ਜੇ ਗੁਰੂ ਦੀ ਗੱਲ ਕਰੇਗਾ, ਡਾਕਟਰ ਨੇ ਮੰਨ ਲਓ ਆਖਿਆ ਤੇ ਅਸੀਂ ਮੰਨ ਲਿਆ ਤੇ ਕੀ ਮਿਲੇਗਾ ਜੀ? ਥੋੜੇ ਜਿਹੇ ਸਰੀਰ ਨੂੰ ਆਰਾਮ ਮਿਲੇਗਾ। ਜੇ ਗੁਰੂ ਦੀ ਗੱਲ ਮੰਨਾਂਗੇ ਤੇ ਗੁਰੂ ਨੇ ਸਾਨੂੰ ਰੱਬ ਹੀ ਮਿਲਾ ਦੇਣਾ। ਪਰ ਸਾਡੇ ਸਾਹਮਣੇ ਡਾਕਟਰ ਸਾਹਿਬ ਜ਼ਿਆਦਾ ਵੱਡੇ ਆ ਨਾ, ਫਿਰ ਆਪਾਂ ਗੁਰੂ ਦੀ ਗੱਲ ਕਾਹਨੂੰ ਮੰਨਣੀ ਆ? ਪਰ ਹਕੀਕਤ ਵਿੱਚ ਦਾਸ ਬੇਨਤੀ ਕਰੇ, ਕਲਗੀਧਰ ਪਾਤਸ਼ਾਹ ਜੀ ਨੇ ਇੱਕ ਪਠਾਨ ਨੂੰ ਆਖਿਆ ਹੈ, ਪਠਾਨ ਅੱਜ 25 ਨਵੰਬਰ ਹੈ। ਤੇ ਪਠਾਨ ਕਹਿਣ ਲੱਗਾ ਹਾਂਜੀ ਦੱਸੋ ਫਿਰ। ਤੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਅੱਜ ਪਿਤਾ ਗੁਰਦੇਵ ਜੀ ਦੀ ਸ਼ਹੀਦੀ, ਕੀ ਤੈਨੂੰ ਪਤਾ ਨਹੀਂ? ਪਠਾਨ ਕਹਿਣ ਲੱਗਾ ਹਾਂਜੀ ਪਤਾ। ਕਹਿਣ ਲੱਗੇ ਫਿਰ ਇਸ ਕਰਕੇ ਤੂੰ ਇੰਨਾ ਜ਼ਿਆਦਾ ਤੂੰ ਮਿਠਾਈ ਵਾਲੀਆਂ ਚੀਜ਼ਾਂ ਲੈ ਕੇ ਛਕ ਲਈਆਂ, ਬਾਹਰੋਂ ਤੂੰ ਮਠਿਆਈ ਲੈ ਕੇ ਆਇਆ, ਤੈਨੂੰ ਪਤਾ ਨਹੀਂ, ਤੂੰ ਤੇ ਖੁਸ਼ੀ ਮਨਾਈ। ਅੱਗੋਂ ਪਠਾਨ ਕਹਿਣ ਲੱਗਾ ਜਿਨ੍ਹਾਂ ਨੇ ਸ਼ਹੀਦ ਹੋਣਾ ਸੀ ਉਹ ਹੋ ਗਏ, ਹੁਣ ਅਸੀਂ ਖਾਣਾ ਪੀਣਾ ਵੀ ਛੱਡ ਦਈਏ। ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦੋਂ ਕਹਿਣ ਲੱਗੇ ਭਾਈ ਸਾਰੀ ਗੱਲ ਪ੍ਰੇਮ ਦੀ ਹੈ, ਸਾਰੀ ਗੱਲ ਪ੍ਰੇਮ ਦੀ ਹੈ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਤੂੰ ਕਿਸੇ ਵੀ ਸਿੱਖ ਨੂੰ ਦੇਖ, ਹਰ ਸਿੱਖ ਗੁਰੂ ਕੀ ਯਾਦ ਦੇ ਵਿੱਚ ਪਾਠ ਕਰ ਰਿਹਾ ਹੈ, ਬੈਰਾਗ ਦੇ ਵਿੱਚ ਹੈ, ਪਰ ਤੈਨੂੰ ਨਹੀਂ ਸਮਝ ਲੱਗੇਗੀ। ਕਿਉਂਕਿ ਜਦੋਂ ਤੂੰ ਗੁਰੂ ਨੂੰ ਆਪਣਾ ਸਮਝੇਗਾ ਫਿਰ ਉਹਦਾ ਦੁੱਖ ਸੁੱਖ ਤੈਨੂੰ ਆਪਣਾ ਮਹਿਸੂਸ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਸਾਡੇ ਘਰ ਦਾ ਕੋਈ ਬੰਦਾ ਚੜ੍ਹਾਈ ਕਰ ਜਾਏ ਤੇ ਸਾਨੂੰ ਦੱਸੋ ਕਿਹੜੀ ਨੀਂਦ ਆਉਂਦੀ ਤੇ ਕਿਹੜੀ ਸਾਨੂੰ ਭੁੱਖ ਲੱਗਦੀ? ਇਹਦਾ ਅਰਥ ਇਹੀ ਕਿ ਅਸੀਂ ਗੁਰੂ ਨੂੰ ਆਪਣਾ ਸਮਝਦੇ, ਗੁਰੂ ਨੂੰ ਸਮਝਦੇ। ਸੱਚੇ ਪਾਤਸ਼ਾਹ ਕਿਰਪਾ ਕਰੇ ਜੀ, ਸਾਨੂੰ ਮੱਤ ਆਵੇ, ਸਾਨੂੰ ਸਮੱਤ ਆਵੇ। ਸਿੱਖ ਨੂੰ ਕਦੀ ਢਿੱਡ ਭਰ ਕੇ ਛਕਣਾ ਨਹੀਂ ਚਾਹੀਦਾ। ਸਿੱਖ ਦਾ ਧਿਆਨ ਇਹ ਹੋਣਾ ਚਾਹੀਦਾ ਕਿ ਜਿੰਨੇ ਕੁ ਪ੍ਰਸ਼ਾਦੇ ਦੇ ਨਾਲ ਸਰੀਰ ਤੁਰਦਾ ਫਿਰਦਾ ਹੋਵੇ ਨਾ,
ਓਨਾ ਛਕਣਾ ਚਾਹੀਦਾ। ਆਪ ਜੀ ਜਾਪਾਨ ਦੇ ਨਾ ਜਿਹੜੇ ਕਾਰੀਗਰ ਨੇ, ਸਾਇੰਟਿਸਟ ਨੇ, ਉਹਨਾਂ ਦੀ ਜੀਵਨ ਸ਼ੈਲੀ ਦੇਖੋ। ਸਭ ਤੋਂ ਵੱਡੀ ਟੈਕਨੋਲੋਜੀ ਜਾਪਾਨ ਦੇ ਵਿੱਚ। ਜਾਪਾਨ ਦੇ ਸਾਇੰਟਿਸਟ ਕਹਿੰਦੇ ਨੇ ਕਿ ਜੇਕਰ ਤੁਸੀਂ ਐਫਰਟ ਕਰਨਾ ਹੈ, ਮਿਹਨਤ ਕਰਨੀ ਹੈ, ਤਾਂ ਰਾਤ ਦਾ ਪ੍ਰਸ਼ਾਦਾ ਛੱਡ ਦਿਓ ਜੇ ਕੁਛ ਕਰਨਾ ਹੈ। ਤੇ ਸਵੇਰੇ ਬ੍ਰੇਕਫਾਸਟ ਹੈਵੀ ਕਰ ਲਓ, ਦੁਪਹਿਰ ਨੂੰ ਸਿਰਫ ਲਿਕੁਇਡ ਫਾਰਮ ਲਓ, ਤੇ ਤੁਹਾਡਾ ਦਿਮਾਗ ਜ਼ਿਆਦਾ ਤੇਜ਼ ਚੱਲੇਗਾ, ਸਰੀਰ ਜ਼ਿਆਦਾ ਫਿੱਟ ਰਹੇਗਾ। ਤੇ ਆਪਣੇ ਗੁਰੂ ਘਰਾਂ ਵਿੱਚ ਵੀ ਇਸੇ ਤਰ੍ਹਾਂ ਸੀ। ਗੁਰੂ ਮਹਾਰਾਜ ਜੀ ਵੇਲੇ ਅੰਮ੍ਰਿਤ ਵੇਲੇ ਕੋਈ ਲਿਕੁਇਡ ਫਾਰਮ ਦੇ ਵਿੱਚ ਸਮੁੰਦਰ ਛਕ ਲਿਆ ਜਾਂ ਕਾੜਾ ਛਕ ਲਿਆ, ਇਹ ਚੀਜ਼ਾਂ ਚੱਲਦੀਆਂ ਸੀ। ਤੇ ਬਾਅਦ ਵਿੱਚ ਫਿਰ 9-10 ਵਜੇ ਦਾ ਪ੍ਰਸ਼ਾਦਾ, ਫਿਰ ਪਰਤ ਕੇ ਮਹਾਰਾਜ ਜੀ ਕਿਹਾ ਕਰਦੇ ਸਨ ਕਿ ਭਾਈ ਤੁਸੀਂ ਲਿਕੁਇਡ ਫਾਰਮ ਤੁਸੀਂ ਛਕ ਲਓ, ਜਿਹਨੇ ਤਪੱਸਿਆ ਕਰਨੀ ਆ, ਬਾਕੀ ਦੇਖ ਲਓ ਲੰਗਰ ਤੇ ਚੱਲਦਾ ਹੀ ਆ। ਤੇ ਜਿਨ੍ਹਾਂ ਨੇ ਤਪੱਸਿਆ ਕਰਨੀ ਹੁੰਦੀ ਸੀ, ਕਦੀ ਵੀ ਸਿੱਖ ਢਿੱਡ ਭਰ ਕੇ ਨਹੀਂ ਸੀ ਛਕਦੇ। ਸਵੇਰੇ ਛਕ ਲਿਆ, ਜੇ ਕਿਸੇ ਨੇ ਬਹੁਤਾ ਹੀ ਛਕਣਾ ਫਿਰ 3 ਵਜੇ ਨਾਲ ਛਕ ਲੈਂਦੇ ਸੀ। ਰਾਤ ਦਾ ਪ੍ਰਸ਼ਾਦਾ ਛਕਦੇ ਹੀ ਨਹੀਂ ਸੀ। ਤੇ ਜੇ ਕਿਸੇ ਨੇ ਛਕਣਾ, ਚਲੋ 4 ਪ੍ਰਸ਼ਾਦੇ ਦੀ ਭੁੱਖ ਛਕ ਲਓ ਜੀ, 2 ਛਕ ਲਓ। ਤੇ ਸਾਨੂੰ ਭੁੱਖ ਤੇ ਹੁੰਦੀ 4 ਦੀ, ਅਸੀਂ ਕਹਿੰਦੇ ਹਾਂ ਚਲੋ ਕੋਈ ਨਹੀਂ, 5 ਪ੍ਰਸ਼ਾਦੇ ਜ਼ਿਆਦਾ ਪਵਿੱਤਰ ਹੁੰਦੇ ਆ, 5 ਛਕ ਲੈਣੇ ਚਾਹੀਦੇ ਆ। ਹਾਂਜੀ, ਤੇ ਜਿੰਨਾ ਚਿਰ ਸਾਡੇ ਢਿੱਡ ਤੇ ਭਾਰ ਨਾ ਪਵੇ, ਸਾਨੂੰ ਨੀਂਦ ਨਾ ਆਵੇ, ਉਹਨਾਂ ਚਿਰ ਸਾਨੂੰ ਲੱਗਦਾ ਹੀ ਨਹੀਂ, ਪਤਾ ਹੀ ਨਹੀਂ ਲੱਗਦਾ ਵੀ ਸੌਣਾ ਵੀ ਚਾਹੀਦਾ ਹੈ। ਕਿਉਂਕਿ ਜੇ ਅੰਦਰ ਤੁੰਨ ਕੇ ਭਰਾਂਗੇ ਪ੍ਰਸ਼ਾਦੇ, ਫੇਰ ਹੀ ਤੇ ਅੱਖਾਂ ਡਿੱਗਣਗੀਆਂ, ਅੱਖਾਂ ਦੇ ਸ਼ਟਰ ਫੇਰ ਹੀ ਡਿੱਗਣਗੇ ਥੱਲੇ, ਫੇਰ ਹੀ ਦਿਮਾਗ ਦੇ ਵਿੱਚੋਂ ਬਲੱਡ ਘਟੇਗਾ, ਆਕਸੀਜਨ ਘਟੇਗੀ, ਫੇਰ ਹੀ ਨੀਂਦ ਰਾਣੀ ਆਏਗੀ, ਫੇਰ ਹੀ ਤੇ ਸਿੱਖ ਜਾ ਕੇ ਮੰਜੀ ਦੇ ਨਾਲ ਗਲਵੱਕੜੀ ਪਾਏਗਾ। ਵੇਖੋ, ਗਲਵੱਕੜੀ ਗੁਰੂ ਦੇ ਸ਼ਬਦ ਨਾਲ ਪਾਉਣੀ ਸੀ, ਸਿੱਖ ਮੰਜੇ ਨੂੰ ਹੀ ਜੱਫੀ ਪਾਈ ਜਾਂਦਾ ਹੈ, ਮੰਜੇ ਨੂੰ ਹੀ ਗਲਵੱਕੜੀ ਪਾਈ ਜਾਂਦਾ। ਵੇਖੋ, ਜਿਸ ਵੇਲੇ ਅਸੀਂ ਸਿਮਰਨ ਅਭਿਆਸ ਵਿੱਚ ਜੁੜਦੇ ਹਾਂ, ਅੰਦਰੋਂ ਸੌਣ ਦਾ ਖਿਆਲ ਵਿਸਰ ਜਾਂਦਾ ਹੈ। ਇੱਥੋਂ ਤੱਕ ਅਭਿਆਸ ਕਰਦੇ ਐਸਾ ਸਮਾਂ ਆ ਜਾਂਦਾ ਹੈ, 2-2 ਹਫ਼ਤੇ ਲੰਘ ਜਾਂਦੇ ਨੇ, ਤੇ ਫਿਰ ਬਾਅਦ 'ਚ ਪਤਾ ਲੱਗਦਾ ਹੈ ਕਿ ਸੁੱਤੇ ਹੀ ਨਹੀਂ ਸੀ 2 ਹਫ਼ਤੇ। ਅੱਛਾ, ਤੇ ਜਦੋਂ ਮਨ ਆ ਕੇ ਕਹਿੰਦਾ ਹੈ ਕਿ ਭਾਈ ਤੂੰ 2 ਹਫ਼ਤੇ ਦਾ ਸੁੱਤਾ ਨਹੀਂ, ਤੂੰ 2 ਹਫ਼ਤੇ ਦਾ ਸੁੱਤਾ ਨਹੀਂ, ਇਹ ਜਿਹੜਾ ਮਨ ਹੈ ਨਾ ਜੀ, ਅਨਕੌਂਸ਼ੀਅਸ ਮਾਈਂਡ, ਇਹ ਸਾਨੂੰ ਕਹਿੰਦਾ, ਅਚੇਤ ਮਨ ਕਹਿੰਦਾ ਤੂੰ ਸੁੱਤਾ ਨਹੀਂ। ਸੁਚੇਤ ਮਨ ਵੀ ਸਾਹਮਣੇ ਖੜਾ ਹੋ ਜਾਂਦਾ ਹੈ, ਤੂੰ ਸੁੱਤਾ ਨਹੀਂ, ਤੂੰ ਸੁੱਤਾ ਨਹੀਂ। ਫਿਰ ਪਰਿਵਾਰ ਦੇ ਜੀਵ ਕਹਿਣ ਲੱਗ ਪਏ ਤੂੰ ਸੁੱਤਾ ਨਹੀਂ, ਸੁੱਤਾ ਨਹੀਂ। ਬੰਦੇ ਨੂੰ ਭਾਵੇਂ ਨੀਂਦ ਨਾ ਵੀ ਆਉਂਦੀ ਹੋਵੇ, ਜਿਹੜਾ ਸਾਡਾ ਚੁਗਿਰਦਾ ਹੈ ਨਾ, ਇਹ ਕਹਿ ਕੇ ਸੁਆ ਦਿੰਦਾ ਹੈ। ਇਸੇ ਕਰਕੇ ਸਾਧੂ ਮਹਾਂਪੁਰਸ਼ਾਂ ਕੋਲ ਜਾਇਆ ਜਾਂਦਾ, ਕਿਉਂਕਿ ਉਹਨਾਂ ਨੇ ਕਹਿਣਾ ਹੀ ਨਹੀਂ ਕਿ ਭਾਈ ਸੌਣਾ ਜ਼ਰੂਰੀ ਆ, ਸੱਚਖੰਡ ਮਿਲਣਾ ਹੀ ਤਾਂ ਹੈ ਜੇ ਤੁਸੀਂ ਸੌਂ ਜਾਓਗੇ। ਹੁਣ ਸਾਧੂ ਜੋ ਆਪ ਨਹੀਂ ਇੰਨਾ ਸੌਂਦਾ, ਉਹਦੇ ਕੋਲ ਰਹਿ ਕੇ ਕੁਦਰਤੀ ਉਹ ਤਾਕਤ ਮਿਲ ਜਾਂਦੀ ਹੈ। ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਭਾਈ ਆਪਣੇ ਬੱਚਿਆਂ ਦੇ ਕੰਨਾਂ 'ਚ ਸ਼ਬਦ ਨਾ ਪਾਇਆ ਕਰੋ, ਸੌਂ ਜਾਓ ਬੇਟਾ ਸਾਰੀ ਰਾਤ ਜਾਗਦਾ ਰਿਹਾ, ਮੇਰੀ ਬੇਟੀ ਸਾਰੀ ਰਾਤ ਜਾਗਦੀ ਰਹੀ ਆ। ਸਾਨੂੰ ਨੀਂਦ ਦੀ ਲੋੜ ਨਹੀਂ ਹੈ। ਸਾਨੂੰ ਮਤਲਬ ਗੁਰੂ ਮਹਾਰਾਜ ਜੀ ਦੇ ਗੁਰਸਿੱਖ ਨੂੰ ਨੀਂਦ ਦੀ ਕੋਈ ਲੋੜ ਨਹੀਂ, ਇਹ ਸੰਸਾਰੀ ਬੰਦੇ ਨੂੰ ਲੋੜ ਹੋਏਗੀ। ਦਾਸ ਸਿਰਫ ਪੜ੍ਹੀ ਸੁਣੀ ਬਾਤ ਨਹੀਂ ਕਰਦਾ ਪਿਆ, ਦਾਸ ਪ੍ਰੈਕਟੀਕਲ ਜੀਵਨ ਦੀ ਗੱਲ ਕਰਦਾ ਪਿਆ ਹੈ। ਜੇਕਰ ਦਾਸ ਦੇ ਜੀਵਨ ਦੇ ਵਿੱਚ ਉਹ ਘਟਿਆ ਹੈ, ਦਾਸ ਉਹ ਬਿਆਨ ਕਰਦਾ ਪਿਆ ਹੈ। ਸੌਣ ਦੀ ਕੋਈ ਲੋੜ ਨਹੀਂ ਹੈ। ਜਿਸ ਵੇਲੇ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਆਤਮਿਕ ਬਲ ਵੱਧਦਾ ਹੈ। ਤੇ ਜੇ ਕਲਗੀਧਰ ਪਾਤਸ਼ਾਹ ਜੀ ਹੇਮਕੁੰਟ ਸਾਹਿਬ ਜੀ ਦੀ ਤਪੱਸਿਆ ਦੇ ਵਿੱਚ ਜੇਕਰ 1 ਯੁੱਗ ਜਾਂ ਫਿਰ 2 ਯੁੱਗ ਜਾਂ ਫਿਰ 3 ਯੁੱਗ ਅਸੀਂ ਕਹਿ ਲਈਏ ਨਹੀਂ ਸੁੱਤੇ, ਤੇ ਇਹਦੇ ਵਿੱਚ ਕੋਈ ਅਚੰਭੇ ਵਾਲੀ ਬਾਤ ਨਹੀਂ। ਆਤਮਿਕ ਸ਼ਕਤੀ ਇੰਨੀ ਕੁ ਪ੍ਰਬਲ ਹੋ ਜਾਂਦੀ ਹੈ, ਨੀਂਦ ਆਉਂਦੀ ਨਹੀਂ ਜੀ। ਦਾਸ ਨੇ ਤੇ 15 ਦਿਨ ਦੀ ਗੱਲ ਤਾਂ ਕੀਤੀ, 100 ਸਾਲ ਦੀ ਨਹੀਂ ਗੱਲ ਕੀਤੀ, ਸਾਡਾ ਹੌਕਾ ਹੀ ਨਾ ਨਿਕਲ ਜੇ। ਹੈ ਇੱਦਾਂ ਵੀ ਹੁੰਦਾ ਹੈ, ਇੱਦਾਂ ਹੀ ਹੁੰਦਾ ਹੈ, ਇੰਝ ਹੀ ਵਰਤਦਾ ਹੈ, ਇੰਝ ਹੀ ਘਟਨਾ ਵਾਪਰਦੀ ਹੈ। ਫਿਰ ਮਨੁੱਖ ਦੀ ਜੋ ਅੰਤਰ ਆਤਮਾ ਹੈ ਇੰਨੀ ਕੁ ਜਾਗਰਤ ਹੋ ਜਾਂਦੀ ਹੈ, ਫਿਰ ਅੰਤਰ ਆਤਮਾ ਨੂੰ ਪਤਾ ਲੱਗਦਾ ਹੈ ਕਿ ਸੌਣਾ ਇੱਕ ਮੌਤ ਦੀ ਨਿਆਈ ਹੈ। ਫਿਰ ਸਰੀਰ ਭਾਵੇਂ ਡਿੱਗੇ, ਫਿਰ ਭਾਵੇਂ ਢਹੇ, ਫਿਰ ਨੀਂਦ ਦਾ ਖਿਆਲ ਹੀ ਨਹੀਂ ਹੁੰਦਾ। ਜਿੰਨਾ ਚਿਰ ਤੁਹਾਨੂੰ ਕਿਸੇ ਚੀਜ਼ ਦਾ ਖਿਆਲ ਨਹੀਂ ਨਾ ਆਏਗਾ,
ਜਿੰਨਾ ਚਿਰ ਤੱਕ ਸਾਡੀ ਆਤਮਾ ਕਮਜ਼ੋਰ ਨਹੀਂ ਹੋਏਗੀ, ਅਸੀਂ ਕਦੀ ਨੀਂਦ ਨੂੰ ਯਾਦ ਨਹੀਂ ਕਰਾਂਗੇ, ਕਦੀ ਯਾਦ ਨਹੀਂ ਕਰਾਂਗੇ। ਪਰ ਇਹਦਾ ਅਰਥ ਇਹ ਨਹੀਂ ਲੈਣਾ ਕਿ ਆਪ ਜੀ ਸਾਰਾ ਦਿਨ ਕੰਮ ਕਰੀ ਗਏ ਤੇ ਰਾਤ ਨੂੰ ਜੇਕਰ ਤੁਸੀਂ ਡਰਾਈਵ ਕਰਨਾ ਤੇ ਤੁਸੀਂ ਕਹੋ ਕਿ ਬਾਬਾ ਜੀ ਨੇ ਕਿਹਾ ਸੀ ਕਿ ਸੌਣਾ ਨਹੀਂ ਤੇ ਆਪਾਂ ਸੌਣਾ ਨਹੀਂ, ਟਰੱਕ ਜਾਂ ਟਰਾਲਾ ਜਾਂ ਫਿਰ ਕਾਰ ਚਲਾਉਂਦੇ ਉੱਥੇ ਸੌਂ ਜਾਈਏ। ਨਹੀਂ, ਸਿਮਰਨ ਦਾ ਅਭਿਆਸ ਕਰਦੇ ਰਹੋ, ਅਵਸਥਾ ਆ ਜਾਂਦੀ ਹੈ ਫਿਰ ਨੀਂਦ ਦਾ ਖਿਆਲ ਖਤਮ ਹੋ ਜਾਂਦਾ ਹੈ। ਜਦੋਂ ਤੁਹਾਡੇ ਮਨ ਦੇ ਵਿੱਚ ਨੀਂਦ ਦਾ ਖਿਆਲ ਖਤਮ ਹੋ ਗਿਆ, ਇਹ ਨੀਂਦ ਨਹੀਂ ਹੁੰਦੀ। ਦੇਖੋ, ਵਾਸ਼ਨਾ ਹੀ ਖਤਮ ਹੋ ਜਾਂਦੀ। ਸਾਰੀ ਸ੍ਰਿਸ਼ਟੀ ਨੂੰ 5 ਵਿਸ਼ੇ ਵਿਕਾਰਾਂ ਨੇ ਜਕੜਿਆ ਹੋਇਆ, ਤੇ ਜਦੋਂ ਕਰਮਖੰਡ ਦੀ ਬਖਸ਼ਿਸ਼ ਵਰਤਦੀ 5 ਵਿਸ਼ੇ ਵਿਕਾਰ ਸਾਥ ਛੱਡ ਜਾਂਦੇ, ਨੀਂਦ ਨਾ ਸਾਥ ਛੱਡੇਗੀ। ਹਾਂਜੀ, ਨੀਂਦ ਨਾ ਸਾਥ ਛੱਡੇਗੀ। ਜਦੋਂ ਅਸੀਂ ਕਹਾਂਗੇ ਇੰਪੋਸੀਬਲ ਹੈ, ਇਹ ਸੰਸਾਰ ਦਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਿਤੇ ਵੀ ਇੰਪੋਸੀਬਲ ਸ਼ਬਦ ਨਹੀਂ ਲਿਖਿਆ। ਗੁਰੂ ਮਹਾਰਾਜ ਜੀ ਦੀ ਡਿਕਸ਼ਨਰੀ ਵਿੱਚ ਕਿਤੇ ਨਹੀਂ ਲਿਖਿਆ। ਇੱਥੋਂ ਤੱਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਬਾ ਮਰਦਾਨਾ ਜੀ ਨੂੰ ਕਹਿੰਦੇ ਨੇ, ਮਰਦਾਨਿਆ ਤੂੰ ਦੀਵਾਨਿਆਂ ਦੀਆਂ ਬਾਤਾਂ ਕਰਦਾ ਹੈ, ਪਾਗਲਾਂ ਵਾਲੀਆਂ ਬਾਤਾਂ ਕਰਦਾ ਹੈ। ਜਿਹੜਾ ਜੁੜ ਜਾਂਦਾ ਹੈ, ਨਾ ਉਸ ਨੂੰ ਪ੍ਰਸ਼ਾਦੇ ਦੀ ਲੋੜ, ਨਾ ਉਸ ਨੂੰ ਪਾਣੀ ਦੀ ਲੋੜ, ਨਾ ਉਸ ਨੂੰ ਨੀਂਦ ਦੀ ਲੋੜ, ਨਾ ਉਸ ਨੂੰ ਕਿਸੇ ਨਾਲ ਬੈਠ ਕੇ ਗੱਲਾਂ ਕਰਨ ਦੀ ਲੋੜ। ਇੱਥੋਂ ਤੱਕ ਉਹਨੂੰ ਸਰੀਰ ਦੀ ਵੀ ਲੋੜ ਨਹੀਂ। 5 ਤੱਤ ਖਿਲਾਰ ਦਿੰਦਾ ਹੈ ਹਵਾਵਾਂ ਦੇ ਵਿੱਚ ਤੇ ਜਿੱਥੇ ਮਰਜ਼ੀ ਪਹੁੰਚ ਜਾਂਦਾ ਹੈ। ਤੇ ਬਾਬਾ ਮਰਦਾਨਾ ਜੀ ਕਹਿੰਦੇ ਨੇ, ਬਾਬਾ ਤੇਰੀਆਂ ਤੂੰ ਹੀ ਜਾਣੇ। ਤੂੰ ਖੁਦਾਏ ਨੂੰ ਦੇਖਿਆ, ਮੈਂ ਤੈਨੂੰ ਦੇਖਿਆ। ਤੂੰ ਖੁਦਾਏ ਦਾ ਡੂਮ, ਮੈਂ ਤੇਰਾ ਡੂਮ। ਬਾਬਾ ਅਸਾਂ ਨੂੰ ਜਿੰਨਾ ਚਿਰ ਇਹ ਰੰਗ ਮਿਲੇ ਨਾ, ਅਸੀਂ ਕੀ ਜਾਣੀਏ ਕਿ ਇਹ ਰੰਗ ਕੀ ਹੁੰਦਾ ਹੈ। ਬਾਬਾ ਅਸਾਂ ਨੂੰ ਵੀ ਰੰਗ ਬਖਸ਼, ਬਾਬਾ ਅਸਾਂ ਨੂੰ ਵੀ ਚਾਓ ਬਖਸ਼, ਬਾਬਾ ਅਸਾਂ ਤੇ ਵੀ ਕਿਰਪਾ ਕਰ। ਤੇ ਮਹਾਰਾਜ ਜੀ ਬਚਨ ਕਰਦੇ ਨੇ, ਮਰਦਾਨਿਆ ਤੂੰ ਭਲੀ ਬਾਤ ਕਹੀ ਸੂ, ਤੇਰੇ ਉੱਤੇ ਖੁਦਾਏ ਮਿਹਰਬਾਨ ਹੈ। ਰੰਗ ਲੱਗੇਗਾ ਤੇ ਆਪ ਜੀ ਨੂੰ ਪਤਾ ਹੋਏਗਾ 1 ਸਾਲ ਨਹੀਂ ਰੰਗ ਲੱਗਾ, 10 ਸਾਲ ਨਹੀਂ ਰੰਗ ਲੱਗਾ, 20 ਸਾਲ ਨਹੀਂ ਰੰਗ ਲੱਗਾ, 30 ਸਾਲ ਨਹੀਂ ਰੰਗ ਲੱਗਾ। ਸੁਣੀਦਾ ਹੈ ਜੀ 40 ਤੋਂ 50 ਸਾਲ ਦੇ ਕਰੀਬ ਸੇਵਾ ਕੀਤੀ, ਅੰਤਲੇ ਸਮੇਂ ਦੇ ਵਿੱਚ ਰੰਗ ਲੱਗਾ। ਤੇ ਬਾਬਾ ਮਰਦਾਨਾ ਜੀ ਕਹਿਣ ਲੱਗੇ, ਬਾਬਾ ਹੁਣ ਦੇਖਿਆ ਪ੍ਰਸ਼ਾਦੇ ਦੀ ਲੋੜ ਨਹੀਂ, ਹੁਣ ਦੇਖਿਆ ਸਾਨੂੰ ਸਵਾਸਾਂ ਦੀ ਵੀ ਲੋੜ ਨਹੀਂ। ਅਸੀਂ ਤੇ ਨਾਮ ਦੇ ਆਸਰੇ ਜਿਵੇਂ ਮਰਜ਼ੀ ਜੀ ਸਕਦੇ ਹਾਂ, ਸਾਨੂੰ ਪ੍ਰਸ਼ਾਦੇ ਦੀ ਵੀ ਲੋੜ ਨਹੀਂ, ਨੀਂਦ ਦੀ ਵੀ ਲੋੜ ਨਹੀਂ। ਹੁਣ ਰੰਗ ਲੱਗਾ। ਸੋ ਸੱਚੇ ਪਾਤਸ਼ਾਹ ਜੀ ਹੱਸ ਕੇ ਮੁਸਕਰਾ ਕੇ ਕਹਿੰਦੇ ਨੇ, ਮਰਦਾਨਿਆ ਫਿਰ ਦੀਵਾਨਿਆਂ ਵਾਲੀਆਂ ਬਾਤਾਂ ਕਰਦਾ ਹੈ। ਰੰਗ ਤੇ ਪਹਿਲਾਂ ਹੀ ਲੱਗਾ ਸੀ, ਤੈਨੂੰ ਹੁਣ ਪਤਾ ਲੱਗਾ। ਅਸਾਂ ਨੇ ਰੰਗ ਤੈਨੂੰ ਪਹਿਲਾਂ ਹੀ ਦਿੱਤਾ ਸੀ, ਪਰ ਹੁਣ ਤੇਰੇ ਨੇਤਰ ਖੁੱਲੇ ਨੇ, ਪਤਾ ਤੈਨੂੰ ਹੁਣ ਲੱਗਾ। ਜਦੋਂ ਦਾ ਤੂੰ ਆਇਆ ਸੀ ਅਸਾਂ ਨੇ ਰੰਗ ਤੈਨੂੰ ਉਦੋਂ ਦੇ ਦਿੱਤਾ ਸੀ। ਸੋ ਇਸ ਕਰਕੇ ਜੇ ਬਾਣੀ 'ਚ ਲਿਖਿਆ ਹੈ ਨਾ ਜੀ, ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਹੈ, ਕਿ हे ਪਰਮੇਸ਼ਵਰ ਸਿਰਫ ਤੇਰਾ ਹੀ ਨਾਮ ਆਧਾਰ ਹੈ। ਤੇ ਫਿਰ ਸਿੱਖ ਡਾਊਟ ਨਾ ਕਰੇ। ਆਧਾਰੇ ਦਾ ਅਰਥ ਪਤਾ ਕੀ ਹੁੰਦਾ ਹੈ? ਪ੍ਰਸ਼ਾਦੇ ਦੀ ਲੋੜ ਨਹੀਂ, ਨੀਂਦ ਦੀ ਲੋੜ ਨਹੀਂ, ਕਿਸੇ ਪ੍ਰਕਾਰ ਦੀ ਗਰਜ ਦੀ ਲੋੜ ਨਹੀਂ। ਅਸੀਂ ਜਦੋਂ ਗੁਰਬਾਣੀ 'ਚ ਬਚਨ ਪੜ੍ਹਦੇ ਹਾਂ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਸ਼ਲੋਕ ਸਹਿਸਕ੍ਰਿਤੀ ਮਹੱਲਾ 5। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਪ੍ਰਸ਼ਾਦੇ ਦੀ ਲੋੜ ਨਹੀਂ। ਸਾਧੂ ਸੰਤਾਂ ਦਾ ਜਿਹੜਾ ਭੋਜਨ ਹੈ ਉਹ ਕੀਰਤਨ ਹੀ ਬਣ ਜਾਂਦਾ ਹੈ, ਉਹ ਸਿਮਰਨ ਹੀ ਬਣ ਜਾਂਦਾ ਹੈ। ਮਹਾਰਾਜ ਜੀ ਤੁਹਾਨੂੰ ਕੀ ਪਤਾ ਡਾਕਟਰ ਕੀ ਕਹਿੰਦੇ ਨੇ? ਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਾ ਕਾ ਸਤਿਗੁਰ ਪੂਰਾ। ਹੁਣ ਅਸੀਂ ਕਹੀਏ ਕਿ ਡਾਕਟਰ ਇਹ ਕਹਿੰਦੇ ਨੇ, ਸਾਇੰਸ ਇਹ ਕਹਿੰਦੀ। ਗੁਰੂ ਮਹਾਰਾਜ ਜੀ ਦੀ ਜੀਵਨ ਸ਼ੈਲੀ ਵਿੱਚ ਕੋਈ ਸਾਇੰਸ ਨਹੀਂ, ਕੋਈ ਡਾਕਟਰ ਨਹੀਂ, ਸੰਸਾਰ ਹੈ ਹੀ ਨਹੀਂ। ਇੱਥੇ ਤੇ ਅਗੰਮੀ ਖੇਡਾਂ ਵਰਤਦੀਆਂ ਜੀ, ਬਸ਼ਰਤੇ ਕੋਈ ਗੁਰੂ ਦਾ ਹੋ ਜਾਵੇ ਸਹੀ। ਗੁਰੂ ਕੋਲ ਤੇ ਹੈ ਹੀ ਅਗੰਮੀ ਸ਼ਕਤੀਆਂ, ਗੁਰੂ ਕੋਲ ਤੇ ਹੈ ਹੀ ਅਗੰਮੀ ਖੇਡਾਂ। ਤੇ ਮਹਾਰਾਜ ਜੀ ਜਦੋਂ ਬਚਨ ਕਰਨਗੇ ਨਾ ਕਿ ਗੁਰੂ ਦਾ ਨਾਮ ਹੀ ਮੇਰਾ ਆਸਰਾ, ਗੁਰੂ ਕਾ ਨਾਮ ਹੀ ਮੇਰਾ ਆਧਾਰਾ ਹੈ,
ਤੇ ਸਾਨੂੰ ਉਸ ਵੇਲੇ ਮੰਨ ਲੈਣਾ ਚਾਹੀਦਾ ਕਿ ਗੁਰੂ ਮਹਾਰਾਜ ਜੋ ਕਹਿ ਰਹੇ ਨੇ ਸੱਚ ਕਹਿ ਰਹੇ ਨੇ। ਗੁਰੂ ਮਹਾਰਾਜ ਜੋ ਕਹਿ ਰਹੇ ਨੇ ਸੱਚ ਕਹਿ ਰਹੇ ਨੇ। ਤੇ ਅਸੀਂ ਦੇਖਦੇ ਵੀ ਹਾਂ ਜੀ, ਆਪ ਜੀ ਨਾ ਹੁਣੇ ਇਸ ਸਮੇਂ ਵਿੱਚ ਬਹੁਤ ਸਾਰੇ ਐਸੇ ਮਹਾਂਪੁਰਖ ਨੇ ਜੋ ਕਿ ਸੌਂਦੇ ਹੀ ਨਹੀਂ। ਸੰਤ ਬਾਬਾ ਹਰਚਰਨ ਸਿੰਘ ਜੀ ਰਮਦਾਸਪੁਰ ਵਾਲੇ ਸੌਂਦੇ ਹੀ ਨਹੀਂ, ਉਹ ਕੁਛ ਛਕਦੇ ਹੀ ਨਹੀਂ। ਜੇ ਉਹਨਾਂ ਨੇ ਇੱਕ ਬੁਰਕੀ ਛਕੀ ਨਾਲ ਹੀ ਵੋਮਿਟਿੰਗ ਕਰ ਦਿੰਦੇ। 9 ਮਹੀਨੇ ਉਹ ਮੰਜੇ ਦੇ ਉੱਤੇ ਲੰਮੇ ਪਏ। ਕੋਈ ਆ ਕੇ ਬੀਪੀ ਚੈੱਕ ਕਰਦਾ ਫਿਰਦਾ, ਬਲੱਡ ਪ੍ਰੈਸ਼ਰ, ਕੋਈ ਆ ਕੇ ਬਲੱਡ HP ਚੈੱਕ ਕਰਦਾ ਫਿਰਦਾ, ਕੋਈ ਕੁਛ ਚੈੱਕ ਕਰਦਾ ਫਿਰਦਾ, ਕੋਈ ਕੁਛ ਚੈੱਕ ਕਰਦਾ ਫਿਰਦਾ। ਮਹਾਂਪੁਰਖ ਆਪਣੇ ਰੰਗ ਦੇ ਵਿੱਚ। ਤੇ ਸਾਰੇ ਕਹਿਣ ਲੱਗੇ ਇਹਨਾਂ ਨੇ ਜੁੜ ਜਾਣਾ, ਇੰਨੇ ਮਹੀਨੇ ਹੋ ਗਏ। ਜਦੋਂ ਉਹਨਾਂ ਨੇ ਵੇਖਿਆ ਕਿ 9 ਮਹੀਨੇ ਬਾਅਦ ਉੱਠ ਕੇ ਇਸ਼ਨਾਨ ਕੀਤਾ, ਕਹਿੰਦੇ ਨਿਤਨੇਮ ਵਿਸਰ ਗਿਆ ਸੀ। 9 ਮਹੀਨੇ ਅਸੀਂ ਮੰਡਲਾਂ ਵਿੱਚ ਹੀ ਰਹੇ ਹਾਂ, ਉੱਪਰਲੇ ਮੰਡਲਾਂ 'ਚ, ਜਿਨ੍ਹਾਂ ਮੰਡਲਾਂ ਦੀ ਅਸੀਂ ਆਪਸ ਵਿੱਚ ਵਿਚਾਰ ਕਰਦੇ ਪਏ ਹਾਂ। ਉਹਨਾਂ ਨੇ ਫਿਰ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਨਿਤਨੇਮ ਸ਼ੁਰੂ ਕੀਤਾ ਕਿ ਇੰਨੇ ਮਹੀਨੇ ਸਾਡਾ ਨਿਤਨੇਮ ਰਹਿੰਦਾ। ਹੁਣ ਬ੍ਰਹਮਲੀਨ ਅਵਸਥਾ ਹੈ ਤੇ ਨਿਤਨੇਮ ਗੁਟਕਾ ਸਾਹਿਬ ਫੜ ਕੇ ਕਰਦੇ ਨੇ। ਉਹ ਸਿਰਫ ਇਸ ਕਰਕੇ ਕਿ ਸਾਡੇ ਵਰਗਿਆਂ ਨੂੰ ਸਮਝ ਪਵੇ, ਸਾਨੂੰ ਤੇ ਹੁਣ ਅਗੰਮੀ ਮੰਡਲਾਂ ਦੀ ਸੋਝੀ ਕੋਈ ਨਹੀਂ ਨਾ। ਅਸੀਂ ਤੇ ਉਹੀ ਮੰਨਣਾ ਜਿਹੜੀ ਚੀਜ਼ ਨੂੰ ਅਸੀਂ ਅੱਖਾਂ ਨਾਲ ਦੇਖਾਂਗੇ। ਅੱਛਾ ਬਾਬਾ ਜੀ ਨੇ ਗੁਟਕਾ ਸਾਹਿਬ ਫੜ ਲਿਆ, ਸਾਨੂੰ ਵੀ ਫੜਨਾ ਚਾਹੀਦਾ। ਅੱਛਾ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ, ਸਾਨੂੰ ਵੀ ਕਰਨਾ ਚਾਹੀਦਾ। ਬਾਬਾ ਜੀ ਨੂੰ ਵੇਖ ਕੇ ਬੰਦਾ ਸਿੱਖਦਾ ਹੈ, ਕਲਗੀਧਰ ਪਾਤਸ਼ਾਹ ਨੂੰ ਵੇਖ ਕੇ ਕੁਝ ਨਹੀਂ ਸਿੱਖਦਾ। ਜਦ ਮਹਾਰਾਜ ਜੀ ਨੇ ਵਚਨ ਕਰਤਾ, ਸਾਨੂੰ ਤੇ ਕਿਸੇ ਦੇ ਪ੍ਰਮਾਣ ਦੀ ਲੋੜ ਹੀ ਨਹੀਂ ਹੈ। ਤੇ ਬਾਬਾ ਜੀ ਨੇ ਜੇ ਫੜਿਆ ਉਹਦਾ ਸਾਨੂੰ ਜ਼ਿਆਦਾ ਭਰੋਸਾ ਹੁੰਦਾ। ਤੇ ਜੇ ਕਲਗੀਧਰ ਪਾਤਸ਼ਾਹ ਜੀ ਦੇ ਵਚਨਾਂ ਤੇ ਭਰੋਸਾ ਕੀਤਾ, ਹੁਣ ਨੂੰ ਤੂੰ ਨਾ ਬਾਬਾ ਬਣਿਆ ਹੁੰਦਾ, ਹੁਣ ਨੂੰ ਤੂੰ ਨਾ ਮਹਾਂਪੁਰਖ ਬਣਿਆ ਹੁੰਦਾ। ਇਸ ਕਰਕੇ ਗੁਰੂ ਮਹਾਰਾਜ ਜੀ ਦਾ ਵਚਨ ਸਭ ਤੋਂ ਵੱਡਾ ਹੈ। ਮਹਾਂਪੁਰਖ ਸਤਿਕਾਰਯੋਗ ਹਨ, ਮਹਾਂਪੁਰਖ ਧਨਤਾਯੋਗ ਹਨ, ਮਹਾਂਪੁਰਖ ਵੱਡੀ ਹਸਤੀ ਨੇ। ਗੁਰੂ ਤੋਂ ਬਾਅਦ ਮਹਾਂਪੁਰਖਾਂ ਦਾ ਹੀ ਨੰਬਰ ਆਉਂਦਾ ਹੈ। ਪਰ ਗੁਰੂ ਤੋਂ ਬਾਅਦ ਤੇ ਜੇ ਪਹਿਲਾਂ ਹੀ ਗੁਰੂ ਮਹਾਰਾਜ ਜੀ ਦਾ ਵਚਨ ਮੰਨ ਲਈਏ, ਫਿਰ ਮਹਾਂਪੁਰਖ ਸਹਾਈ ਹੁੰਦੇ ਨੇ, ਮਹਾਂਪੁਰਖਾਂ ਦੀਆਂ ਅਸੀਸਾਂ ਮਿਲਦੀਆਂ ਨੇ। ਤੇ ਅਸੀਂ ਅਭਿਆਸ ਕਰਦੇ ਹਾਂ ਕਾਹਦਾ? ਪ੍ਰਸ਼ਾਦੇ ਛਕਣ ਦਾ ਸਾਨੂੰ ਵੈਸੇ ਬੜਾ ਅਭਿਆਸ ਹੈ ਜੀ, ਉਹਦੇ ਤੇ ਅਭਿਆਸ ਦੀ ਲੋੜ ਹੀ ਨਹੀਂ। ਸਾਨੂੰ ਹਰ ਚੀਜ਼ ਦਾ ਅਭਿਆਸ ਹੈ। ਜਿਹੜੀ ਚੀਜ਼ ਦਾ ਅਭਿਆਸ ਨਹੀਂ, ਅਸੀਂ ਉਹਦਾ ਅਭਿਆਸ ਕਰੀਏ। ਸਮਾਂ ਬੜਾ ਤੇਜ਼ੀ ਨਾਲ ਲੰਘਦਾ ਪਿਆ। ਜਦੋਂ ਆਪ ਜੀ ਦੀ ਜਾਗ ਖੁੱਲੇਗੀ ਤੇ ਆਪ ਜੀ ਇਹ ਮਹਿਸੂਸ ਕਰੋਗੇ ਕਿ ਅਸੀਂ ਤਾਂ ਇੰਨੇ ਤੇਜ਼ੀ ਨਾਲ ਜੋ ਸਵਾਸ ਆ ਰਹੇ ਨੇ ਵਿਅਰਥ ਹੀ ਗਵਾ ਛੱਡੇ, ਹੁਣ ਸਾਂਭ ਲਈਏ। ਇਹ ਕਰਮ ਖੰਡ ਤੇ ਪਹੁੰਚ ਕੇ ਪਤਾ ਲੱਗਦਾ। ਮਹਾਰਾਜ ਜੀ ਕਹਿੰਦੇ ਨੇ ਤਿੱਥੈ ਜੋਧ। ਯੋਧਾ ਹਮੇਸ਼ਾ ਸਤਰਕ ਰਹਿੰਦਾ ਹੈ। ਯੋਧਾ ਹਮੇਸ਼ਾ ਇਹ ਸੋਚਦਾ ਹੈ ਕਿ ਘਰ ਛੱਡ ਕੇ ਆਏ ਆ, ਜਾਂ ਮਰ ਜਾਣਾ ਜਾਂ ਮਾਰ ਦੇਣਾ। ਇਸੇ ਤਰ੍ਹਾਂ ਗੁਰਸਿੱਖ ਸਿਮਰਨ ਅਭਿਆਸ ਕਰਦਾ, ਹਰ ਦਮ ਇੰਝ ਹੀ ਮਹਿਸੂਸ ਕਰਦਾ ਕਿ ਜੋ ਸੰਸਾਰ ਦੇ ਵਿੱਚ ਮੇਰਾ ਪਰਿਵਾਰ ਹੈ, ਫਰਜ਼ ਨਿਭਾਉਣੇ ਨੇ, ਪਰ ਨਾਲ ਦੀ ਨਾਲ ਗੁਰੂ ਨੇ ਜੋ ਹੁਕਮ ਕੀਤਾ ਸਿਮਰਨ ਅਭਿਆਸ ਕਰਨਾ ਹੈ। ਧਿਆਨ ਇੱਕ ਯੋਧੇ ਦੀ ਤਰ੍ਹਾਂ ਰੱਖਦਾ ਹੈ। ਕੀ ਮੈਦਾਨੇ ਜੰਗ ਤੇ ਕੀ ਤੰਬੂ ਤਾਣ ਕੇ ਤੇ ਸੌਂ ਜਾਣਾ। ਅੱਗੇ ਸ਼ਬਦ ਹੈ ਮਹਾਬਲ। ਹੈ ਯੋਧਾ ਤੇ ਨਾਲ ਮਹਾਬਲੀ ਵੀ ਹੈ। ਮਹਾਬਲੀ ਦਾ ਅਰਥ ਇਹ ਹੈ ਕਿ ਮੇਰੇ ਕੋਲ ਜਿਹੜਾ ਬਲ ਹੈ, ਇਹਦੇ ਨਾਲ ਮੈਂ ਦੂਜਿਆਂ ਨੂੰ ਸਰ ਕਰ ਲੈਣਾ, ਮੈਂ ਮੈਦਾਨੇ ਜੰਗ ਵਿੱਚ ਫਤਿਹ ਹਾਸਲ ਕਰ ਲੈਣੀ। ਅੱਗੇ ਸ਼ਬਦ ਵਰਤਿਆ ਸੂਰ। ਸੂਰ ਕਹਿੰਦੇ ਜੀ ਸੂਰਮੇ ਨੂੰ। ਸੂਰਮੇ ਦਾ ਅਰਥ ਜੋ ਕਿਸੇ ਤੋਂ ਨਹੀਂ ਡਰਦਾ। ਉਹ ਮੌਤ ਨੂੰ ਲਾੜੀ ਸਮਝ ਕੇ ਇਹ ਮਹਿਸੂਸ ਕਰਦਾ ਹੈ ਕਿ ਆਪਾਂ ਸ਼ਹੀਦ ਹੋ ਹੀ ਜਾਣਾ ਜਾਂ ਸ਼ਹੀਦ ਕਰ ਦੇਣਾ। ਉਹਦੇ ਮਨ ਦੇ ਵਿੱਚ ਉੱਕਾ ਵੀ ਡਰ ਨਹੀਂ ਹੁੰਦਾ। ਇਸੇ ਤਰ੍ਹਾਂ ਸਿਮਰਨ ਅਭਿਆਸੀ ਨੂੰ ਇੱਕੋ ਗੱਲ ਦਾ ਪਤਾ ਹੁੰਦਾ ਕਿ ਇਹ ਸਵਾਸ ਹੈ, ਪਤਾ ਨਹੀਂ ਅਗਲਾ ਆਉਣਾ ਕਿ ਨਹੀਂ। ਇਸ ਕਰਕੇ ਸਿਮਰਨ ਅਭਿਆਸ ਕਰ ਲਈਏ। ਜੇ ਸਮਾਂ ਮਿਲਦਾ ਤੇ ਨਿਤਨੇਮ ਕਰ ਲਈਏ, ਜੇ ਸਮਾਂ ਮਿਲਦਾ ਤੇ ਅਸੀਂ ਸੰਥਿਆ ਕਰ ਲਈਏ। ਸਾਡੇ ਕੋਲ ਤੇ ਸਮਾਂ ਹੀ ਸਮਾਂ ਹੈ ਜੀ। ਮਹਾਰਾਜ ਜੀ ਵਚਨ ਕਰਦੇ ਨੇ ਤਿੱਥੈ ਜੋਧ ਮਹਾਬਲ ਸੂਰ। ਭਾਈ ਉੱਥੇ ਵੱਡੇ ਵੱਡੇ ਯੋਧੇ ਕਰਮਖੰਡ ਦੇ ਵਾਸੀ ਹੁੰਦੇ ਨੇ, ਬੜੇ ਮਹਾਬਲੀ ਹੁੰਦੇ ਨੇ। ਮਹਾਬਲੀ ਕਿਉਂ ਹੁੰਦੇ ਨੇ? ਕਿਉਂਕਿ ਧਰਮਖੰਡ, ਗਿਆਨਖੰਡ ਤੇ ਸਰਮਖੰਡ ਦੀ ਸਾਰੀ ਤਾਕਤ ਹੁਣ ਉਹਨਾਂ ਵਿੱਚ ਵਰਤ ਰਹੀ ਹੈ। ਤੇ ਕਹਿੰਦੇ ਨੇ ਹੈ ਤੂੰ ਵੀ ਸੂਰਮਾ, ਪਰ ਮੈਦਾਨੇ ਜੰਗ ਦੇ ਵਿੱਚ ਸੁੱਤਾ ਪਿਆ ਹੈ, ਬੜੀ ਗਹਿਰੀ ਨਿੰਦਰਾ ਵਿੱਚ ਹੈ ਸੂਰਮਾ। ਤੇਰੇ ਵੱਲ ਕੋਈ ਸ਼ਸਤਰ ਲੈ ਕੇ ਆ ਰਿਹਾ ਹੈ,
ਜਿਸ ਤਰ੍ਹਾਂ 5 ਵਿਸ਼ੇ ਵਿਕਾਰਾਂ ਦੀਆਂ 25 ਪ੍ਰਕਿਰਤੀਆਂ ਅੱਗੇ ਜਾ ਜਾ ਕੇ 75 ਬਣ ਜਾਂਦੀਆਂ। ਇੰਜ ਮਹਿਸੂਸ ਕਰੋ ਕੋਈ ਯੋਧਾ ਪ੍ਰਸ਼ਾਦਾ ਛਕਦਾ ਪਿਆ ਤੇ ਨਾਲ ਹੀ 75 ਬੰਦੇ ਆ ਕੇ 75% ਆ ਕੇ ਤਲਵਾਰਾਂ ਦੋਵਾਂ ਹੱਥਾਂ ਵਿੱਚ ਫੜੀਆਂ ਹਰ ਪਰਸਨ ਨੇ, ਉਹ ਮਾਰਨ ਵਾਸਤੇ ਤਿਆਰ ਖੜੇ ਨੇ। ਤੇ ਜਿਹੜਾ ਯੋਧਾ ਆ ਪ੍ਰਸ਼ਾਦਾ ਛਕ ਕੇ ਤਾਂ ਅੱਗੋਂ ਕਵੇ ਪਲੀਜ਼ ਵੇਟ, ਮੈਂ ਅਜੇ ਆਰਾਮ ਕਰਨਾ ਹੈ, ਸੌਣ ਤੋਂ ਬਾਅਦ ਆਪਾਂ ਲੜਾਂਗੇ ਆਪਸ 'ਚ, ਅਜੇ ਨਹੀਂ ਮੇਰਾ ਜੀਅ ਕਰਦਾ, ਅਜੇ ਮੂਡ ਨਹੀਂ, ਅਜੇ ਯਾਰਕਿਆਂ ਦਾ ਮੂਡ ਸੌਣ ਦਾ ਹੈ, ਅਜੇ ਅਸੀਂ ਸੌਣਾ ਹੈ। ਫਿਰ ਭਾਈ ਉਹ ਸੂਰਮਾ ਨਹੀਂ ਹੈ, ਫਿਰ ਉਹ ਯੋਧਾ ਨਹੀਂ, ਉਹ ਤੇ ਹਾਰਿਆ ਹੋਇਆ ਬੰਦਾ ਹੈ। ਜਿਹਨੂੰ ਆਪਣੇ ਜੀਵਨ ਦੇ ਲਕਸ਼ ਦੀ ਹੀ ਸਮਝ ਨਹੀਂ, ਜਿਹਨੂੰ ਆਪਣੇ ਜੀਵਨ ਦੇ ਟਾਰਗੇਟ ਦੀ ਹੀ ਸਮਝ ਨਹੀਂ, ਉਹਦੇ ਹਾਰਿਆ ਹੋਇਆ ਬੰਦਾ, ਉਹਨੂੰ ਯੋਧਾ ਨਹੀਂ ਕਹਿਣ ਦੀ ਲੋੜ। ਉਹਦੇ ਉੱਤੇ ਤਰਸ ਕਰਕੇ ਤੇ ਮਹਾਰਾਜ ਨੂੰ ਕਹਿਣਾ ਚਾਹੀਦਾ, ਮਹਾਰਾਜ ਜੀ ਇਹਦੇ ਉੱਤੇ ਵੀ ਭੋਰਾ ਕੋ ਕਿਰਪਾ ਕਰਦੇ ਹੋ, ਇਹ ਵੀ ਥੋੜਾ ਬਹੁਤਾ ਨੀਂਦ ਨੂੰ ਤਿਆਗਣ ਯੋਗ ਹੋਵੇ। ਜਿਹੜਾ ਗੁਰਸਿੱਖ ਆ ਉਹ ਤੇ ਦੂਜੇ ਦੇ ਭਲੇ ਦੀ ਖਾਤਰ ਆਪਣੇ ਸਰੀਰ ਨੂੰ ਤਿਆਗ ਦਿੰਦਾ ਆ, ਤੇ ਸਾਡੇ ਕੋਲੋਂ ਨੀਂਦ ਨਹੀਂ ਤਿਆਗੀ ਜਾਂਦੀ। ਗੁਰੂ ਮਹਾਰਾਜ ਜੀ ਆਪਣਾ ਆਪ ਕੁਰਬਾਨ ਕਰ ਦਿੰਦੇ ਆ। ਤੇ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਕਹਿੰਦੇ ਅੱਛਾ ਜੀ ਮੈਨੂੰ ਜਾਣਾ ਪੈਣਾ ਉੱਥੇ ਜਾ ਕੇ ਤੇ ਚੌਂਕ ਵਿੱਚ ਬਹਿਣਾ ਪੈਣਾ, ਨਹੀਂ ਨਹੀਂ ਆਪਾਂ ਘਰੇ ਠੀਕ ਆ, ਆਪਾਂ ਤੇ ਚੰਗੇ ਭਲੇ ਆਰਾਮ ਕਰੀਦਾ ਤੇ ਆਪਾਂ ਉਪਦੇਸ਼ ਦੇਈਦਾ, ਸਾਨੂੰ ਕੀ ਲੋੜ ਆ। ਪਰ ਗੁਰੂ ਸਾਡਾ ਹੈ ਹੀ ਐਸਾ, ਆਪਣਾ ਆਪ ਕੁਰਬਾਨ ਕਰਦਾ ਹੈ, ਤੇ ਸਿੱਖ ਵੀ ਐਸਾ ਹੀ ਹੈ। ਪਰ ਗੁਰ ਸਿੱਖ ਹੋਵੇ ਤਾਂ ਹੀ ਕਰੇਗਾ ਨਾ, ਤਾਂ ਹੀ ਕਰੇਗਾ। ਆਪ ਜੀ ਅਭਿਆਸ ਕਰਕੇ ਦੇਖਿਓ, ਮਨ ਨੂੰ ਆਦੇਸ਼ ਦਿਓ, ਮਨ ਨੂੰ ਨਿਰਦੇਸ਼ ਦਿਓ, ਸੌਣ ਦੀ ਨਹੀਂ ਲੋੜ ਨਹੀਂ ਹੈ। ਨੀਂਦ ਕੋਈ ਏਡੀ ਖਾਸ ਨਹੀਂ ਚੀਜ਼ ਹੁੰਦੀ, ਤੇ ਰਾਤ ਦਾ ਪ੍ਰਸ਼ਾਦਾ ਘਟਾ ਦਿਓ। ਜੇ ਘਟਾ ਦੇਵਾਂਗੇ ਨਾ, ਸਰੀਰ ਵੀ ਬਚ ਜਾਏਗਾ ਤੇ ਸਾਡੀ ਸੁਰਤ ਆਤਮਾ ਵੀ ਬਚ ਜਾਏਗੀ। ਜਿੰਨਾ ਅਸੀਂ ਪ੍ਰਸ਼ਾਦਾ ਛਕਦੇ ਹਾਂ ਓਨੇ ਹੀ ਅਸੀਂ ਵਿਸ਼ੇ ਵਿਕਾਰੀ ਵੀ ਹੁੰਦੇ ਹਾਂ। ਥੋੜਾ ਛਕ ਲਓ। ਜਿਵੇਂ ਸਾਡੇ ਬੜੇ ਬੜੇ ਮਹਾਬਲੀ ਸੂਰਮੇ ਨੇ, ਕਹਿੰਦੇ ਨੇ ਕਿ ਕਿਸੇ ਗੁਰਮੁਖ ਪਿਆਰੇ ਨੇ ਪ੍ਰਸ਼ਾਦਾ ਛਕਿਆ ਤੇ ਡਾਕਟਰ ਕੋਲ ਪਹੁੰਚ ਗਿਆ, ਕਹਿਣ ਲੱਗਾ ਵੀ 1 ਕੁਇੰਟਲ ਤੇ 10 ਕਿਲੋ ਭਾਰ ਆ ਤੇ ਤੁਸੀਂ ਕਿਰਪਾ ਕਰੋ। ਤੇ ਅੱਗੋਂ ਡਾਕਟਰ ਕਹਿੰਦਾ ਕਿੰਨੇ ਪ੍ਰਸ਼ਾਦੇ ਛਕਦੇ? ਕਹਿੰਦਾ ਵੀ ਛਕ ਹੀ ਲੈਣਾ ਜੀ, ਪਰਮਾਤਮਾ ਦੀ ਕਿਰਪਾ ਨਾਲ 9-10। ਅੱਗੋਂ ਕਹਿਣ ਲੱਗਾ ਕਿ ਕੰਮ ਕਰੀ, ਤੂੰ ਪ੍ਰਸ਼ਾਦੇ ਘਟਾ ਕੇ ਨਾ ਤੇ 6 ਕਰ ਦੇ। 6 ਕੀਤੇ ਜੀ ਪ੍ਰਸ਼ਾਦੇ। ਤੇ ਜਦੋਂ ਫਿਰ 2 ਹਫ਼ਤੇ ਬਾਅਦ ਗਿਆ, ਕਹਿੰਦਾ ਭਾਰ ਦਾ ਤੇ 1 ਗ੍ਰਾਮ ਦਾ ਫਰਕ ਨਹੀਂ ਪਿਆ, ਭਾਰ ਉਸੇ ਤਰ੍ਹਾਂ ਹੀ ਆ। ਉਹ ਕਹਿਣ ਲੱਗਾ ਅੱਛਾ 3 ਪ੍ਰਸ਼ਾਦੇ ਕਰ ਦੇ, ਕਹਿੰਦਾ 7 ਵਜਨ। ਫਿਰ ਜਦੋਂ ਕਿਹਾ ਵੀ ਫਿਰ ਨਹੀਂ ਭਾਰ ਦਾ ਫਰਕ ਪੈ ਰਿਹਾ, 2 ਹਫ਼ਤੇ ਬਾਅਦ ਫਿਰ ਗਿਆ, ਫਿਰ ਡਾਕਟਰ ਕਹਿਣ ਲੱਗਾ 1 ਪ੍ਰਸ਼ਾਦਾ ਕਰਦੇ। ਨਾਲ ਹੀ ਕਹਿੰਦੇ ਉਹ ਗੁਰਮੁਖ ਪਿਆਰਾ ਹੱਥ ਜੋੜ ਕੇ ਕਹਿਣ ਲੱਗਾ ਮੈਂ ਅੱਗੇ ਬੜੇ ਔਖੇ ਹੋ ਕੇ 10 ਪ੍ਰਸ਼ਾਦਿਆਂ ਦੇ 5 ਪ੍ਰਸ਼ਾਦੇ ਬਣਾਏ, ਫਿਰ ਮੈਂ 5 ਦੇ ਫਿਰ 10 ਦੇ 6 ਤੋਂ 3 ਬਣਾਏ, 3 ਤੋਂ 1। ਐਡਾ ਵੱਡਾ ਹੁਣ ਪ੍ਰਸ਼ਾਦਾ ਕਿਹੜਾ ਬੰਦਾ ਬਣਾਵੇ? ਕਹਿੰਦੇ ਮਤਲਬ ਕਹਿੰਦੇ ਵੀ ਆਟਾ ਮੈਂ ਓਨਾ ਹੀ ਲਾਉਂਦਾ ਰਿਹਾ ਆ, ਬਸ ਮੈਂ ਉਹਦੀ ਗਿਣਤੀ ਜਿਹੜੀ ਆ ਉਹ ਮੈਂ ਘਟਾ ਦਿੱਤੀ ਸੀ। ਕਹਿੰਦੇ ਸਮਝ ਨਹੀਂ ਲੱਗੀ। ਕਹਿੰਦੇ ਦੇਖੋ ਜੀ ਹੁਣ 10 ਪੇੜੇ ਪਹਿਲਾਂ ਇਕੱਠੇ ਹੁੰਦੇ, 10 ਪ੍ਰਸ਼ਾਦੇ ਤਿਆਰ ਹੁੰਦੇ ਸੀ, ਫਿਰ 10 ਪੇੜੇ ਇਕੱਠੇ ਕਰਕੇ ਫਿਰ ਆਪਾਂ 6 ਤਿਆਰ ਕੀਤੇ, ਫਿਰ 3 ਤਿਆਰ ਕੀਤੇ, ਹੁਣ 1 ਨਹੀਂ, ਹੁਣ ਆਪਣੇ ਕੋਲ ਤਿਆਰ, ਕੱਚਾ ਰਹਿ ਜਾਂਦਾ। ਤੇ ਉਸੇ ਤਰ੍ਹਾਂ ਹੀ ਸਾਡਾ ਵੀ ਹਾਲ ਇਹੋ ਜਿਹਾ ਆ, ਅਸੀਂ ਕਰਨੀ ਆਪਣੀ ਮਨ ਮਰਜ਼ੀ ਆ, ਤੇ ਫਿਰ ਅਸੀਂ ਡਾਕਟਰ ਨੂੰ ਗੁਰੂ ਕੋਲ ਜਾ ਕੇ ਕਹਿਣਾ ਮਹਾਰਾਜ ਜੀ ਕੋਈ ਆਤਮਿਕ ਗਿਆਨ ਹੋਇਆ ਨਹੀਂ। ਤੇ ਸੱਚੇ ਪਾਤਸ਼ਾਹ ਤੁਸੀਂ ਤੇ ਕਿਹਾ ਸੀ ਵੀ ਅੰਮ੍ਰਿਤ ਵੇਲੇ ਉੱਠੋ, ਅਸੀਂ ਉੱਠੇ ਹਾਂ। ਕਿਸ ਹਿਸਾਬ ਨਾਲ ਉੱਠੇ ਹਾਂ? ਅਸੀਂ ਜੀ ਅੱਧਾ ਘੰਟਾ ਉੱਠ ਕੇ ਤੇ ਫਿਰ ਅਸੀਂ ਨਾ 12 ਘੰਟੇ ਸੌਂ ਜਾਂਦੇ ਹਾਂ। ਅੱਛਾ 12 ਘੰਟੇ ਸੌਂ ਜਾਂਦਾ ਹੈ, ਮਤਲਬ ਵੀ ਤੂੰ ਆਟਾ ਓਨਾ ਹੀ ਲਾਉਣਾ ਆ, ਆਟਾ ਤੂੰ ਉਹਦੇ ਤੋਂ ਵੀ ਵੱਧ ਲਾ ਦਿੱਤਾ। ਸੋ ਕਹਿਣ ਦਾ ਅਰਥ ਇਹ ਹੈ ਕਿ ਅਸੀਂ ਚਲਾਕ ਬਹੁਤ ਆ, ਸਾਡਾ ਸੈਂਸ ਆਫ ਹਿਊਮਰ ਬਹੁਤ ਜ਼ਿਆਦਾ ਸਟਰੋਂਗ ਆ। ਅਸੀਂ ਗੁਰੂ ਦੀ ਹਰ ਗੱਲ ਨੂੰ ਆਪਣੇ ਹਿਸਾਬ ਨਾਲ ਮੋਡੀਫਾਈ ਕਰਕੇ ਫਿਰ ਅਸੀਂ ਅਪਲਾਈ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਗੁਰਮੁਖਾ ਤੂੰ ਯੋਧਾ ਹੈ, ਤੂੰ ਮਹਾਬਲੀ ਸੂਰਮਾ ਹੈ, ਤੇ ਹੁਣ ਤੂੰ ਮੈਦਾਨੇ ਜੰਗ ਦੇ ਵਿੱਚ ਘਰ ਨਾ ਬਣਾਉਣਾ ਸ਼ੁਰੂ ਕਰ ਦੇਵੀਂ। ਮੈਦਾਨੇ ਜੰਗ ਵਿੱਚ ਘਰ ਨਹੀਂ ਬਣਾਈ ਦੀ, ਘਰ ਵੱਖਰੀ ਥਾਂ ਤੇ ਹੁੰਦੇ ਨੇ। ਤੇ ਦਾਸ ਬੇਨਤੀ ਕਰੇ ਜੀ ਆਪ ਜੀ ਨੂੰ ਪਤਾ ਹੈ ਨਾ ਦਿੱਲੀ ਦੇ ਬਾਰਡਰ ਤੇ ਉੱਥੇ ਘਰ ਬਣਾ ਲਏ ਸੀ। ਬੜੀ ਹੈਰਾਨਗੀ ਦੀ ਗੱਲ,
ਆ ਪਿੱਛੇ ਜੇ ਇੱਕ ਬੰਦੇ ਨੇ ਕਹਿ ਦਿੱਤਾ, ਕਈ ਕਹੀ ਜਾਂਦੇ ਧਰਮ ਯੁੱਧ ਮੋਰਚਾ ਸੀ, ਧਰਮ ਯੁੱਧ ਮੋਰਚਾ ਸੀ। ਨਹੀਂ, ਧਰਮ ਯੁੱਧ ਮੋਰਚਾ ਸਿਰਫ 1984 ਦੇ ਵਿੱਚ ਸੀ। ਉਹ ਧਰਮ ਯੁੱਧ ਮੋਰਚਾ ਸੀ, ਇਹ ਤੇ ਰੋਟੀਆਂ ਦਾ ਮੋਰਚਾ ਸੀ, ਇਹ ਤੇ ਜ਼ਮੀਨਾਂ ਦਾ ਮੋਰਚਾ ਸੀ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਰਹੇ, ਉਹ ਗੁਰਮੁਖੋ ਬਾਣੇ ਤੇ ਬਾਣੀ ਦੇ ਧਾਰਨੀ ਹੋਵੋ, ਤੁਹਾਡੇ ਗੁਰੂ ਘਰਾਂ ਉਤੇ ਹਮਲੇ ਦੀਆਂ ਤਿਆਰੀਆਂ ਹੋ ਰਹੀਆਂ ਨੇ, ਸਿੱਖ ਕੌਮ ਨੂੰ ਮਲੀਆ ਮੇਟ ਕਰਨ ਦੀ ਸਾਜ਼ਿਸ਼ ਹੁੰਦੀ ਪਈ ਹੈ, ਤੁਸੀਂ ਜਾਗੋ, ਸ਼ਸਤਰ ਰੱਖੋ ਆਪਣੇ ਹੱਥਾਂ ਦੇ ਵਿੱਚ। ਤੁਸੀਂ ਆਪਣੀ ਤੇ ਰਾਖੀ ਕਰ ਨਹੀਂ ਸਕਦੇ, ਗੁਰੂ ਘਰਾਂ ਦੀ ਤੁਸੀਂ ਕੀ ਸੇਵਾ ਸੰਭਾਲ ਕਰੋਗੇ, ਕੀ ਰਾਖੀ ਕਰੋਗੇ। 16 ਲੱਖ ਟਰੈਕਟਰ ਪਹੁੰਚਿਆ ਦਿੱਲੀ ਬਾਰਡਰ ਦੇ ਉੱਤੇ, ਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੋਲ 10 ਟਰੈਕਟਰ ਵੀ ਨਹੀਂ ਪਹੁੰਚੇ, ਕਿਉਂਕਿ ਉੱਥੇ ਧਰਮ ਦੀ ਗੱਲ ਹੈ। ਰੋਟੀਆਂ ਦੀ ਗੱਲ ਆਈ ਤੇ ਸਾਰੇ ਕੁਰਲਾ ਉੱਠੇ, ਘਰ ਛੱਡ ਕੇ ਉੱਥੇ ਘਰ ਪਾ ਲਏ ਜੀ। ਤੇ ਇਹ ਸਾਡੀ ਤਰਾਸਦੀ ਹੈ। ਧਰਮ ਵਾਸਤੇ ਤੇ ਜਿਹੜਾ ਸਿਰ ਦਿੱਤਾ ਜਾਂਦਾ ਹੈ ਨਾ ਜੀ, ਉਹ ਸਿਰ ਦੇਣ ਵਾਲੇ ਕੌਣ ਨੇ? ਕਬੀਰ ਕਸੌਟੀ RAM ਕੀ ਝੂਠਾ ਟਿਕਿਆ ਨਾ ਕੋਏ, RAM ਕਸੌਟੀ ਸੋ ਸਹਿ ਜੋ ਮਰਜੀਵਾ ਹੋਏ। ਇਹ ਮਰਜੀਵੜਿਆਂ ਨੇ ਉੱਥੇ ਜਾ ਕੇ ਤੇ ਜੋ ਹਿੰਦੁਸਤਾਨ ਦੀ ਸਰਕਾਰ ਤੇ ਸਾਰੀਆਂ ਸਰਕਾਰਾਂ ਨੂੰ ਇਹ ਦੱਸਿਆ ਕਿ ਜੇਕਰ ਗੁਰੂ ਨਾਲ ਪ੍ਰੇਮ ਕਰਨਾ ਹੋਵੇ ਤੇ ਧਰਮ ਯੁੱਧ ਮੋਰਚੇ ਇਵੇਂ ਲੜੇ ਜਾਂਦੇ ਆ। ਧਰਮ ਯੁੱਧ ਮੋਰਚੇ ਇਸ ਢੰਗ ਦੇ ਨਾਲ ਅਖਤਿਆਰ ਕੀਤੇ ਜਾਂਦੇ ਆ, ਇਸ ਢੰਗ ਦੇ ਨਾਲ ਤਿਆਰ ਕੀਤੇ ਜਾਂਦੇ ਆ। ਕਦੀ ਵੀ ਅਸੀਂ ਆ ਦਿੱਲੀ ਦੇ ਮੋਰਚੇ ਨੂੰ ਅਸੀਂ ਧਰਮ ਯੁੱਧ ਮੋਰਚਾ ਨਹੀਂ ਕਹਾਂਗੇ, ਕਿਉਂਕਿ ਧਰਮ ਦੇ ਮੋਰਚੇ ਦੇ ਉੱਤੇ ਜਿਹੜੇ ਨਿੱਤਰਦੇ ਨੇ ਉਹਨਾਂ ਦੀ ਗਿਣਤੀ ਮਹਾਰਾਜ ਜੀ ਨੇ ਕੀਤੀ, ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜਿਸ ਜੀਤ, ਉਹ ਕਰੋੜਾਂ 'ਚ ਕੋਈ ਵਿਰਲਾ ਹੀ ਹੁੰਦਾ। ਤੇ ਜੇ ਕਿਤੇ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਵਚਨ ਮੰਨਿਆ ਹੁੰਦਾ ਤੇ ਅੱਜ ਇਹ ਮੋਰਚੇ ਲਾਉਣ ਦੀ ਲੋੜ ਨਹੀਂ ਸੀ, ਤੇ ਜੋ ਕੁਝ ਵਰਤਿਆ ਉਹ ਵੀ ਨਹੀਂ ਸੀ ਹੋਣਾ ਜੇ ਉਸ ਵੇਲੇ ਆਪਾਂ ਸਾਰੇ ਘਰਾਂ 'ਚੋਂ ਨਿਕਲ ਜਾਂਦੇ, ਨਿਕਲ ਪੈਂਦੇ। ਮਹਾਂਪੁਰਖਾਂ ਨੇ ਵਚਨ ਕੀਤਾ ਸੀ, ਕਿਸੇ ਕੋ ਗੰਡਾਸਾ ਆ ਗੰਡਾਸਾ ਲੈ ਕੇ ਆ ਜਾਓ, ਕਿਸੇ ਕੋਲ ਸੰਮਾਂ ਵਾਲੀ ਡਾਂਗ ਆ ਸੰਮਾਂ ਵਾਲੀ ਡਾਂਗ ਲੈ ਕੇ ਆ ਜਾਓ, ਬਰਸ਼ੇ ਲੈ ਕੇ ਆ ਜਾਓ। ਉਹ ਗੁਰਮੁਖੋ ਇਕੱਠੇ ਹੋਵੋ, ਏਕਾ ਕਰੋ, ਏਕਾ ਕਰੋ। ਤੇ ਹੁਣ ਵੀ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ, ਦਾਸ ਕੋਈ ਵਿਰੋਧ ਵਿੱਚ ਨਹੀਂ ਕਿ ਠੀਕ ਆ ਜੀ ਰੋਟੀ ਦਾ ਮੋਰਚਾ ਸੀ ਤੇ ਉੱਥੇ ਲਾਇਆ ਜੀ ਰੋਟੀ ਦਾ ਮੋਰਚਾ, ਪਰ ਧਰਮ ਦੇ ਮੋਰਚੇ ਦੇ ਉੱਤੇ ਨਿਤਰਨ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ। ਇਹ ਜਿਹੜਾ ਦਿੱਲੀ ਦਾ ਮੋਰਚਾ ਸੀ, ਇਹ ਹੁਣ ਲੱਗਾ ਜੀ ਇਸ ਥੋੜੇ ਸਮੇਂ ਬਾਅਦ ਉਵੇਂ ਹਵਾ ਹੋ ਜਾਣਾ ਵੀ ਅੱਛਾ ਜੀ ਸਿੰਘ ਉੱਥੇ ਪਹੁੰਚੇ ਸੀ, ਕੀ ਮਸਲਾ ਕੀ ਸੀ? ਮਸਲਾ ਰੋਟੀ ਦਾ। ਇੱਥੋਂ ਸਾਡੀ ਮਾਨਸਿਕਤਾ ਦਿਸਦੀ ਆ ਕਿ ਸਾਡੀ ਮਾਨਸਿਕਤਾ ਐਸੀ ਆ। ਤੇ ਜਦ ਕਿ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਮਤੇ ਦੇ ਵਿੱਚ ਵੀ ਇਹ ਮਤਾ ਸੀ ਕਿ ਜਿਹੜੇ ਪ੍ਰਾਂਤ ਵਿੱਚੋਂ ਪਾਣੀ ਨਿਕਲਦੇ ਹੋਣ ਉਹਨਾਂ ਪਾਣੀਆਂ ਤੇ ਅਧਿਕਾਰ ਉਹਨਾਂ ਪ੍ਰਾਂਤ ਵਾਲਿਆਂ ਦਾ ਆ, ਉਸ ਇਲਾਕੇ ਵਾਲੇ ਦਾ ਆ। ਤੇ ਵਿੱਚ ਇਹ ਵੀ ਮਸਲਾ ਅੰਕਿਤ ਸੀ ਤੇ ਉਹਨਾਂ ਨੇ ਵੇਖੋ ਆਪਣਾ ਆਪ ਕੁਰਬਾਨ ਕਰ ਦਿੱਤਾ, ਤੇ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ। ਸੋ ਕਹਿਣ ਦਾ ਅਰਥ ਇਹ ਹੈ, ਧਰਮ ਵਾਸਤੇ ਮਰਨ ਵਾਲੇ ਕੋਈ ਬਹੁਤੇ ਨਹੀਂ ਹੁੰਦੇ। ਅੰਦਰ ਮੁੱਠੀ ਭਰ ਸਿੰਘ ਹੀ ਸੀ, ਤੇ ਮੁੱਠੀ ਭਰ ਸਿੰਘਾਂ ਨੇ ਇਹ ਦੱਸ ਦਿੱਤਾ ਸੀ ਕਿ ਜੇਕਰ ਗੁਰੂ ਨਾਲ ਪਿਆਰ ਹੋਵੇ ਨਾ ਤੇ ਭਾਵੇਂ ਕੁਝ ਵੀ ਨਾ ਹੋਵੇ, ਗੁਰੂ ਦੀ ਬਖਸ਼ਿਸ਼ ਵਰਤ ਜਾਂਦੀ ਆ, ਤੇ ਫਿਰ ਹਿੰਦੁਸਤਾਨ ਦੀ ਸਰਕਾਰ ਦੀਆਂ ਜੜ੍ਹਾਂ ਵੀ ਹਿੱਲ ਜਾਂਦੀਆਂ। ਅਜੇ ਤੱਕ ਜੜ੍ਹਾਂ ਹਿੱਲੀਆਂ ਪਈਆਂ 1984 ਵੇਲੇ ਦੀਆਂ, ਵੀ ਸਿੱਖ ਕੌਮ ਦੇ ਨਾਲ ਮੱਥਾ ਲੱਗਾ, ਅੱਜ ਵੀ ਯਾਦ ਕਰਦੇ ਨੇ ਸਾਰੇ। ਸੱਚ ਹੈ, ਪਰ ਧਰਮ ਵਾਸਤੇ ਜਿਹੜਾ ਮਰਨਾ ਹੈ ਉਹਦੇ ਵਾਸਤੇ ਪਹਿਲਾਂ ਅੰਤਰ ਆਤਮਾ ਤਿਆਰ ਕਰਨੀ ਪੈਂਦੀ ਹੈ, ਪਹਿਲਾਂ ਸਿਮਰਨ ਅਭਿਆਸ ਕਰਨਾ ਪੈਂਦਾ ਹੈ, ਫਿਰ ਜਾ ਕੇ ਸ਼ਸਤਰ ਸਾਰੀ ਮਨੁੱਖਤਾ ਦੇ ਵਿੱਚ ਸ਼ਾਂਤੀ ਵਰਤਾਉਂਦਾ ਹੈ। ਸਿੱਧਾ ਸ਼ਸਤਰ ਨੂੰ ਹੱਥ ਪਾਓ ਨਾ ਜੀ, ਉਹ ਫਿਰ ਖਰਾਬੀ ਕਰਦਾ। ਜ਼ਾਲਮਾਂ ਦੇ ਕੋਲ ਵੀ ਸ਼ਸਤਰ ਹੀ ਸੀ। ਬਾਬਰ ਆਇਆ ਸੀ, ਉਹਦੇ ਕੋਲ ਕਿਹੜੀ ਮਾਲਾ ਸੀ? ਸ਼ਸਤਰ ਹੀ ਸੀ। ਜਾਂ ਫਿਰ ਹਮਾਯੂ ਸ਼ਸਤਰ ਸੀ, ਅਬਦਾਲੀ ਉਹਦੇ ਕੋਲ ਵੀ ਸ਼ਸਤਰ ਸੀ। ਦੇਖੋ ਉਹਨੇ ਸ਼ਸਤਰਾਂ ਦੇ ਜ਼ੋਰ ਦੇ ਨਾਲ ਬਹੁ ਬੇਟੀਆਂ ਨੂੰ ਬੰਨ ਕੇ ਤੇ ਆਪਣੇ ਇਲਾਕੇ ਵਿੱਚ ਲੈ ਕੇ ਚੱਲੇ, ਤੇ ਸਿੰਘਾਂ ਦੇ ਕੋਲ ਵੀ ਸ਼ਸਤਰ ਹੀ ਸੀ। ਉਹਨਾਂ ਦੇ ਸ਼ਸਤਰਾਂ ਨੇ ਗੁਲਾਮ ਕੀਤਾ ਤੇ ਸਿੰਘਾਂ ਦੇ ਸ਼ਸਤਰਾਂ ਨੇ ਉਹਨਾਂ ਨੂੰ ਆਜ਼ਾਦ ਕਰਾਇਆ। ਹੁਣ ਅਸੀਂ ਕਹਾਂਗੇ ਤੇ ਸ਼ਸਤਰ ਤੇ ਸ਼ਸਤਰ ਹੁੰਦਾ, ਇਹ ਫਰਕ ਪੈਂਦਾ ਹੈ ਕਿ ਇਹ ਜ਼ਾਲਮ ਦੇ ਹੱਥ ਵਿੱਚ ਕਿ ਸੰਤ ਦੇ ਹੱਥ ਵਿੱਚ ਆ। ਜੇ ਸੰਤ ਸਿਪਾਹੀ ਦੇ ਹੱਥ ਵਿੱਚ ਆ
ਫੇਰ ਤਾਂ ਕਿਰਪਾ ਹੀ ਵਰਤਾਏਗਾ, ਤੇ ਜੇ ਜ਼ਾਲਮ ਦੇ ਹੱਥ ਵਿੱਚ ਆ ਫੇਰ ਤਾਂ ਇਸ ਮਨੁੱਖਤਾ ਦਾ ਨਾਸ਼ ਕਰੇਗਾ। ਦਾਸ ਬੇਨਤੀ ਕਰੇ ਜੀ। ਫੇਰ ਆਪਾਂ ਵਿਸਥਾਰ ਵਿੱਚ ਚਲੇ ਗਏ। ਮਹਾਰਾਜ ਜੀ ਕਹਿੰਦੇ ਨੇ, ਤਿਥੈ ਜੋਧ ਮਹਾਬਲ ਸੂਰ। ਭਾਈ ਕਰਮਖੰਡ ਦੇ ਵਿੱਚ ਵੱਡੇ ਵੱਡੇ ਯੋਧੇ, ਮਹਾਬਲੀ ਯੋਧੇ, ਸੂਰਮੇ ਹਨ, ਜੋ ਕਿ ਉੱਥੇ ਪਹੁੰਚੇ ਨੇ ਆਪਣੇ ਆਤਮਿਕ ਬਲ ਦੁਆਰਾ ਸਿਮਰਨ ਕਰਦੇ ਕਰਦੇ, ਗੁਰੂ ਦੇ ਬਚਨ ਨੂੰ ਮੰਨਦੇ ਮੰਨਦੇ। ਫਿਰ ਕਹਿਣ ਲੱਗੇ, ਤਿਨ ਮਹਿ ਰਾਮ ਰਹਿਆ। ਇੱਥੇ ਸ਼ਬਦ ਭਰਪੂਰ ਨਹੀਂ ਕਹਿਣਾ। ਪਹਿਲਾ ਹੈ ਭੱਬੇ ਨਾਲ ਭਰ, ਫਿਰ ਅੱਗੇ ਹੈ ਪੂਰ। ਭਰਪੂਰ। ਪੱਪਾ ਤੇ ਭੱਬਾ ਦੋਵੇਂ ਆਪਸ ਵਿੱਚ ਮਿਕਸ ਨਾ ਹੋਣ। ਕਈ ਭਰਪੂਰ ਕਹਿ ਦਿੰਦੇ ਆ, ਕਈ ਭਰਪੂਰ ਕਹਿ ਦਿੰਦੇ ਆ, ਦੋਵੇਂ ਸ਼ਬਦ ਗਲਤ ਨੇ। ਭਰਪੂਰ। ਕਰਮਖੰਡ ਵਿੱਚ ਜਿਹੜਾ ਪਹੁੰਚਦਾ ਹੈ, ਉਹਨਾਂ ਦੇ ਰੋਮ ਰੋਮ ਦੇ ਵਿੱਚ, ਉਹਨਾਂ ਦੇ ਸਾਹ ਸਾਹ ਵਿੱਚ, ਉਹਨਾਂ ਦੇ ਬਲੱਡ ਦੀ ਇੱਕ ਇੱਕ ਬੂੰਦ ਦੇ ਵਿੱਚ, ਉਹਨਾਂ ਦੇ ਖਿਆਲਾਂ ਵਿੱਚ ਇੱਕ ਪਰਮੇਸ਼ਵਰ ਰਮਿਆ ਹੋਇਆ ਹੈ। ਤੇ ਜਿਸ ਵੇਲੇ ਉਹ ਰਮ ਜਾਂਦਾ ਹੈ ਤੇ ਫਿਰ ਖਿਆਲ ਸਿਰਫ ਪਰਮੇਸ਼ਵਰ ਦੀ ਯਾਦ ਦੇ ਵਿੱਚ ਹੀ ਰਹਿੰਦਾ ਹੈ, ਫਿਰ ਕੋਈ ਵੀ ਦੂਜਾ ਖਿਆਲ ਨਹੀਂ ਪਾਉਂਦਾ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਕਰਮਖੰਡ ਦੇ ਜੋ ਵਾਸੀ ਹੁੰਦੇ ਨੇ, ਤਿਥੈ ਸੀਤੋ ਸੀਤਾ, ਇੱਥੇ ਸੀਤਾ ਕਹਾਂਗੇ, ਸੱਸੇ ਨੂੰ ਬਿਹਾਰੀ ਨਾਲ ਹੀ ਅਧਕ ਪਏਗਾ। ਤੇ ਜੋ ਪਰਮੇਸ਼ਵਰ ਦੀ ਕਿਰਪਾ ਨਾਲ ਕਰਮਖੰਡ ਵਿੱਚ ਪਹੁੰਚ ਜਾਂਦੇ ਨੇ, ਉਹਨਾਂ ਦਾ ਹਿਰਦਾ ਸੀਤਾ ਹੋਇਆ ਹੈ, ਸੰਪੂਰਨ ਤੌਰ ਤੇ ਸੀਤਾ ਹੋਇਆ। ਕਿਹਦੇ ਵਿੱਚ? ਪਰਮੇਸ਼ਵਰ ਦੀ ਸਿਫਤ ਸਲਾਹ ਵਿੱਚ, ਮਹਿਮਾ ਦੇ ਵਿੱਚ, ਬੰਦਗੀ ਦੇ ਵਿੱਚ, ਗੁਰੂ ਦੇ ਹੁਕਮ ਅਨੁਸਾਰ, ਗੁਰੂ ਕੇ ਸ਼ਬਦ ਵਿੱਚ। ਇਸ ਨੂੰ ਸੀਤੋ ਸੀਤਾ ਨਹੀਂ ਕਹਿਣਾ, ਇਸ ਨੂੰ ਕਹਾਂਗੇ ਸੀਤੋ ਸੀਤਾ। ਕੀ ਕਹਿਣਾ? ਸੀਤੋ ਸੀਤਾ। ਸੀਤਾ ਹੋਇਆ, ਪਰੋਇਆ ਹੋਇਆ, ਵਿੰਨਿਆ ਹੋਇਆ ਪਰਮੇਸ਼ਵਰ ਦੀ ਸਿਫਤ ਸਲਾਹ ਵਿੱਚ, ਤਾਂ ਕਿ ਰੂਪ ਨਾ ਕਥਨੇ ਜਾਹੇ। ਫਿਰ ਉਹਨਾਂ ਦੀ ਸਿਫਤ ਸਲਾਹ ਨਹੀਂ ਕੀਤੀ ਜਾ ਸਕਦੀ। ਉਹਨਾਂ ਦਾ ਜੋ ਰੂਪ ਹੈ, ਜਿਸ ਤਰ੍ਹਾਂ ਪਰਮੇਸ਼ਵਰ ਪ੍ਰਕਾਸ਼ ਸਰੂਪ ਹੁੰਦਾ, ਇਸੇ ਤਰ੍ਹਾਂ ਉਹਨਾਂ ਆਤਮਾਵਾਂ ਦਾ ਨੂਰ ਵੀ ਨੂਰਾਨੀ ਨੂਰ ਦੇ ਨਾਲ ਮਹਿਕਣ ਲੱਗ ਪੈਂਦਾ ਹੈ, ਪ੍ਰਕਾਸ਼ਮਾਨ ਹੋ ਜਾਂਦਾ ਹੈ। ਉਹਨਾਂ ਦਾ ਆਪਣਾ ਅਸਲੀ ਸਰੂਪ ਪ੍ਰਗਟ ਹੋ ਜਾਂਦਾ ਹੈ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਵਿਸ਼ੇ ਵਾਸ਼ਨਾ ਦੀ ਮੈਲ ਨਹੀਂ ਹੈ। ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਫਿਰ ਐਸੇ ਗੁਰਮੁਖ ਪਿਆਰਿਆਂ ਨੂੰ ਕਦੀ ਵੀ ਰੱਬ ਦੀ ਯਾਦ ਵਿਸਰਦੀ ਨਹੀਂ, ਤੇ ਉਹ ਆਤਮਿਕ ਮੌਤ ਕਦੀ ਨਹੀਂ ਮਰਦੇ। ਤੇ ਨਾ ਹੀ ਫਿਰ ਪੰਜ ਵਿਸ਼ੇ ਵਿਕਾਰ ਜੋ ਮਾਇਆ ਦੇ ਸਰੂਪ ਹਨ, ਉਹ ਕਦੀ ਵੀ ਠੱਗ ਨਹੀਂ ਸਕਦੇ, ਕਿ ਬੰਦੇ ਨੂੰ ਪਤਾ ਹੀ ਨਾ ਲੱਗੇ ਕਿਹੜੇ ਵੇਲੇ ਕਾਮ ਦੀ ਲਹਿਰ ਆਈ ਤੇ ਬੰਦੇ ਨੂੰ ਡੋਬ ਕੇ ਚਲੀ ਗਈ। ਫਿਰ ਸੁਰਤ ਇਤਨੀ ਕੁ ਉਚੇਰੀ, ਇਤਨੀ ਕੁ ਬਲਵਾਨ ਹੋ ਜਾਂਦੀ ਹੈ, ਜੋ ਵਿਸ਼ੇ ਵਿਕਾਰ ਹੈ, ਵਿਸ਼ੇ ਵਿਕਾਰ ਬਹੁਤ ਦੂਰੀ ਬਣਾ ਲੈਂਦੇ ਨੇ। ਫਿਰ ਉਹਨਾਂ ਦੇ ਵਿਸ਼ੇ ਵਿਕਾਰਾਂ ਦਾ ਅਸਲੀ ਸਰੂਪ ਜਦੋਂ ਦਿਸ ਪੈਂਦਾ ਹੈ, ਫਿਰ ਵਿਸ਼ੇ ਵਿਕਾਰ ਡਰ ਕੇ ਭੱਜ ਜਾਂਦੇ ਨੇ। ਚੋਰ ਨੂੰ ਕੋਈ ਦੇਖ ਲਵੇ ਨਾ, ਚੋਰ ਨੂੰ ਕੋਈ ਦੇਖੇ ਤੇ ਚੋਰ ਦੌੜ ਜਾਂਦਾ ਹੈ, ਚੋਰ ਚੌਂਕੜੀ ਮਾਰ ਕੇ ਨਹੀਂ ਬਹਿ ਜਾਂਦਾ ਕਿ ਮੈਨੂੰ ਆ ਕੇ ਫੜ ਲਓ। ਇਸੇ ਤਰ੍ਹਾਂ ਹੀ ਜਦੋਂ ਮਨੁੱਖ ਸਵਾਮੀ ਬਣ ਜਾਂਦਾ ਹੈ, ਆਤਮਿਕ ਬਲਵਾਨਤਾ ਹਾਸਲ ਕਰ ਲੈਂਦਾ ਹੈ, ਫਿਰ ਵਿਸ਼ੇ ਵਿਕਾਰ ਦੂਰੋਂ ਦੇਖਦੇ ਨੇ ਤੇ ਨਾਲ ਹੀ ਇਹ ਦੌੜ ਕੇ ਤੇ ਪੱਤਰਾ ਵੱਜ ਜਾਂਦੇ ਹਨ, ਜਦ ਕਿ ਪਹਿਲਾਂ ਇਹ ਵਿਸ਼ੇ ਵਿਕਾਰ ਚੋਟਾਂ ਮਾਰਦੇ ਨੇ। ਇੰਜ ਮਹਿਸੂਸ ਕਰੋ ਕਿ ਜਿਵੇਂ ਪੰਜ ਵਿਸ਼ੇ ਵਿਕਾਰਾਂ ਨੇ ਹੱਥ ਵਿੱਚ ਤਲਵਾਰਾਂ ਫੜੀਆਂ ਨੇ ਤੇ ਤਲਵਾਰਾਂ ਮਾਰ ਮਾਰ ਕੇ ਸਾਡੇ ਟੋਟੇ ਟੋਟੇ ਕਰਦੇ ਨੇ, ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਰਸ ਮਿਲਦਾ ਪਿਆ, ਸਾਨੂੰ ਆਨੰਦ ਮਿਲਦਾ ਪਿਆ, ਜਦ ਕਿ ਉਹ ਸਾਡਾ ਕਤਲ ਕਰਦੇ ਪਏ ਨੇ, ਸਾਡੇ ਟੋਟੇ ਟੋਟੇ ਕਰਦੇ ਪਏ ਨੇ, ਸਾਡੀ ਆਤਮਿਕ ਮੌਤ ਦਾ ਕਾਰਨ ਬਣਦੇ ਨੇ। ਪਰ ਇਹ ਸਿਮਰਨ ਅਭਿਆਸ ਦੌਰਾਨ ਹੀ ਸਮਝ ਲੱਗੇਗੀ। ਕੱਲੀ ਕਥਾ ਕਰਕੇ ਤੇ ਇਕੱਲੀ ਕਥਾ ਸੁਣ ਕੇ ਇਹ ਅਵਸਥਾ ਨਹੀਂ ਆਏਗੀ, ਸਿਮਰਨ ਕਰਨਾ ਪਏਗਾ। ਮਹਾਰਾਜ ਜੀ ਬਚਨ ਕਰਦੇ ਨੇ, ਮਾਇਆ ਠੱਗ ਨਹੀਂ ਸਕਦੀ, ਵਿਸ਼ੇ ਵਿਕਾਰ ਠੱਗ ਨਹੀਂ ਸਕਦੇ, ਤੇ ਨਾ ਹੀ ਐਸੀਆਂ ਆਤਮਾਵਾਂ ਮਰਦੀਆਂ ਨੇ ਉਹ ਸਦੀਵੀ ਤੌਰ ਤੇ ਸੰਸਾਰ ਦੇ ਉੱਤੇ ਆਤਮਿਕ ਤੌਰ ਤੇ ਪ੍ਰਕਾਸ਼ਮਾਨ ਹੋ ਕੇ ਸਦੀਵ ਕਾਲ ਵਾਸਤੇ ਟਿਕ ਜਾਂਦੀਆਂ ਨੇ। ਜਦੋਂ ਵੀ ਕੋਈ ਉਹਨਾਂ ਨੂੰ ਯਾਦ ਕਰਦਾ ਹੈ, ਉਹ ਪ੍ਰਗਟ ਹੋ ਜਾਂਦੀਆਂ ਨੇ, ਕਿਉਂਕਿ ਪਰਮੇਸ਼ਵਰ ਦਾ ਸਰੂਪ ਹੋ ਜਾਂਦੀਆਂ ਨੇ ਨਾ। ਮਹਾਰਾਜ ਜੀ ਕਹਿੰਦੇ ਨੇ ਉਹ ਮਰਦੇ ਨਹੀਂ ਤੇ ਉਹ ਕਦੀ ਵੀ ਠੱਗੇ ਨਹੀਂ ਜਾਂਦੇ, ਕਿਉਂਕਿ
ਉਹਨਾਂ ਦੇ ਹਿਰਦੇ ਵਿੱਚ ਸਿਰਫ ਪਰਮੇਸ਼ਵਰ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ। ਤਿਤੈ ਭਗਤ ਵਸੈ ਕੇਲੋ ਕਰੇ ਆਨੰਦ ਸੱਚਾ ਮਨ ਸੋਏ। ਇੱਥੇ ਭਜਨ ਕੀਤਾ ਕਿ ਭਾਈ ਉੱਥੇ ਭਗਤੀ ਕਰਨ ਵਾਲੇ ਇੱਕ ਤਰ੍ਹਾਂ ਦੇ ਨਹੀਂ ਵਸਦੇ, ਉੱਥੇ ਅਨੇਕਾਂ ਲੋਕਾਂ ਦੇ ਅਨੇਕਾਂ ਭਾਵਨਾ ਦੇ ਭਗਤੀ ਕਰਨ ਵਾਲੇ ਵਸਦੇ ਨੇ, ਅਨੇਕਾਂ ਤਰ੍ਹਾਂ ਦੇ। ਉੱਥੇ ਅਸੀਂ ਇਹ ਨਹੀਂ ਕਹਿ ਸਕਦੇ ਇਕੱਲੇ ਸਿੱਖ ਹੀ ਭਗਤੀ ਕਰਨ ਵਾਲੇ ਵਸਣਗੇ, ਜਿਨ੍ਹਾਂ ਦੇ ਕੋਲ ਆਤਮਿਕ ਬਲਵਾਨਤਾ ਆ ਉਹੀ ਉੱਥੇ ਵਸਦੇ ਹਨ। ਕਰਹਿ ਆਨੰਦ ਸੱਚਾ ਮਨ ਸੋਏ, ਫਿਰ ਉਹ ਹਮੇਸ਼ਾ ਹੀ ਖਿੜੇ ਰਹਿੰਦੇ ਨੇ, ਤਤੀ ਤਵੀ ਤੇ ਵੀ ਖਿੜੇ ਰਹਿੰਦੇ ਨੇ, ਤਲਵਾਰ ਦੀ ਧਾਰ ਥੱਲੇ ਵੀ ਖਿੜੇ ਰਹਿੰਦੇ ਨੇ। ਸੱਚਾ ਮਨ ਸੋਏ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਸਿਰਫ ਸੱਚਾ ਪਰਮੇਸ਼ਵਰ ਵਸ ਜਾਂਦਾ ਹੈ। ਜਿਸ ਵੇਲੇ ਵਸ ਜਾਂਦਾ ਹੈ ਸਾਰੇ ਦੁੱਖ ਸੰਤਾਪ ਖਤਮ ਹੋ ਜਾਂਦੇ ਨੇ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਇਸ ਕਰਕੇ ਭਗਤੀ ਕਰ, ਤੇਰਾ ਵੀ ਵਾਸਾ ਕਰਮਖੰਡ ਦੇ ਵਿੱਚ ਹੋਵੇ। ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਫਿਰ ਕਰਮਖੰਡ ਤੇ ਪਹੁੰਚ ਕੇ ਫਿਰ ਗੁਰਸਿੱਖ ਅਸਲ ਵਿੱਚ ਅਰਦਾਸ ਕਰਨੀ ਸਿੱਖਦਾ ਹੈ। ਆਪ ਜੀ ਸੋਚੋਗੇ ਕਿ ਅਰਦਾਸ ਕਰਨੀ ਕਰਮਖੰਡ ਵਿੱਚ ਸਿੱਖਦਾ ਹੈ? ਹਾਂਜੀ, ਉੱਥੇ ਆਤਮਾ ਨੂੰ ਅਰਦਾਸ ਦੇ ਬਲ ਦਾ ਪਤਾ ਲੱਗਦਾ ਹੈ, ਕਿਉਂਕਿ ਉਸ ਅਰਦਾਸ ਵਿੱਚ ਕੋਈ ਸੰਸਾਰੀ ਸ਼ੈ ਦੀ ਇੱਛਾ ਹੀ ਨਹੀਂ ਹੁੰਦੀ। ਉੱਥੇ ਸਿਰਫ ਪਰਮੇਸ਼ਵਰ ਨੂੰ ਯਾਦ ਕਰ ਕਰਕੇ ਪਰਮੇਸ਼ਵਰ ਨੂੰ ਮੰਗਿਆ ਜਾਂਦਾ ਹੈ। ਉੱਥੇ ਪਤਾ ਲੱਗਦਾ ਹੈ ਕਿ ਪਰਮੇਸ਼ਵਰ ਦੀ ਸਿਮਰਤੀ, ਪਰਮੇਸ਼ਵਰ ਦੀ ਯਾਦ ਤੋਂ ਬਿਨਾ ਮੈਂ ਅੰਦਰੋਂ ਮਰਦਾ ਪਿਆ ਹਾਂ। ਕਰਮਖੰਡ ਤੇ ਪਹੁੰਚ ਕੇ ਪਤਾ ਲੱਗਦਾ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ। ਉੱਥੇ ਪਰਮੇਸ਼ਵਰ ਦੇ ਜੋਰ ਦਾ ਪਤਾ ਲੱਗਦਾ ਹੈ, ਉਸ ਤੋਂ ਬਿਨਾ ਪਤਾ ਨਹੀਂ ਲੱਗਦਾ। ਕਰਮਖੰਡ ਤੇ ਪਹੁੰਚ ਕੇ ਪਤਾ ਲੱਗਦਾ ਹੈ। ਤੇ ਆਪਾਂ ਯਾਤਰਾ ਸ਼ੁਰੂ ਕਰਨੀ ਹੈ ਸਾਰਿਆਂ ਨੇ। ਵੇਖੋ ਕਿੰਨੀ ਉਮਰਾਂ ਮਰ ਚੁੱਕੀ ਹੈ, ਜਿਹੜੀ ਥੋੜੀ ਬਹੁਤੀ ਜਿਉਂਦੀ ਹੈ ਇਸੇ ਨੂੰ ਸਫਲਾ ਕਰ ਲਈਏ। ਮਹਾਰਾਜ ਜੀ ਤੇ ਦਿਆਲੂ ਕਿਰਪਾਲੂ ਹਨ। ਮਹਾਰਾਜ ਜੀ ਨੇ ਪਤਾ ਨਹੀਂ ਕਿਹੜੇ ਵੇਲੇ ਬਖਸ਼ਿਸ਼ ਵਰਤਾ ਦੇਣੀ ਹੈ। ਇਹਨਾਂ ਖੰਡਾਂ ਦੇ ਵਿੱਚ ਮਹਾਰਾਜ ਜੀ ਨੇ ਆਪ ਹੀ ਲੈ ਜਾਣਾ ਹੈ। ਤੇ ਫੇਰ ਕਹਿੰਦੇ ਨੇ ਕਰਮਖੰਡ ਦੇ ਉੱਤੇ ਜਿਸ ਵੇਲੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਫਿਰ ਸੱਚਖੰਡ ਦਾ ਦਰਵਾਜ਼ਾ ਖੁੱਲਦਾ ਹੈ। ਅਗੰਮੀ ਸ਼ਕਤੀ ਆ ਕੇ ਰੂਹ ਨੂੰ ਉੱਥੋਂ ਤੱਕ ਲੈ ਕੇ ਜਾਂਦੀ ਹੈ। ਸੱਚਖੰਡ ਵਸੈ ਨਿਰੰਕਾਰ। ਫਿਰ ਸੱਚਖੰਡ ਦੇ ਵਿੱਚ ਜਿਸ ਵੇਲੇ ਆਤਮਾ ਪਹੁੰਚਦੀ ਹੈ ਫਿਰ ਪਤਾ ਲੱਗਦਾ ਹੈ ਕਿ ਹੁਣ ਪਰਮਾਤਮਾ ਤੇ ਮੈਂ ਇੱਕ ਰੂਪ ਹੋ ਗਏ ਹਾਂ, ਸੱਚ ਦੇ ਵਿੱਚ ਸਮਾ ਗਏ ਹਾਂ। ਫਿਰ ਉੱਥੇ ਨਿਰੰਕਾਰ ਪ੍ਰਤੱਖ ਤੌਰ ਤੇ ਜ਼ਾਹਰਾ ਤੌਰ ਤੇ ਦਿਖਦਾ ਹੈ, ਦਰਸ਼ਨ ਹੁੰਦੇ ਨੇ। ਫਿਰ ਆਤਮਾ ਉਹਦੇ ਵਿੱਚ ਸਮਾ ਜਾਂਦੀ ਹੈ। ਫਿਰ ਆਤਮਾ ਆਪਣੀ ਅਸਲ ਵਿੱਚ ਮੁੱਢ ਕਦੀਮੀ ਅਵਸਥਾ ਨੂੰ ਪ੍ਰਾਪਤ ਕਰਕੇ ਸਦੀਵ ਕਾਲ ਵਾਸਤੇ ਟਿਕ ਜਾਂਦੀ ਹੈ। ਕਰ ਕਰ ਵੇਖਿਆ ਨਦਰ ਨਿਹਾਲ। ਜੋ ਪਰਮੇਸ਼ਵਰ ਖੰਡਾਂ ਬ੍ਰਹਿਮੰਡਾਂ ਦੀ ਸਾਂਭ ਸੰਭਾਲ ਕਰਦਾ ਹੈ ਉਹ ਮੇਰਾ ਮਾਲਕ ਫਿਰ ਮਿਹਰ ਦੀ ਨਜ਼ਰ ਕਰਕੇ ਉਸ ਆਤਮਾ ਨੂੰ ਨਿਹਾਲੋ ਨਿਹਾਲ ਕਰ ਦਿੰਦਾ ਹੈ। ਤਿਤ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨ ਅੰਤ। ਫਿਰ ਉਸ ਅਵਸਥਾ ਦੇ ਵਿੱਚ ਪਹੁੰਚ ਕੇ ਅਰਬਾਂ ਖਰਬਾਂ ਧਰਤੀਆਂ, ਅਰਬਾਂ ਖਰਬਾਂ, ਪਤਾ ਹੀ ਨਹੀਂ ਕਿੰਨੀ ਕੁ ਅਸੀਂ ਗਿਣਤੀ ਕਹਿ ਦਈਏ ਜੀ, ਕੋਈ ਗਿਣਤੀ ਕੀਤੀ ਨਹੀਂ ਜਾ ਸਕਦੀ। ਜਿੰਨੀ ਕੁ ਗਿਣਤੀ ਇਸ ਸੰਸਾਰ ਵਿੱਚ ਹੈ ਉਸ ਤੋਂ ਵੀ ਕਿਤੇ ਵਧੇਕ ਸੂਰਜ ਦਿਸਦੇ ਨੇ, ਖੰਡ ਬ੍ਰਹਿਮੰਡ ਦਿਸਦੇ ਨੇ, ਤਾਰੇ ਨਕਸ਼ਤਰ ਦਿਸਦੇ ਨੇ, ਪ੍ਰਗਟ ਰੂਪ ਵਿੱਚ ਦਿਸਦੇ ਨੇ। ਜਿਵੇਂ ਅਸੀਂ ਇੱਥੇ ਬੈਠੇ ਬੈਠੇ ਤਾਰੇ ਦੇਖਦੇ ਹਾਂ, ਇਹ ਤਾਰਿਆਂ ਨੂੰ ਦੇਖਣਾ ਨਹੀਂ ਹੈ। ਇਹ ਤਾਂ ਤਾਰੇ ਸਮਝ ਲਓ ਕਿ 1 ਟ੍ਰਿਲੀਅਨ ਹਿੱਸਾ ਲੈ ਕੇ ਬੈਠੇ ਨੇ ਤੇ ਸਾਨੂੰ 0.0001% ਵੀ ਦਿਸ ਨਹੀਂ ਰਹੇ। ਉਸ ਅਵਸਥਾ ਦੇ ਪਹੁੰਚ ਕੇ ਹਰ ਤਾਰੇ ਦੀ ਰੂਹ ਦੇ ਨਾਲ ਬੰਦਾ ਕਨੈਕਟ ਹੋ ਜਾਂਦਾ ਹੈ। ਇਹ ਜਿਉਂਦੇ ਨੇ। ਉਸ ਅਵਸਥਾ ਦੇ ਪਹੁੰਚ ਕੇ ਫਿਰ ਹਰ ਇੱਕ ਦੈਵਿਕ ਸ਼ਕਤੀ ਪਰਮੇਸ਼ਵਰ ਦੀ ਆਗਿਆ ਦੇ ਵਿੱਚ ਸਾਨੂੰ ਦਿਸਦੀ ਹੈ। ਫਿਰ ਅਸੀਂ ਉਹਨਾਂ ਦੇ ਨਾਲ ਗੱਲ ਵੀ ਕਰ ਸਕਦੇ ਹਾਂ, ਕਿਉਂਕਿ ਹਰ ਇੱਕ ਸ਼ਕਤੀ ਨੂੰ ਪਰਮੇਸ਼ਵਰ ਨੇ ਇੱਕ ਡਿਊਟੀ ਦਿੱਤੀ ਹੈ। ਹਰ ਇੱਕ ਸ਼ਕਤੀ, ਹਰ ਇੱਕ ਮੰਡਲ ਦਾ ਵੱਖਰਾ ਹੀ ਸਾਊਂਡ ਹੁੰਦਾ ਹੈ। ਹਰ ਇੱਕ ਮੰਡਲ, ਹਰ ਇੱਕ ਨਕਸ਼ਤਰ, ਹਰ ਇੱਕ ਤਾਰਾ ਸਿਆਰਾ, ਹਰ ਇੱਕ ਧਰਤੀ ਰੱਬ ਦਾ ਨਾਮ ਜਪਦੀ ਸਾਨੂੰ ਦਿਸਦੀ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ
ਫਿਰ ਉੱਥੇ ਪ੍ਰਤੱਖ ਦਿਸਦਾ ਹੈ ਸਾਰਾ ਕੁਝ ਕਰੋੜਾਂ ਹੀ ਖੰਡਾਂ ਬ੍ਰਹਿਮੰਡਾਂ ਦੇ ਵਿੱਚ। ਤੇ ਅਸੀਂ ਉਹਦੀ ਵਿਆਖਿਆ ਜੇ ਕਰਨੀ ਚਾਹੀਏ, ਮਹਾਰਾਜ ਜੀ ਕਹਿੰਦੇ ਨੇ ਜੇ ਕੋ ਕਥਾ ਤਾਂ ਅੰਤ ਨ ਅੰਤ। ਅਸੀਂ ਉਹਦੀ ਕੀ ਵਿਆਖਿਆ ਕਰ ਸਕਦੇ ਹਾਂ? ਉਸ ਵਿਆਖਿਆ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਇੱਕ ਨਕਸ਼ਤਰ ਦੀ ਵੀ ਵਿਆਖਿਆ ਨਹੀਂ ਕਰ ਸਕਦੇ, ਇੱਕ ਨਕਸ਼ਤਰ ਦੀ ਵੀ। ਕਿਸੇ ਦਿਨ ਸਮਾਂ ਮਿਲਿਆ, ਦਾਸ ਇੱਕ ਪਲੈਨਟ ਦੀ ਆਪ ਜੀ ਨੂੰ ਵਿਆਖਿਆ ਕਰਕੇ ਹਲਕੀ ਜੀ ਰੰਚਕ ਮਾਤਰ ਟਿਊਕ ਮਾਤਰ ਬੇਨਤੀ ਕਰੇਗਾ। ਆਪ ਜੀ ਸੁਣ ਕੇ ਹੈਰਾਨ ਹੋਵੋਗੇ, ਹੈ ਇੰਨੀ ਵੱਡੀ ਮੋਟੀ ਪਰਤ ਹੈ, ਇਸ ਢੰਗ ਦੇ ਨਾਲ ਕਾਰਜ ਕਰਦਾ ਹੈ। ਅਸਲ ਵਿੱਚ ਕੋਈ ਵੀ ਪਲੈਨਟ ਕਾਰਜ ਨਹੀਂ ਕਰਦਾ, ਪਰਮੇਸ਼ਵਰ ਹੀ ਕਾਰਜ ਕਰਾ ਰਿਹਾ। ਮਹਾਰਾਜ ਜੀ ਕਹਿੰਦੇ ਨੇ ਭਾਈ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜੋ ਪਰਮੇਸ਼ਵਰ ਜੀ ਨੇ ਇੱਕ ਕਰੋੜਾਂ ਖੰਡ ਬ੍ਰਹਿਮੰਡ ਸਿਰਜੇ ਨੇ, ਇਸ ਕਰਕੇ ਬਸ ਅਸੀਂ ਸੱਚਖੰਡ ਵਿੱਚ ਪਹੁੰਚ ਕੇ ਪਰਮੇਸ਼ਵਰ ਦੀ ਉਸ ਪਰਮ ਪ੍ਰਕਾਸ਼ ਅਵਸਥਾ ਦੇ ਵਿੱਚ ਅਸੀਂ ਲੀਨ ਹੋਣਾ, ਇਹੀ ਸਾਡੀ ਮੰਜ਼ਿਲ ਹੈ। ਪਰ ਮਹਾਰਾਜ ਜੀ ਫਿਰ ਦੱਸਦੇ ਹਨ ਕਿ ਭਾਈ ਤੂੰ ਹੋਰ ਸੁਣ ਅੱਗੇ ਕੀ ਕੀ ਖੇਡ ਵਰਤਦੀ ਹੈ। ਹਾਂਜੀ। ਤਿਥੈ ਲੋਹ ਲੋਹ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਮਹਾਰਾਜ ਜੀ ਵਚਨ ਕਰਦੇ ਨੇ, ਲੋਹ ਲੋਹ ਦਾ ਅਰਥ ਹੁੰਦਾ ਹੈ ਕਈ ਲੋਕ, ਧਰਤ ਲੋਕ, ਆਕਾਸ਼ ਲੋਕ, ਪਤਾਲ ਲੋਕ। ਲੋਹ ਲੋਹ ਦਾ ਅਰਥ ਹੁੰਦਾ ਹੈ ਕਈ ਭਵਨ, ਕਈ ਪੁਰੀਆਂ। ਇਸ ਨੂੰ ਲੋ ਲੋ ਨਹੀਂ ਕਹਿਣਾ। ਜੇ ਕਹਾਂਗੇ ਨਾ ਤਿੱਥੈ ਲੋ ਲੋ ਆਕਾਰ, ਫਿਰ ਐੜਾ ਕਿੱਥੇ ਜਾਏਗਾ? ਇਸ ਨੂੰ ਕਹਾਂਗੇ ਤਿੱਥੈ ਲੋ ਲੋ ਆਕਾਰ। ਐੜੇ ਨੂੰ ਕਲੀਅਰ ਕਰਨਾ ਹੈ। ਫਿਰ ਉਸ ਅਵਸਥਾ 'ਚ ਪਹੁੰਚ ਕੇ, ਸੱਚਖੰਡ ਦੀ ਅਵਸਥਾ ਦੇ ਵਿੱਚ ਪਹੁੰਚ ਕੇ, ਫਿਰ ਸਾਨੂੰ ਹਰ ਤਰ੍ਹਾਂ ਦਾ ਆਕਾਰ ਦਿਸਦਾ ਹੈ। ਦ੍ਰਿਸ਼ਟ ਵੀ ਦਿਸਦਾ ਹੈ, ਅਦ੍ਰਿਸ਼ਟ ਵੀ ਦਿਸਦਾ ਹੈ, ਸੰਸਾਰ ਦਾ ਵੀ ਦਿਸਦਾ ਹੈ, ਤੇ ਜੋ ਨਿਰੰਕਾਰ ਦੇ ਅਦ੍ਰਿਸ਼ਟ ਲੋਕ ਹਨ ਉਹ ਵੀ ਦਿਸਦਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਇਹ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਕੋਈ ਬੰਦਾ ਵੇਖ ਲਵੇ। ਜੇ ਅਸੀਂ ਕਹੀਏ ਜੀ ਅਸੀਂ ਦੇਖ ਲਿਆ ਜੀ, ਅਸੀਂ ਰੌਲਾ ਪਾਈਏ, ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਤੇ ਪਰਮੇਸ਼ਵਰ ਨੇ ਦਿਖਾਇਆ। ਉਹਦੇ ਕੋਲ ਤਾਕਤ ਸੀ, ਉਹਨੇ ਪਹਿਲਾਂ ਗੁਰੂ ਨੂੰ ਦਿੱਤੀ, ਗੁਰੂ ਨੇ ਤੈਨੂੰ ਦਿੱਤੀ, ਗੁਰੂ ਨੇ ਰੱਬ ਨਾਲ ਮਿਲਾਇਆ। ਇਸ ਕਰਕੇ ਜਿਵ ਜਿਵ ਹੁਕਮ ਤਿਵੈ ਤਿਵਕਾਰ। ਐਵੇਂ ਕਿਤੇ ਹਉਮੈ ਦੀ ਪੰਡ ਚੁੱਕ ਕੇ ਨਾ ਤੁਰਿਆ ਫਿਰੀ, ਤੇਰੇ ਉੱਤੇ ਐਸੀਆਂ ਐਸੀਆਂ ਬਖਸ਼ਿਸ਼ਾਂ ਹੋ ਗਈਆਂ। ਕਰਨ ਵਾਲਾ ਪਰਮੇਸ਼ਵਰ ਹੈ, ਕਰਨ ਵਾਲਾ ਗੁਰੂ ਹੈ। ਤੇ ਇਸ ਕਰਕੇ ਜਿਵੇਂ ਪਰਮੇਸ਼ਵਰ ਦੀ ਆਗਿਆ ਹੁੰਦੀ ਹੈ, ਜਿਵੇਂ ਜਿਵੇਂ ਪਰਮੇਸ਼ਵਰ ਦਾ ਹੁਕਮ ਹੁੰਦਾ ਹੈ, ਉਸੇ ਢੰਗ ਦੇ ਨਾਲ ਪਰਮੇਸ਼ਵਰ ਜੀ ਸਾਰੇ ਕਾਰਜ ਨੂੰ ਆਪਣੇ ਹਿਸਾਬ ਦੇ ਨਾਲ ਚਲਾ ਰਹੇ ਹਨ। ਪਰਮੇਸ਼ਵਰ ਦੀ ਕਾਰਜ ਸ਼ੈਲੀ ਇਤਨੀ ਵਿਸ਼ਾਲ ਹੈ, ਇੱਥੇ ਭਾਵੇਂ 100 ਫੁੱਟੀ ਰੋਡ ਹੋਵੇ, ਐਕਸੀਡੈਂਟ ਹੋ ਜਾਂਦਾ ਹੈ। ਤੇ ਵੇਖੋ ਉੱਪਰ ਆਪ ਜੀ ਜਦੋਂ ਜਾਓਗੇ ਨਾ, ਆਪ ਜੀ ਦੇਖੋਗੇ ਇੰਨੀ ਤੇਜ਼ੀ ਦੇ ਨਾਲ ਗ੍ਰਹਿ ਨਕਸ਼ਤਰ ਗਤੀ ਦੇ ਵਿੱਚ ਹਨ, ਗਤੀਸ਼ੀਲ ਹਨ। ਜੇ ਇੱਕ ਗ੍ਰਹਿ ਦੂਸਰੇ ਗ੍ਰਹਿ ਦੇ ਵਿੱਚ ਕਿਤੇ ਟਕਰਾ ਜਾਵੇ ਤੇ ਉਹਨਾਂ ਨੇ ਤੇ ਖਤਮ ਹੋਣਾ ਹੀ ਹੋਣਾ, ਆਸੇ-ਪਾਸੇ ਦੇ ਗ੍ਰਹਿ ਵੀ ਖਤਮ ਹੋ ਜਾਣਗੇ। ਪਰ ਇੰਨੀ ਗਤੀ ਹੋਣ ਦੇ ਬਾਵਜੂਦ, ਇਤਨੇ ਵਿਸ਼ਾਲ ਆਕਾਰ ਹੋਣ ਦੇ ਬਾਵਜੂਦ ਵੀ ਕਦੀ ਐਕਸੀਡੈਂਟ ਨਹੀਂ ਹੋਇਆ। ਕਦੀ ਇੱਕ ਗ੍ਰਹਿ ਦਾ ਦੂਸਰੇ ਗ੍ਰਹਿ ਦੇ ਵਿੱਚ ਅਸੀਂ ਸੁਣਿਆ ਨਹੀਂ ਕਿ ਟਾਕਰਾ ਹੋ ਗਿਆ ਹੋਵੇ, ਕਿਉਂਕਿ ਪਰਮੇਸ਼ਵਰ ਜੀ ਚਲਾ ਰਹੇ ਨੇ। ਬੰਦਾ ਕਾਰ ਚਲਾਉਂਦਾ ਹੈ ਆਪਣੀ ਹੰਗਤਾ ਦੇ ਨਾਲ, ਆਪਣੀ ਹਉਮੈ ਦੇ ਨਾਲ, ਕਿ ਮੈਂ ਬ੍ਰੇਕ ਮਾਰ ਹੀ ਦੇਣੀ ਹੈ। ਮੌਤ ਨਹੀਂ ਬ੍ਰੇਕ ਮਾਰਨ ਦਿੰਦੀ। ਦਾਸ ਬੇਨਤੀ ਕਰੇ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਜਿਵੇਂ ਮੇਰੇ ਮਾਲਕ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਹੀ ਫਿਰ ਕਾਰ ਸਮਝ ਆਉਂਦੀ ਹੈ। ਫਿਰ ਇਸ ਅਵਸਥਾ ਤੇ ਪਹੁੰਚ ਕੇ ਸਿੱਖ ਪਤਾ ਕੀ ਕਹਿੰਦਾ? ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਰੱਬ ਸਲਾਮਤ ਹੈ, ਸੱਚਖੰਡ ਤੇ ਪਹੁੰਚ ਕੇ ਪਤਾ ਲੱਗਦਾ। ਉਵੇਂ ਸਾਨੂੰ ਡਾਊਟ ਹੀ ਆ, ਕਿਤੇ ਮਰ ਮੁਰਤ ਨਹੀਂ ਗਿਆ ਰੱਬ ਪਿੱਛੇ? ਕਹਿੰਦੇ ਆ ਵੀ ਉਹ ਮਰ ਵੀ ਸਕਦਾ ਹੈ ਜਿਹੜਾ ਰੱਬ ਆ। ਦੇਖਿਆ ਤਾਂ ਹੈ ਨਹੀਂ ਕਦੀ, ਸੁਣਿਆ ਆ ਵੀ ਹੁੰਦਾ ਆ। ਉਵੇਂ ਬੰਦਾ ਬੇਵਿਸ਼ਵਾਸੀ ਵਿੱਚ ਜੀਵਨ ਜਿਉਂਦਾ। ਜਦੋਂ ਸੱਚਖੰਡ ਪਹੁੰਚ ਜਾਂਦਾ ਹੈ ਫਿਰ ਉਹ ਆਪਣੇ ਰੰਗ 'ਚ ਹੀ ਹੱਸਦਾ, ਆਪਣੇ ਰੰਗ ਦੇ ਵਿੱਚ ਹੀ ਸਿਮਰਨ 'ਚ ਬਹਿ ਜਾਂਦਾ, ਕਿਉਂਕਿ ਉਹਨੂੰ ਦਿਸ ਰਿਹਾ ਹੈ। ਜਬ ਦੇਖਾ ਤਬ ਗਾਵਾ, ਤਉ ਜਨ ਧੀਰਜ ਪਾਵਾ। ਨਾਦ ਸਮਾਏ ਲੋਰੇ, ਸਤਿਗੁਰ ਭੇਟ ਲੈ ਦੇਵਾ। ਮਹਾਰਾਜ ਜੀ ਕਹਿੰਦੇ ਹੁਣ ਦਿਸਦਾ, ਫਿਰ ਦਿਸਦਾ, ਫਿਰ ਮੈਂ ਗਾਉਣਾ ਹੈ।
ਅਸੀਂ ਗਾਉਂਦੇ ਹਾਂ ਡਾਊਟਫੁਲ ਹੋ ਕੇ, ਅਸੀਂ ਡਬਲ ਮਾਈਂਡਡ ਹੋ ਕੇ ਕਰੀਦਾ ਪਾਠ ਵੀ, ਸਿਮਰਨ ਵੀ, ਨਿਤਨੇਮ ਵੀ। ਤਾਂ ਹੀ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਤੂੰ ਭਰੋਸਾ ਕਰਕੇ ਕਰ, ਤੇਰੇ ਤੇ ਕਿਰਪਾ ਵਰਤੇਗੀ। ਵੇਖੈ ਵਿਗਸੈ, ਦਾਸ ਬੇਨਤੀ ਕਰੇ, ਫਿਰ ਹੁਕਮ ਦਾ ਪਤਾ ਲੱਗੇਗਾ, ਫਿਰ ਪਰਮੇਸ਼ਵਰ ਦੀ ਕਾਰਜਸ਼ੈਲੀ ਦਾ ਪਤਾ ਲੱਗੇਗਾ। ਤੇ ਪਤਾ ਲੱਗਣ ਦਾ ਅਰਥ ਇਹ ਹੈ ਕਿ ਫਿਰ ਇਹ ਪਤਾ ਲੱਗਦਾ ਹੈ ਸਭ ਕੁਝ ਪਰਮੇਸ਼ਵਰ ਹੀ ਹੈ, ਉਹ ਹੀ ਹੈ, ਸੀ ਤੇ ਹੋਏਗਾ। ਉਹੀ ਸਭ ਤੋਂ ਵੱਡੀ ਤਾਕਤ ਦਾ ਮਾਲਕ ਹੈ ਤੇ ਸਾਨੂੰ ਸਿਰਫ ਹਰਦਮ ਉਹਦਾ ਹੀ ਸਿਮਰਨ ਕਰਨਾ ਚਾਹੀਦਾ ਹੈ। ਫਿਰ ਇੰਨੀ ਸਮਝ ਜਿਸ ਵੇਲੇ ਬੰਦੇ ਨੂੰ ਲੱਗ ਜਾਂਦੀ ਹੈ, ਫਿਰ ਮੈਦਾਨੇ ਜੰਗ ਵਿੱਚ ਫਿਰ ਉਹ ਪ੍ਰਸ਼ਾਦਾ ਛਕ ਕੇ ਸੌਂਦਾ ਨਹੀਂ। ਮਹਾਰਾਜ ਜੀ ਪਤਾ ਕੀ ਕਹਿੰਦੇ ਨੇ? ਮਹਾਰਾਜ ਜੀ ਕਹਿੰਦੇ ਨੇ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ, ਦਈਓ ਬੈਠੈ ਵੇਖਾ ਵੇਖੈ ਆਪ ਜੀਓ। ਵਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਕਹਿਣ ਲੱਗੇ ਹੁਣ ਤੂੰ ਘੁਲਣਾ ਆ ਤੇ ਤੂੰ ਉੱਥੇ ਕਹਿੰਦਾ ਮੈਂ ਸੌਣਾ ਆ। ਉਹ ਇਸ ਵੇਲੇ ਮੱਲ ਅਖਾੜਾ ਪੂਰੇ ਜੋਸ਼ੋ ਖਰੋਸ਼ ਦੇ ਵਿੱਚ ਆ, ਜ਼ੋਰ ਦੇ ਉੱਤੇ ਤੇਰਾ ਸਮਾਂ ਆ ਗਿਆ, ਤੇਰੀ ਵਾਰੀ ਆ ਗਈ ਤੇ ਤੂੰ ਹੁਣ ਸੋਚ ਰਿਹਾ ਆ ਕਿ ਮੈਂ ਹੁਣ ਆਰਾਮ ਕਰ ਲਵਾਂ, ਮੈਂ ਕੁਝ ਛਕਾ ਲਵਾਂ। ਤੇ ਜਦੋਂ ਲੜਨਾ ਆ ਉਦੋਂ ਤੈਨੂੰ ਯਾਦ ਆ ਗਿਆ ਪਰਿਵਾਰ ਦੀ, ਵੀ ਉਹ ਦੁੱਧ ਵੀ ਲੈ ਕੇ ਜਾਣਾ ਸੀ ਪੈਕਟ ਦਾ। ਉੱਥੇ ਭਾਈ ਤੂੰ ਲੜਨਾ ਹੈ, ਤੂੰ ਜਾ ਕੇ ਉੱਥੇ ਲੜ। ਇਹ ਜੋ ਜੀਵਨ ਹੈ ਮੱਲ ਅਖਾੜਾ ਹੈ, ਤੂੰ ਮੈਦਾਨੇ ਜੰਗ ਵਿੱਚ ਆਇਆ ਹੈ। ਐਵੇਂ ਤੂੰ ਕਿਤੇ ਭੁੱਲਿਆ ਨਾ ਫਿਰਦਾ ਫਿਰੀ ਕਿ ਤੂੰ ਆਇਆ, ਤੂੰ ਘਰ ਵਿੱਚ ਰਹਿੰਦਾ ਪਿਆ। ਮਹਾਰਾਜ ਜੀ ਕਹਿੰਦੇ ਨੇ ਯਾਦ ਰੱਖ, ਧਨ ਜੀਓ ਦੇਖੋ ਜਗ ਮੈਂ, ਮੁਕਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਭਾਈ ਇਹ ਯੁੱਧ ਵਾਲਾ ਸਿਸਟਮ ਆ, ਇਹ ਜਿਹੜਾ ਜੀਵਨ ਆ ਇਹ ਮੈਦਾਨੇ ਜੰਗ ਵਾਲਾ ਆ। ਤਿਆਰੀ ਪੂਰੀ ਖਿੱਚ ਕੇ ਰੱਖ, ਪਤਾ ਨਹੀਂ ਕਿਹੜੇ ਵੇਲੇ ਕਾਮ ਨੇ ਸ਼ਸਤਰਧਾਰੀ ਹੋ ਕੇ ਆ ਜਾਣਾ। ਜੇ ਗੁਰੂ ਦੇ ਸ਼ਬਦ ਆਸਰਾ ਲਵੇਂਗਾ ਤੇ ਕਾਮ ਨੂੰ ਤੂੰ ਹਰਾ ਕੇ ਵਾਪਸ ਭੇਜ ਸਕਦਾ, ਮਾਰ ਸਕਦਾ। ਤੇ ਵੈਸੇ ਤੇ ਆਪਣੀ ਹੈ ਹੀ ਵੈਸੇ ਚੜ੍ਹਦੀ ਕਲਾ ਹੈ, ਆਪਾਂ ਤਾਂ ਪਹਿਲੇ ਹੀ ਹਾਰੇ ਪਏ ਆ। ਸੱਚੇ ਪਾਤਸ਼ਾਹ ਸਾਨੂੰ ਯਾਦ ਕਰਾਉਂਦੇ ਨੇ, ਤੂੰ ਜਾਗ ਤੇ ਤੂੰ ਮੈਦਾਨੇ ਜੰਗ ਵਾਸਤੇ ਸੁਚੇਤ ਹੋ। ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਹਨ ਕਿ ਹੁਕਮ ਦਾ ਵਰਤਾਰਾ ਜਦੋਂ ਸਮਝ ਲੱਗ ਗਿਆ, ਫੇਰ ਮਨਾਂ ਤੈਨੂੰ ਨੀਂਦ ਨਹੀਂ ਆਉਣੀ। ਕਿਉਂਕਿ ਨੀਂਦ ਉਦੋਂ ਆਉਂਦੀ ਜਿਸ ਵੇਲੇ ਆਤਮਿਕ ਬਲ ਘਟ ਜਾਏ, ਸਰੀਰਕ ਬਲ ਘਟ ਜਾਏ। ਜਦੋਂ ਗੁਰੂ ਨੇ ਕਿਰਪਾ ਵਰਤਾ ਦਿੱਤੀ, ਕਦੀ ਬਲ ਘਟਦਾ ਹੀ ਨਹੀਂ। ਮਰਨ ਤੋਂ ਬਾਅਦ ਵੀ ਨਹੀਂ ਘਟਦਾ ਜੀ, ਇਹ ਵੀ ਸੱਚ ਜੀ, ਮਰਨ ਤੋਂ ਬਾਅਦ ਵੀ ਨਹੀਂ ਘਟਦਾ। ਤੇ ਜੇ ਮਰਨ ਤੋਂ ਬਾਅਦ ਬਲ ਹੀ ਘਟ ਗਿਆ, ਫਿਰ ਗੁਰੂ ਦੀ ਕੀ ਲੋੜ ਜੀ? ਫਿਰ ਗੁਰੂ ਦੀ ਕੀ ਲੋੜ? ਸੱਚੇ ਪਾਤਸ਼ਾਹ ਜੀ ਹੁਣ ਅੰਤਲੀ ਪੰਕਤੀ ਵਿੱਚ ਕੀ ਕਹਿੰਦੇ ਨੇ, ਆਓ ਸ਼ਰਵਣ ਕਰੀਏ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵੇਖੋ ਪਰਮੇਸ਼ਵਰ ਜੀ ਕਿਤਨੀ ਕਿਰਪਾ ਵਰਤਾਉਂਦੇ ਨੇ। ਉਹ ਸਾਰੀ ਸ੍ਰਿਸ਼ਟੀ ਨੂੰ ਰਚਣ ਤੋਂ ਬਾਅਦ ਫਿਰ ਸਾਰੇ ਜੀਵਾਂ ਦੀ ਸਾਂਭ ਸੰਭਾਲ ਕਰਦੇ ਨੇ, ਰਿਜ਼ਕ ਦਿੰਦੇ ਨੇ, ਸਵਾਸ ਦਿੰਦੇ ਨੇ, ਧਰਤੀ ਦਿੰਦੇ ਨੇ, ਸੂਰਜ ਦਿੰਦੇ ਨੇ, ਹਵਾ ਦਿੰਦੇ ਨੇ, ਪਾਣੀ ਦਿੰਦੇ ਨੇ, ਰਿਸ਼ਤੇਦਾਰ ਦਿੰਦੇ ਨੇ, ਮਾਂ ਪਿਓ ਦਿੰਦੇ ਨੇ, ਸਾਰਾ ਕੁਝ ਹੀ ਦਿੰਦੇ ਨੇ। ਤੇ ਪੂਰੀ ਚੜ੍ਹਦੀ ਕਲਾ 'ਚ ਖੁਸ਼ ਹੋ ਗਏ। ਪਰਮੇਸ਼ਵਰ ਸਾਂਭ ਸੰਭਾਲ ਕਰਦਾ ਖੁਸ਼ ਹੋ ਕੇ, ਜਿਸ ਤਰ੍ਹਾਂ ਕਿ ਮਾਂ ਬੱਚੇ ਦਾ ਮਲ ਮੂਤਰ ਸਾਫ਼ ਕਰਦੀ ਖੁਸ਼ ਹੋ ਕੇ। ਬੱਚਾ ਮਲ ਮੂਤਰ ਕਰੇ ਤੇ ਮਾਂ 'ਚ ਪੇੜਾ ਮਾਰਦੀ ਹੋਵੇ ਵੀ ਤੂੰ ਆਹ ਕੀ ਕੀਤਾ ਹੀ ਨਹੀਂ। ਇਸੇ ਤਰ੍ਹਾਂ ਮਾਂ ਖੁਸ਼ ਹੋ ਕੇ ਬੱਚੇ ਨੂੰ ਸਾਂਭ ਸੰਭਾਲ ਦੇ ਵਿੱਚ ਲੈ ਕੇ ਆਉਂਦੀ ਆ। ਪਰਮੇਸ਼ਵਰ ਵੀ ਵੇਖੈ, ਸ੍ਰਿਸ਼ਟੀ ਨੂੰ ਦੇਖਦਾ ਹੈ, ਵਿਗਸੈ ਖੁਸ਼ ਹੁੰਦਾ, ਕਰ ਵਿਚਾਰ ਭਾਵ ਆਪਣੇ ਅੰਦਰ ਚਾਉ ਪੈਦਾ ਕਰਕੇ, ਵਿਚਾਰ ਕਰਕੇ, ਸਾਰਿਆਂ ਨੂੰ ਪੈਦਾ ਕਰਕੇ, ਸਾਰਿਆਂ ਦੀ ਸਾਂਭ ਸੰਭਾਲ ਕਰਦਾ, ਪਲ ਪਲ ਸਵਾਸ ਸਵਾਸ ਸਾਂਭ ਸੰਭਾਲ ਕਰਦਾ, ਪਲ ਪਲ ਸਾਡੀ ਰੱਖਿਆ ਕਰਦਾ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਤੇ ਇਸ ਚੀਜ਼ ਦਾ ਪਤਾ ਅਵਸਥਾ ਤੇ ਪਹੁੰਚ ਕੇ ਲੱਗਦਾ, ਉਵੇਂ ਨਹੀਂ ਪਤਾ ਲੱਗਦਾ। ਉਵੇਂ ਤੇ ਇੰਜ ਲੱਗਦਾ ਜਦੋਂ ਅਸੀਂ ਉਦਾਸ ਹੋਈਏ ਨਾ, ਸਾਨੂੰ ਇੰਜ ਲੱਗਦਾ ਕਿ ਰੱਬ ਵੀ ਲੱਗਦਾ ਉਦਾਸ ਹੀ ਬੈਠਾ ਹੋਣਾ। ਜਿਹੋ ਜਿਹਾ ਸਾਡਾ ਮਨ ਹੁੰਦਾ ਸੀ ਉਹੋ ਜਿਹਾ ਰੱਬ ਨੂੰ ਦੇਖਦੇ। ਅਸੀਂ ਸੁਣਿਆ ਨਾ ਜੀ ਵੀ ਕੋਈ ਅਮਲੀ ਸੀ ਤੇ ਉਹਨੂੰ ਅਮਲ ਨਹੀਂ ਮਿਲਿਆ 2 ਦਿਨ, ਤੇ ਤੀਜੇ ਦਿਨ ਸਾਰੇ ਕਹਿੰਦੇ ਕਿ ਕੀ ਗੱਲ ਹੋਈ, ਬੜਾ ਉਦਾਸ।
ਕਹਿੰਦਾ ਮੈਨੂੰ ਆਪਣੀ ਫਿਕਰ ਘੱਟ, ਮੈਨੂੰ ਰੱਬ ਦੀ ਫਿਕਰ ਆ। ਪਤਾ ਨਹੀਂ ਉਹ ਵੀ ਵਿਚਾਰਾ ਮੇਰੇ ਵਾਂਗੂ ਟੈਨਸ਼ਨ ਵਿੱਚ, ਉਦਾਸੀ ਵਿੱਚ ਬੈਠਾ ਹੋਣਾ, ਉਹਨੂੰ ਵੀ ਨਸ਼ਾ ਨਹੀਂ ਮਿਲਿਆ ਹੋਣਾ। ਉਹ ਠੀਕ ਆ ਵਿਚਾਰਾ ਆਪਣੇ ਥਾਂ ਤੇ, ਕਿਉਂਕਿ ਅਮਲੀ ਬੰਦੇ ਦੀ ਦ੍ਰਿਸ਼ਟੀ ਦੇ ਵਿੱਚ ਰੱਬ ਵੀ ਅਮਲੀ ਹੋਈ ਆ, ਸਾਰੇ ਹੀ ਅਮਲੀ ਨੇ। ਉਹ ਜਦੋਂ ਵਿਆਖਿਆ ਕਰੇਗਾ ਤੇ ਅਮਲ ਨੂੰ, ਨਸ਼ੇ ਨੂੰ ਲੈ ਕੇ ਵਿਆਖਿਆ ਕਰੇਗਾ। ਕਿਸੇ ਨਸ਼ੇੜੀ ਬੰਦੇ ਦੇ ਅੱਗੇ ਕਿਤੇ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਲਿਓ, ਨਾਨਕ ਤੇ ਜਨ ਮਸਤ ਭਏ ਹੈ, ਵੀ ਉਹ ਬੰਦੇ ਮਸਤ ਹੋ ਜਾਂਦੇ ਆ, ਰੱਬ ਦਾ ਨਾਂ ਜਪਦੇ, ਤੇ ਉਸੇ ਵੇਲੇ ਹੀ ਉਹ ਅਮਲੀ ਬੰਦਾ ਖੁਸ਼ ਹੁੰਦਾ। ਵੇਖਿਆ, ਮਤਲਬ ਸ਼ਰਾਬ ਪੀਣੀ ਮਾੜੀ ਗੱਲ ਥੋੜਾ ਆ, ਮਸਤ ਹੋਣਾ ਮਾੜੀ ਗੱਲ ਥੋੜਾ ਆ। ਸੋ ਕਹਿਣ ਦਾ ਅਰਥ ਇਹ ਹੈ ਕਿ ਬੰਦਾ ਜਿਹੋ ਜਿਹਾ ਆਪਣਾ ਜੀਵਨ ਲੈ ਕੇ ਬੈਠਾ, ਸਾਰੀ ਸ੍ਰਿਸ਼ਟੀ ਨੂੰ ਵੈਸਾ ਹੀ ਦੇਖਦਾ, ਤੇ ਗੁਰੂ ਐਸੀ ਦ੍ਰਿਸ਼ਟੀ ਦੇ ਦਿੰਦਾ ਕਿ ਸਾਰੀ ਸ੍ਰਿਸ਼ਟੀ ਬੜੀ ਸੁਭਾਨ ਪ੍ਰਤੀਤ ਹੁੰਦੀ ਹੈ, ਭਲੀ ਪ੍ਰਤੀਤ ਹੁੰਦੀ। ਮਹਾਰਾਜ ਜੀ ਕਹਿੰਦੇ ਨੇ, ਵੇਖ ਪਰਮੇਸ਼ਵਰ ਖੁਸ਼ੀ ਦੇ ਵਿੱਚ ਸਾਰਿਆਂ ਦੀ ਸਾਂਭ ਸੰਭਾਲ ਕਰਦਾ ਹੈ। ਨਾਨਕ, ਇੱਥੇ ਵਿਸ਼ਰਾਮ ਹਲਕਾ ਜਿਹਾ ਦੇਵਾਂਗੇ, ਕਥਨਾ ਕਰੜਾ ਸਾਰ। ਮਹਾਰਾਜ ਜੀ ਵੇਖੋ ਅਖੀਰ ਤੇ ਕਹਿਣ ਲੱਗੇ, ਸੱਚਖੰਡ ਦੀ ਅਵਸਥਾ ਦੇ ਜੋ ਮਾਲਕ ਬਣ ਜਾਂਦੇ ਨੇ, ਉਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਤੇ ਜੇਕਰ ਕੋਈ ਕਹੇ ਕਿ ਵਿਆਖਿਆ ਕਰ ਲਈਏ, ਤੇ ਜਿਵੇਂ ਕੋਈ ਬਹੁਤ ਸਖਤ ਲੋਹਾ ਆਪਣੇ ਦੰਦਾਂ ਵਿੱਚ ਪਾ ਕੇ ਚਬਾਉਣ ਦੀ ਕੋਸ਼ਿਸ਼ ਕਰੇ, ਕਿ ਕੁਆਂਟਲ ਲੋਹਾ ਲੈ ਕੇ ਮੂੰਹ ਵਿੱਚ ਪਾ ਕੇ ਚਬਾ ਕੇ ਬਰੀਕ ਕਰਕੇ ਆਪਣੇ ਅੰਦਰ ਲੰਘਾ ਕੇ ਪਚਾ ਲਈਏ, ਕਹਿਣ ਲੱਗੇ ਇਹ ਕੰਮ ਕਦੀ ਹੋ ਨਹੀਂ ਸਕਦਾ। ਇਸੇ ਤਰ੍ਹਾਂ ਸੱਚਖੰਡ ਵਾਸੀ ਦੀ ਕਦੀ ਸਿਫਤ ਸਲਾਹ ਨਹੀਂ ਹੋ ਸਕਦੀ। ਹੁਣ ਦਾਸ ਨੂੰ ਤੇ ਬੜਾ ਦੁੱਖ ਲੱਗਾ ਜੀ ਇੱਕ ਗੱਲ ਦਾ। ਇਹ ਪਿੱਛੇ ਜੇ ਪ੍ਰੇਮ ਦੇ ਵਿੱਚ ਕਈਆਂ ਨੇ ਉਹ ਬਣਾ ਦਿੱਤੀ ਸੀ ਮੂਵੀ, ਧਰਮ ਯੁੱਧ ਮੋਰਚਾ ਸ਼ਾਇਦ ਮੂਵੀ ਦਾ ਨਾਮ ਸੀ, ਪੰਜਾਬੀ ਮੂਵੀ। ਤੇ ਵੈਸੇ ਤੇ ਦਾਸ ਨਹੀਂ ਵੇਖਦਾ, ਘੱਟ ਵੱਧ ਹੀ, ਜੇ ਪਤਾ ਲੱਗੇ ਕੋਈ ਧਾਰਮਿਕ ਹੈ ਤੇ ਫੇਰ ਕਿਤੇ ਦੇਖ ਲਈ ਜਾਏ, ਨਹੀਂ ਤੇ ਇੰਜ ਮਹਿਸੂਸ ਹੁੰਦਾ ਕਿ ਮੂਵੀ ਵੇਖਣਾ ਵੀ ਸਮੇਂ ਦੀ ਬਰਬਾਦੀ ਹੈ। ਇੱਥੋਂ ਤੱਕ ਕਿ ਧਾਰਮਿਕ ਮੂਵੀ ਵੇਖਣਾ ਵੀ ਸਮੇਂ ਦੀ ਬਰਬਾਦੀ ਲੱਗਦੀ, ਕਿਉਂਕਿ ਫਿਰ ਪਤਾ ਲੱਗ ਜਾਂਦਾ ਕਿ ਸਿਮਰਨ ਕਰ ਲਵੋ, ਇਹਦੇ ਵਿੱਚੋਂ ਕੀ ਮਿਲਣਾ ਹੈ, ਇਨਫੋਰਮੇਸ਼ਨ ਤੋਂ ਕੀ ਲੈਣਾ। ਸਿਮਰਨ ਅਭਿਆਸੀ ਦਾ ਹਿਰਦਾ ਐਸਾ ਬਣ ਜਾਂਦਾ ਹੈ। ਉਹਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਕੋਈ ਐਕਟਿੰਗ ਕਰ ਰਿਹਾ ਸੀ, ਤੇ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜੋ ਕਿ ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਧਰਤੀ ਤੇ ਆਏ, ਸ੍ਰਿਸ਼ਟੀ ਦੇ ਉੱਤੇ ਜਿਨ੍ਹਾਂ ਦਾ ਜਨਮ ਹੋਇਆ, ਉਹਨਾਂ ਦੀ ਕੋਈ ਦੱਸੋ, ਕੋਈ ਬਰਾਬਰੀ, ਕੋਈ ਐਕਟਿੰਗ, ਕੋਈ ਉਹਨਾਂ ਦਾ ਰੂਪ ਧਾਰ ਕੇ ਤੇ ਕੋਈ ਗੱਲ ਕਰ ਸਕਦਾ? ਗਲਤ ਗੱਲ ਕੀਤੀ। ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਹੁਤ ਮਹਾਨ ਸ਼ਖਸੀਅਤ, ਪੂਰਨ ਬ੍ਰਹਮ ਗਿਆਨੀ ਆਤਮਾ, ਤੇ ਕਲਗੀਧਰ ਪਾਤਸ਼ਾਹ ਜੀ ਨੂੰ ਹਰਦਮ ਪ੍ਰਤੱਖ ਦੇਖਣ ਵਾਲੀ ਮਹਾਨ ਸ਼ਖਸੀਅਤ, ਤੇ ਉਹਨਾਂ ਦਾ ਐਕਟ ਕਿਸੇ ਨੇ ਕੀਤਾ, ਦਾਸ ਨੂੰ ਧੱਕਾ ਲੱਗਾ। ਤੇ ਨਾਲ ਹੀ ਹੋਰ ਵੀ ਜੋ ਟਕਸਾਲ ਦੇ ਸਿੰਘ ਸਨ, ਨਾ ਤੇ ਬਾਬਾ ਠਾਕੁਰ ਸਿੰਘ ਜੀ ਦੀ ਕੋਈ ਐਕਟ ਕਰ ਸਕਦਾ ਹੈ, ਕਿਉਂਕਿ ਇਹ ਪ੍ਰਤੱਖ ਰੱਬ ਧਰਤੀ ਤੇ ਆਏ ਜੀ, ਤੇ ਆ ਕੇ ਗਏ ਨਹੀਂ ਕਿਤੇ, ਉਹ ਪ੍ਰਤੱਖ ਹੀ ਰਹਿੰਦੇ ਨੇ ਜਿੱਥੇ ਵੀ ਹੋਣ। ਇਸ ਕਰਕੇ ਕਦੀ ਵੀ ਕਿਸੇ ਮਹਾਨ ਸ਼ਖਸੀਅਤ ਦਾ ਐਕਟ ਨਹੀਂ ਕਰਨਾ ਚਾਹੀਦਾ। ਕਿਉਂਕਿ ਅਸੀਂ ਹੁਣ ਜੇ ਇਹ ਸੋਚੀਏ ਕਿ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਦਾ ਐਕਟਿੰਗ ਇਸ ਬੰਦੇ ਨੇ ਕੀਤਾ ਤੇ ਉਹਦਾ ਜੀਵਨ ਨਿਗਰਿਆ ਹੋਵੇ ਜੀ, ਤੇ ਪੂਰਨ ਬ੍ਰਹਮ ਗਿਆਨੀ ਨੂੰ ਲੋੜ ਹੀ ਨਹੀਂ ਐਕਟਿੰਗ ਕਰਨ ਦੀ। ਐਕਟਿੰਗ ਦਾ ਅਰਥ ਹੁੰਦਾ ਜਿਹੜੀ ਚੀਜ਼ ਝੂਠੀ ਹੋਵੇ। ਹੈ ਨਹੀਂ ਬੰਦਾ ਹੋ ਜਾ, ਪਰ ਡੁਪਲੀਕੇਸੀ ਸਾਹਮਣੇ ਕਰਦਾ, ਰੋਂਦਾ ਜਾਣ ਕੇ ਪੈਸੇ ਵਾਸਤੇ, ਹੱਸਦਾ ਪੈਸੇ ਵਾਸਤੇ, ਪ੍ਰਚਾਰ ਵੀ ਕਰ ਰਿਹਾ ਪੈਸੇ ਵਾਸਤੇ। ਬ੍ਰਹਮ ਗਿਆਨੀ ਨੂੰ ਕੀ ਲੋੜ ਹੈ? ਪਤਾ ਨਹੀਂ ਕਿਸ ਵੇਲੇ ਸਮਝ ਆਏਗੀ ਸਾਡੇ ਬੰਦਿਆਂ ਨੂੰ ਕਿ ਇੰਨੀਆਂ ਵੱਡੀਆਂ ਹਸਤੀਆਂ ਦਾ ਐਕਟ ਨਹੀਂ ਕਰਨਾ ਚਾਹੀਦਾ। ਇੱਥੋਂ ਤੱਕ ਕਿ ਕਾਰਟੂਨ ਵੀ ਨਹੀਂ ਬਣਾਉਣੇ ਚਾਹੀਦੇ, ਕਿਉਂਕਿ ਜੋ ਜਾਗਦੀ ਜ਼ਮੀਰ ਵਾਲੇ ਨੇ ਨਾ, ਉਹਨਾਂ ਦੀ ਕੌਮ ਦੇਖੋ, ਉਹ ਕਦੀ ਵੀ, ਤੁਸੀਂ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਤੁਸੀਂ ਕਦੀ ਵੀ ਕਾਰਟੂਨ ਨਹੀਂ ਦੇਖੋਗੇ, ਕਦੀ ਤੁਸੀਂ ਫਿਲਮ ਨਹੀਂ ਦੇਖੋਗੇ। ਇਸਲਾਮ ਧਰਮ ਇਸ ਪੱਖ ਦੇ ਵਿੱਚ ਪੂਰਨ ਮਰਿਆਦਾ ਵਿੱਚ ਰਹਿੰਦਾ ਹੈ ਕਿ ਅਸੀਂ ਆਪਣੇ ਗੁਰੂ ਦੀ ਨਾ ਤਸਵੀਰ ਬਣਾਈਏ, ਨਾ ਗੁਰੂ ਦਾ ਅਸੀਂ ਐਕਟ ਕਰਨ ਦਈਏ ਕਿਸੇ ਨੂੰ। ਜਿਹਨੇ ਕੀਤਾ ਅਸੀਂ ਉਹਨੂੰ ਕਤਲ ਕਰ ਦੇਣਾ। ਤੇ ਵੇਖ ਲਓ ਜੀ, ਹਜ਼ਰਤ ਮੁਹੰਮਦ ਸਾਹਿਬ ਜੀ ਦੇ ਵਿਸ਼ੇ ਦੇ ਉੱਤੇ ਕਦੀ ਕਾਰਟੂਨ ਬਣਾਇਆ ਨਹੀਂ ਗਿਆ। ਖੈਰ, ਰਹੋ ਵਿਚਾਰ, ਬਾਕੀ ਦੀ ਵਿਚਾਰ ਅਸੀਂ ਕੱਲ ਕਰਾਂਗੇ ਜੀ। ਇਹ ਦਾਸ ਦੇ ਨਿੱਜੀ ਖਿਆਲ ਸਨ।
ਕਿ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਦਾ ਅਸੀਂ ਨਾਮ ਵੀ ਰਸਨਾ ਤੋਂ ਲੈ ਲਈਏ ਤੇ ਇਹ ਵੀ ਸਾਡੀ ਰਸਨਾ ਇਸ ਕਾਬਲ ਨਹੀਂ, ਅਸੀਂ ਉਹਨਾਂ ਦਾ ਨਾਮ ਵੀ ਲੈ ਲਈਏ। ਇੰਨੀ ਵੱਡੀ ਮਹਾਨ ਹਸਤੀ ਸੱਚੇ ਪਾਤਸ਼ਾਹ ਜੀ ਸਮਤ ਬਖਸ਼ਣ ਸਾਨੂੰ ਸਾਰਿਆਂ ਨੂੰ। ਆਓ ਆਪਾਂ ਗੁਰੂ ਕੇ ਸ਼ਬਦ ਦਾ ਜਾਪ ਕਰੀਏ ਜੀ। ਸਮੂਹ ਸੰਗਤ ਕਿਰਪਾ ਕਰਿਓ। ਵਾਹਿਗੁਰੂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ।